ਸਰਦਾਰ ਕਪੂਰ ਸਿੰਘ ਹੋਣਾ ਨੇ ਇੱਕ ਭਵਿੱਖਬਾਣੀ ਕੀਤੀ ਸੀ ਕਿ ਭਾਜਪਾ ਨਾਲ ਗੱਠਜੋੜ ਸ਼੍ਰੋਮਣੀ ਅਕਾਲੀ ਦਲ ਦਾ ਪੰਥ ਦਾ ਵਜੂਦ ਖਤਮ ਕਰ ਦੇਵੇਗਾ। ਸੋ ਹੋ ਗਿਆ। ਸਾਡੀਆਂ ਸਿੱਖ ਯੂਨੀਵਰਸਿਟੀਆਂ ਦੇ ਕਈ ਬੁੱਧੀਜੀਵੀਆਂ ਦਾ ਮੁੱਖ ਪ੍ਰੋਗਰਾਮ ਇਹੋ ਹੀ ਦਿਸਦਾ ਹੈ ਕਿ ਸਿੱਖੀ, ਸਿੱਖ ਇਤਿਹਾਸ ਤੇ ਸਿੱਖ ਪੰਥ ਦੀਆਂ ਜੜ੍ਹਾਂ ਹਿਲਾਈ ਜਾਓ ਜਬ ਲਕ ਘਟਵੇਂ ਪ੍ਰਾਣ। ਇਹ ਕਲਪ ਬਿਰਖ ਆਪੇ ਜਰਜਰਾ ਹੋ ਕੇ ਡਿੱਗ ਪਵੇਗਾ। ਖਾਸ ਸਭ ਤੋਂ ਚਿੰਤਾ ਵਾਲਾ ਔਰ ਖਤਰਨਾਕ ਜਿਹੜਾ ਹਮਲਾ ਉਹਨਾਂ ਦਾ ਇਹ ਹੈ ਕਿ ਗੁਰੂ ਗੋਬਿੰਦ ਸਿੰਘ ਨੇ ਗੁਰੂ ਨਾਨਕ ਦੀ ਵਿਚਾਰਧਾਰਾ ਦਾ ਰਾਹ ਛੱਡ ਦਿੱਤਾ ਔਰ ਉਹਨਾਂ ਨੇ ਆਪਣਾ ਵੱਖਰਾ ਜਿਹੜਾ ਵਿਚਾਰਧਾਰਾ ਸ਼ੁਰੂ ਕੀਤੀ। ਸਰਦਾਰ ਕਪੂਰ ਸਿੰਘ ਉਹਨਾਂ ਨੇ ਤੇ ਗਾਂ ਸਿੱਧ ਕੀਤਾ ਕਿ ਗੁਰੂ ਨਾਨਕ ਸਾਹਿਬ ਜਿਹੜੇ ਆ ਉਹ ਨਾ ਭਗਤ ਆ ਤੇ ਨਾ ਉਹ ਅਵਤਾਰਵਾਦ ਦੇ ਸਿਧਾਂਤ ਨੂੰ ਮੰਨਦੇ ਆ। RSS ਨੂੰ ਜਵਾਬ ਹੈ, ਪਰ ਇਹ ਦੋਨੋਂ ਆਰਟੀਕਲ ਸੁਣਨ ਤੋਂ ਬਾਅਦ ਜੇ ਉਹ ਕਿਸੇ ਵੀ ਮੰਚ ਤੇ ਸਾਡੇ ਨਾਲ ਆ ਕੇ ਡਿਬੇਟ ਕਰਨੀ ਚਾਹੁੰਦੇ ਹੋਣ ਤੇ ਅਸੀਂ ਉਹਨਾਂ ਨੂੰ ਖੁੱਲਾ ਸੱਦਾ ਦਿੰਨੇ ਆ। ਗੁਰੂ ਨਾਨਕ ਸਾਹਿਬ ਕਹਿੰਦੇ ਆ ਅਸੀਂ ਕਿਸੇ ਅਵਤਾਰਵਾਦ ਨੂੰ ਨਹੀਂ ਮੰਨਦੇ। ਹੁਣ ਰਾਮਚੰਦਰ ਜਿਹੜੇ ਆ ਉਹ ਜੰਮੇ ਵੀ ਆ ਤੇ ਮਰੇ ਵੀ ਆ। ਇਹ ਸਿਰਫ ਕੁਝ ਇਤਿਹਾਸਕ ਹਵਾਲੇ ਗੁਰੂ ਸਾਹਿਬ 'ਚ ਆਪਣੇ ਗੁਰੂ ਗ੍ਰੰਥ ਸਾਹਿਬ 'ਚ ਆਉਂਦੇ ਆ। ਉਹਨਾਂ ਦਾ ਮਤਲਬ ਇਹ ਨਹੀਂ ਕਿ ਰਾਮ ਨੂੰ ਮੰਨਦੇ ਸੀ। ਜਦੋਂ ਹਰਮੰਦਰ ਸਾਹਿਬ ਦੀ ਉਸਾਰੀ ਹੋ ਗਈ ਤਾਂ ਗੁਰੂ ਸਾਹਿਬ ਨੂੰ ਬੜੇ ਬ੍ਰਾਹਮਣਾਂ ਨੇ ਸਾਰਿਆਂ ਨੇ ਆ ਕੇ ਪੁੱਛਿਆ ਕਿ ਇਹਦੇ 'ਚ ਤੁਸੀਂ ਕਿਹੜੀ ਮੂਰਤੀ ਸਥਾਪਿਤ ਕਰੋਗੇ। ਤੇ ਗੁਰੂ ਅਰਜਨ ਪਾਤਸ਼ਾਹ ਨੇ ਕਿਹਾ ਸੀ ਇੱਥੇ ਮੂਰਤੀ ਸਥਾਪਿਤ ਨਹੀਂ ਹੋਣੀ, ਇੱਥੇ ਸ਼ਬਦ ਦਾ ਪ੍ਰਕਾਸ਼ ਹੋਣਾ। ਕਿ 1783 ਚ ਖਾਲਸੇ ਨੇ ਦਿੱਲੀ ਦਾ ਤਖਤ ਘੜੀਸ ਕੇ ਲਿਆ ਕੇ ਅੰਮ੍ਰਿਤਸਰ ਤਖਤ ਦੇ ਪੈਰਾਂ 'ਚ ਸਿੱਟਦਾ, ਅੱਜ ਵੀ ਉੱਥੇ ਪਿਆ। ਮੈਂ ਦਾਅਵੇ ਨਾਲ ਕਹਿਣਾ ਕਿ ਜੇ ਸਾਡੀਆਂ ਸੰਸਥਾਵਾਂ RSS ਨੂੰ ਚੈਲੰਜ ਕਰਨ ਤੇ RSS ਦੇ ਤਾਂ ਪੱਲੇ ਕੱਖ ਨਹੀਂ। ਹੁਣ ਸਾਡੇ ਨੈਕਸਟ ਬੁਲਾਰੇ ਸਾਡੇ ਜਥੇਦਾਰ ਮਿੰਦਰ ਸਿੰਘ ਜੀ ਖਹਿਰਾ ਆ ਰਹੇ ਹਨ। ਜੀ ਹਾਂ ਕਹਿੰਦਾ ਹਾਂ। ਸਰਦਾਰ ਕਪੂਰ ਸਿੰਘ ਜੀ ਦੀ 5ਵੀਂ ਬਰਸੀ ਮਨਾ ਰਿਹਾ। ਸਾਰੇ ਹੀ ਸਿਰਤ ਸਰੋਤਿਆਂ ਨੂੰ, ਅਕਾਲ ਚੈਨਲ ਦੇ ਸਮੂਹ ਦਰਸ਼ਕਾਂ ਨੂੰ ਅਦਬ ਸਹਿਤ ਫਤਿਹ ਪ੍ਰਵਾਨ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਧੰਨਵਾਦੀ ਹੈ ਸਰਦਾਰ ਹਰਚਰਨ ਸਿੰਘ ਜੀ ਚੌਹਾਨ, ਸਰਦਾਰ ਜਰਨੈਲ ਸਿੰਘ ਧਾਲੀਵਾਲ ਅਤੇ ਅਕਾਲ ਚੈਨਲ ਦਾ, ਜਿਨ੍ਹਾਂ ਨੇ ਅੱਜ ਤੋਂ 5 ਸਾਲ ਪਹਿਲਾਂ ਸਰਦਾਰ ਕਪੂਰ ਸਿੰਘ ਹੋਣਾ ਦੀ ਬਰਸੀ ਮਨਾਉਣੀ ਸ਼ੁਰੂ ਕੀਤੀ ਔਰ ਉਹਦੇ ਸੰਯੋਗ ਨਾਲ, ਅਕਾਲ ਚੈਨਲ ਦੇ ਸੰਯੋਗ ਨਾਲ ਇਹ ਹਰ ਸਾਲ ਮਨਾਈ ਜਾਂਦੀ ਹੈ। ਦਾਸ ਧੰਨਵਾਦੀ ਹੈ ਨੌਜਵਾਨ ਰਾਜਵੀਰ ਸਿੰਘ ਦਾ। ਸਮਾਂ ਨਹੀਂ ਹੈ ਕਿ ਮੈਂ ਉਹਨਾਂ ਦੀ ਤਾਈਦ ਕਰ ਸਕਾਂ, ਪਰ ਹੌਸਲਾ ਜ਼ਰੂਰ ਹੋਇਆ ਹੈ ਕਿ ਅਸੀਂ ਉਮਰ ਦੇ ਆਖਰੀ ਪਨਾਹ 'ਤੇ ਆਏ ਨੌਜਵਾਨ, ਇਹਨਾਂ ਦੀ ਸੋਚ ਅਰਦਾਸ ਕਰਦੇ ਹਾਂ ਕਿ ਇਹਨਾਂ ਦਾ ਇੱਕ ਐਸਾ ਕਾਫਲਾ ਬਣੇ ਜਿਹੜਾ ਕਿ ਗੁਰੂ ਮਹਾਰਾਜ ਦੀ ਸੋਚ, ਗੁਰੂ ਗ੍ਰੰਥ, ਗੁਰੂ ਪੰਥ ਦੇ ਸੰਵਿਧਾਨ ਔਰ ਸਰਦਾਰ ਕਪੂਰ ਸਿੰਘ ਜੀ ਵਰਗੇ ਵਿਦਵਾਨਾਂ ਨੇ ਜਿਹੜੀਆਂ ਸਾਨੂੰ ਸੇਧਾਂ ਦਿੱਤੀਆਂ ਉਹਨਾਂ ਨੂੰ ਅੱਗੇ ਤੋਰ ਸਕਣ। ਅਸੀਸ ਦਿੰਦੇ ਹਾਂ। ਦਾਸ ਸਭ ਤੋਂ ਪਹਿਲਾਂ ਆਪਣਾ ਵਿਸ਼ਾ ਛੋਹਣ ਤੋਂ ਪਹਿਲਾਂ ਇਹ ਗੱਲ ਕਰੇ ਕਿ ਸਰਦਾਰ ਕਪੂਰ ਸਿੰਘ ਹੋਣਾ ਨੇ ਜਿੰਨੀਆਂ ਵੀ ਭਵਿੱਖਬਾਣੀਆਂ ਕੀਤੀਆਂ ਉਹਨਾਂ ਦੀ ਇੱਕ ਭਵਿੱਖਬਾਣੀ ਜਿਹੜੀ ਹੈ ਉਹ ਸੱਚ ਹੋਈ। ਮੇਰਾ ਆਪਣਾ ਵਿਸ਼ਾ ਹੋਰ ਆ, ਪਰ ਮੈਂ ਪਹਿਲਾਂ 2 ਗੱਲਾਂ ਇਸ ਕਰਕੇ ਕਹਿਣ ਲੱਗਾ ਕਿ ਜੇ ਸਰਦਾਰ ਕਪੂਰ ਸਿੰਘ ਹੋਣਾ ਦੀ ਗੱਲ ਮੰਨ ਲਈ ਜਾਂਦੀ, ਉਸ ਵੇਲੇ ਦੀ ਸਾਡੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਰਾਜਸੀ ਪਾਰਟੀ ਸੀ ਤੇ ਅੱਜ ਪੰਥ ਦੇ ਹਾਲਾਤ ਨਾ ਹੁੰਦੇ। ਉਹਨਾਂ ਨੇ ਭਵਿੱਖਬਾਣੀ ਕੀਤੀ ਸੀ। ਅੱਜ ਵਾਲੀ ਭਾਜਪਾ ਹੈ, ਉਦੋਂ ਜਨਸੰਘ ਸੀ ਕਿ ਸ਼੍ਰੋਮਣੀ ਅਕਾਲੀ ਦਲ ਦਾ ਜਨਸੰਘ ਨਾਲ ਗੱਠਜੋੜ ਜੋ ਹੈ ਇਹ ਪੰਥ ਦਾ ਸਰੂਪ ਖਤਮ ਕਰ ਦੇਵੇਗਾ ਔਰ ਪੰਥ ਦਾ ਵਜੂਦ ਖਤਮ ਹੋ ਜਾਏਗਾ। ਔਰ ਜਿੱਦਣ ਪੰਥ ਦਾ ਵਜੂਦ ਖਤਮ ਹੋਇਆ ਨਾਲ ਪੰਜਾਬ ਦਾ ਵਜੂਦ ਵੀ ਖਤਮ ਹੋਣਾ ਸ਼ੁਰੂ ਹੋ ਜਾਏਗਾ। ਔਰ ਉਹਨਾਂ ਦੀ ਭਵਿੱਖਬਾਣੀ ਪੂਰੀ ਤਰ੍ਹਾਂ ਸੱਚ ਨਿਕਲੀ ਕਿ ਭਾਜਪਾ ਦੀ ਸਾਂਝ ਸ਼੍ਰੋਮਣੀ ਅਕਾਲੀ ਦਲ ਦੀ ਉਸ ਵੇਲੇ ਜਨਸੰਘ ਤੇ ਹੁਣ ਭਾਜਪਾ, ਜਿਹਦੇ ਨਾਲ ਪੰਥ ਦਾ ਵਜੂਦ ਖਤਮ ਹੋ ਗਿਆ। 1986 'ਚ ਸਰਦਾਰ ਬਾਦਲ ਸਿੰਘ ਹੁਣ ਪ੍ਰਕਾਸ਼ ਸਿੰਘ ਬਾਦਲ ਨੇ ਸਪਸ਼ਟ ਕਰ ਦਿੱਤਾ ਕਿ ਅੱਜ ਤੋਂ ਬਾਅਦ ਇਹ ਸ਼੍ਰੋਮਣੀ ਅਕਾਲੀ ਦਲ ਨਹੀਂ, ਪੰਜਾਬੀ ਪਾਰਟੀ ਉਹ ਸ਼੍ਰੋਮਣੀ ਅਕਾਲੀ ਦਲ ਦਾ। ਅਤੇ ਪੰਜਾਬੀ ਪਾਰਟੀ 'ਚ ਕੀ ਹੋਇਆ ਕਿ ਪੰਥ ਦਾ ਵਜੂਦ ਜਿਹੜਾ ਸੀ ਉਹ ਖਤਮ ਹੋ ਗਿਆ। ਦੂਸਰੀ, ਸਰਦਾਰ ਕਪੂਰ ਸਿੰਘ ਹੋਣਾ ਨੇ ਇੱਕ ਭਵਿੱਖਬਾਣੀ ਕੀਤੀ ਸੀ ਸਾਡੇ ਯੂਨੀਵਰਸਿਟੀ ਦੇ ਪ੍ਰੋਫੈਸਰਾਂ ਬਾਰੇ। ਪੰਜਾਬ ਦਾ ਬਟਵਾਰਾ ਅਤੇ ਸਿੱਖ ਨੇਤਾ ਉਹਨਾਂ ਨੇ ਇੱਕ ਆਰਟੀਕਲ ਲਿਖਿਆ, ਉਹਦੇ ਸਿਰਫ ਮੈਂ 15-20 ਸਤਰਾਂ ਪੜ੍ਹੂੰਗਾ। ਸਿਰਫ
ਇਸ ਗੱਲ ਲਈ ਕਿ ਉਹਨਾਂ ਦੀ ਇਹ ਭਵਿੱਖਬਾਣੀ ਜਿਹੜੀ ਹੈ ਇਹ ਵੀ ਅੱਖਰ ਅੱਖਰ ਸਹੀ ਸਿੱਧ ਹੋ ਰਹੀ ਹੈ। ਪਹਿਲੀ ਸੀ ਕਿ ਭਾਜਪਾ ਨਾਲ ਗੱਠਜੋੜ ਸ਼੍ਰੋਮਣੀ ਅਕਾਲੀ ਦਲ ਦਾ ਪੰਥ ਦਾ ਵਜੂਦ ਖਤਮ ਕਰ ਦੇਵੇਗਾ, ਸੋ ਹੋ ਗਿਆ। ਦੂਸਰਾ ਸੀ ਉਹਨਾਂ ਨੇ ਪੰਜਾਬ ਦਾ ਬਟਵਾਰਾ ਤੇ ਸਿੱਖ ਨੇਤਾ 'ਚ ਇੱਕ ਆਰਟੀਕਲ ਲਿਖਿਆ। ਉਹ ਕਹਿੰਦੇ ਜਿਹੜੇ ਸਾਡੇ ਪ੍ਰੋਫੈਸਰ PhD ਬੁੱਧੀਜੀਵੀ ਸਾਡੀਆਂ ਸਿੱਖ ਯੂਨੀਵਰਸਿਟੀਆਂ ਵਿੱਚ ਬੁੱਧੀ ਤੇ ਸਿੱਖੀ ਦੋਹਾਂ ਤੋਂ ਆਕੀ ਹੋ ਕੇ ਕਿਲ੍ਹਾ ਬੰਦ ਹੋਏ ਬੈਠੇ ਹਨ, ਉਹਨਾਂ ਵੱਲੋਂ ਇਹ ਆਸ ਰੱਖਣੀ ਦਿਨ ਬ ਦਿਨ ਕਠਿਨ ਭਾਸ ਰਹੀ ਹੈ ਕਿ ਉਹ ਆਪਣੇ ਨਿੱਜੀ ਸਵਾਰਥ ਤਿਆਗ ਕੇ ਗੁਰੂ ਦਾ ਭਉ ਤੇ ਰੱਬ ਦਾ ਡਰ ਗ੍ਰਹਿਣ ਕਰਨਗੇ ਅਤੇ ਸਿੱਖੀ ਸਿਧਾਂਤਾਂ, ਸਿੱਖ ਇਤਿਹਾਸ, ਗੁਰਬਾਣੀ ਨੂੰ ਗਦਲਾਉਣ ਦੇ ਯਤਨ ਤਿਆਗ ਦੇਣਗੇ, ਕਿਉਂਕਿ ਅਗਿਆਨੀ ਨੂੰ ਤਾਂ ਸਮਝਾਇਆ ਜਾ ਸਕਦਾ ਹੈ, ਪਰ ਨਸ਼ਟ ਆਤਮਾ ਗਿਆਨੀ ਨੂੰ ਸਿੱਖਾਂ ਅਤੇ ਸਿੱਖੀ ਉੱਤੇ ਤਰਸ ਕਰਨ ਲਈ ਕਿਵੇਂ ਪ੍ਰੇਰਿਆ ਜਾ ਸਕਦਾ ਹੈ। ਸੱਚ ਅਤੇ ਸਿੱਖੀ ਦੀ ਪਕੜ ਜਿਨ੍ਹਾਂ ਨੇ ਤਿਆਗ ਦਿੱਤੀ ਹੈ ਅਤੇ ਉਹਨਾਂ ਦੀਆਂ ਅੱਖਾਂ ਉਸ ਪਾਸੇ ਵੱਸ ਲੱਗੀਆਂ ਹੋਈਆਂ ਹਨ ਜਿੱਥੋਂ ਉਹਨਾਂ ਨੂੰ ਵਧੇਰੇ ਵਿੱਤ ਅਤੇ ਉਚੇਰੇ ਪਦ ਪ੍ਰਾਪਤ ਹੋਣ ਦੀ ਸੰਭਾਵਨਾ ਹੈ। ਸਾਡੀਆਂ ਸਿੱਖ ਯੂਨੀਵਰਸਿਟੀਆਂ ਦੇ ਕਈ ਬੁੱਧੀਜੀਵੀਆਂ ਦਾ ਮੁੱਖ ਪ੍ਰੋਗਰਾਮ ਇਹੋ ਹੀ ਦਿਸਦਾ ਹੈ ਕਿ ਸਿੱਖੀ, ਸਿੱਖ ਇਤਿਹਾਸ ਅਤੇ ਸਿੱਖ ਪੰਥ ਦੀਆਂ ਜੜ੍ਹਾਂ ਹਿਲਾਈ ਜਾਓ ਜਬ ਲਗ ਘਟਵੇਂ ਪ੍ਰਾਣ। ਇਹ ਕਲਪ ਬਿਰਖ ਆਪੇ ਜਰਜਰਾ ਹੋ ਕੇ ਡਿੱਗ ਪਵੇਗਾ ਅਤੇ ਹੋਰ ਲੋਕ ਇਸ ਦਾ ਬਾਲਣ ਅਤੇ ਸ਼ਤੀਰੀਆਂ ਬਣਾ ਕੇ ਵਰਤ ਲੈਣਗੇ, ਤਦੋਂ ਹੀ ਇਹਨਾਂ ਬੁੱਧੀਜੀਵੀਆਂ ਦੀ ਕਾਲ ਥਾਏ ਪਵੇਗੀ। ਇਹ ਸਰਦਾਰ ਕਪੂਰ ਸਿੰਘ ਦੀ ਭਵਿੱਖਬਾਣੀ ਅੱਜ ਪੂਰੀ ਤਰ੍ਹਾਂ ਸਿੱਧ ਹੋ ਰਹੀ, ਔਰ ਇਹਦਾ ਜਿਹੜਾ ਨੁਕਸਾਨ ਸਾਨੂੰ ਹੋ ਰਿਹਾ ਹੋਇਆ। ਅੱਜ RSS ਨੇ ਲਿਖਤੀ ਤੌਰ 'ਤੇ ਇਹ ਚੈਲੰਜ ਕੀਤਾ ਹੈ ਸਿੱਖ ਧਰਮ ਨੂੰ ਕਿ ਸਿੱਖ ਧਰਮ ਹਿੰਦੂਆਂ ਦਾ ਇੱਕ ਅੰਗ ਹਨ, ਔਰ ਜਿਹੜੀ ਖਾਸ ਗੱਲ ਉਹਨਾਂ ਨੇ ਸਿੱਖ ਸਿਧਾਂਤਕ 'ਤੇ ਹਮਲਾ ਕੀਤਾ ਔਰ ਜਿਹਨੂੰ ਉਹ ਪ੍ਰਚਾਰ ਰਹੇ ਹਨ, ਔਰ ਸਾਡੇ ਯੂਨੀਵਰਸਿਟੀ ਦੇ ਪ੍ਰੋਫੈਸਰਾਂ ਬਾਰੇ ਜਿਨ੍ਹਾਂ ਬਾਰੇ ਸਰਦਾਰ ਕਪੂਰ ਸਿੰਘ ਉਹਨਾਂ ਨੇ ਲਿਖਿਆ, ਕਿਸੇ ਦੇ ਕੰਨਾਂ 'ਤੇ ਜੂੰ ਨਹੀਂ ਸਰਕ ਰਹੀ ਕਿ ਉਹਨਾਂ ਨੂੰ ਜਵਾਬ ਦਿੱਤਾ ਜਾ ਸਕੇ। ਗੱਲਾਂ ਆਪਾਂ ਰੋਜ਼ ਟੈਲੀਵਿਜ਼ਨਾਂ 'ਤੇ ਸੁਣਦੇ ਹਾਂ ਕਿ ਹੁਣ ਤਾਂ ਸ਼ਰੇਆਮ ਇਹ ਪ੍ਰਚਾਰਨ ਲੱਗ ਪਏ ਔਰ ਦਾਅਵਾ ਕਰਦੇ ਆ ਕਿ ਜਿਹੜੇ ਗੁਰੂ ਸਾਹਿਬਾਨ ਆ ਲਵ ਕੁਸ਼ ਦੀ ਔਲਾਦ ਆ। ਗੁਰੂ ਸਾਹਿਬ ਜਿਹੜੇ ਇਹਨਾਂ ਦੇ ਗਊ ਪੂਜਕ ਸੀਗੇ, ਔਰ ਖਾਸ ਸਭ ਤੋਂ ਚਿੰਤਾ ਵਾਲਾ ਔਰ ਖਤਰਨਾਕ ਜਿਹੜਾ ਹਮਲਾ ਉਹਨਾਂ ਦਾ ਇਹ ਹੈ ਕਿ ਗੁਰੂ ਗੋਬਿੰਦ ਸਿੰਘ ਨੇ ਗੁਰੂ ਨਾਨਕ ਦੀ ਵਿਚਾਰਧਾਰਾ ਦਾ ਰਾਹ ਛੱਡ ਦਿੱਤਾ ਔਰ ਉਹਨਾਂ ਨੇ ਆਪਣਾ ਵੱਖਰਾ ਜਿਹੜਾ ਵਿਚਾਰਧਾਰਾ ਸ਼ੁਰੂ ਕੀਤੀ, ਔਰ ਉਹ ਦੇਸ਼ ਭਗਤ ਸੀ। ਔਰ ਇਹ ਸਾਡੇ ਕਿਸੇ ਵੀ ਬੁੱਧੀਜੀਵੀਆਂ ਨੇ ਉਹਨਾਂ ਨੂੰ ਇਹ ਚੈਲੰਜ ਨਹੀਂ ਕੀਤਾ ਕਿ ਸਿੱਧ ਕਰੋ ਕਿ ਗੁਰੂ ਨਾਨਕ ਦਾ ਫਲਸਫਾ ਗੁਰੂ ਗੋਬਿੰਦ ਸਿੰਘ ਨੇ ਕਿੱਦਾਂ ਛੱਡਿਆ। ਸਾਡੇ ਕੋਲ ਸਭ ਤੋਂ ਵੱਡੀ ਮਿਸਾਲ ਸ੍ਰੀ ਗੁਰੂ ਗ੍ਰੰਥ ਸਾਹਿਬ, ਜਿਹਦੇ 'ਚ ਗੁਰੂ ਜੋਤ ਦੀ ਨਿਰੰਤਰਤਾ, ਜੋਤ ਉਹ ਜੁਗ ਸਾਏ ਸਹਿ ਕਾਇਆ ਫਿਰ ਪਲਟੀਏ, ਔਰ ਜੋਤ ਨਿਰੰਤਰਤਾ ਦੀ ਅੱਗੇ ਗੁਰੂ ਨਾਨਕ ਦੀ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਤਾਂ ਤੇ ਅੰਗਦ ਪਇਓ ਤਸਿਓ ਤਤ ਮਿਲਾਇਓ। ਔਰ ਆਪਾਂ ਸਾਰਿਆਂ ਨੇ ਕਈ ਵਾਰੀ ਸੁਣਿਆ, ਦਾਸ ਨੇ ਸਿਰਫ ਆਪਣਾ ਭੂਮਿਕਾ ਬਣਨ ਲਈ ਗੱਲ ਕਹੀ ਹੈ। 10ਵੇਂ ਪਾਤਸ਼ਾਹ ਨੇ ਜਾਂ 10ਵੇਂ ਨਾਨਕ ਨੇ 1708 ਈਸਵੀ ਵਿੱਚ, ਕਿਉਂਕਿ ਸ਼ਬਦ ਗੁਰੂ ਦੀ ਸਥਾਪਨਾ ਗੁਰੂ ਨਾਨਕ ਨੇ ਹੀ ਕਰ ਦਿੱਤੀ। ਜਦੋਂ ਸਿੱਧਾਂ ਨੇ ਉਹਨਾਂ ਨੂੰ ਪੁੱਛਿਆ ਕਿ ਕਮਣ ਗੁਰੂ ਜਿਸ ਕਾ ਤੂੰ ਚੇਲਾ, ਤੇ ਗੁਰੂ ਸਾਹਿਬ ਨੇ ਜਵਾਬ ਦਿੱਤਾ ਸੀ ਸ਼ਬਦ ਗੁਰੂ ਸੁਰਤ ਧੁਨ ਚੇਲਾ। ਇਹ ਗੱਲ ਵਿਚਾਰਨ ਵਾਲੀ ਸੀ ਕਿ ਨਾ ਤਾਂ ਗੁਰੂ ਸਰੀਰ ਆ ਅਤੇ ਨਾ ਸਿੱਖ ਸਰੀਰ ਆ, ਇੱਥੇ ਤੁਹਾਡੀ ਜਿਹੜੀ ਉਹਨਾਂ ਨੇ ਕਿਹਾ ਸੁਰਤ ਨੇ ਚੇਲਾ ਬਣਨਾ, ਔਰ ਜਿਹੜੇ ਬਣੇ ਉਹਨਾਂ ਨੇ ਅੱਗੇ ਇਸ ਪੰਥ ਨੂੰ ਅੱਗੇ ਤੋਰਿਆ। ਔਰ 1708 ਈਸਵੀ ਵਿੱਚ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਹਨਾਂ ਸ਼ਬਦਾਂ ਨਾਲ ਸ਼ਬਦ ਗੁਰੂ ਗ੍ਰੰਥ ਸਾਹਿਬ ਨੂੰ ਗੁਰਗੱਦੀ ਦਿੱਤੀ ਕਿ ਸਾਡੀ ਆਤਮਾ ਗ੍ਰੰਥ ਵਿੱਚ, ਸਰੀਰ ਪੰਥ ਵਿੱਚ, ਉਸ ਤੋਂ ਲੈ ਕੇ ਅੱਜ ਤੱਕ ਅਸੀਂ ਇਹ ਅਰਦਾਸ ਕਰਦੇ ਹੀ ਨਹੀਂ ਅਤੇ ਪੂਰਨ ਤੌਰ 'ਤੇ ਭਰੋਸਾ ਰੱਖ ਕੇ ਤੁਰੇ ਹਾਂ ਕਿ 10 ਪਾਤਸ਼ਾਹੀਆਂ ਦੀ ਆਤਮਿਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ, ਔਰ ਗੁਰੂ ਗ੍ਰੰਥ ਗੁਰੂ ਪੰਥ ਦੇ ਸੰਵਿਧਾਨ ਨੇ
ਜਿਹੜਾ ਇਹ ਸਿੱਖ ਰਾਜ ਸਥਾਪਿਤ ਕੀਤਾ। ਦਾਸ ਹੁਣ ਇੱਥੇ ਆਉਣ ਲੱਗਾ ਕਿ ਹੁਣ ਜਿਹੜਾ 4 ਚੁਫੇਰੇ ਚੈਲੰਜ ਹੋ ਰਿਹਾ ਔਰ ਬਹੁਤ ਰੌਲਾ ਜਿਹੜੀ RSS ਪਾ ਰਹੇ ਆ ਕਿ 10 ਗੁਰੂਆਂ ਨੂੰ ਵੱਖਰੇ ਕਰ ਦਿਓ, ਅਤੇ ਅਚੇਚਾ ਗੁਰੂ ਨਾਨਕ ਸਾਹਿਬ ਦੀ ਜਿਹੜੀ ਪਦਵੀ ਹੈ ਉਹਨੂੰ ਚੈਲੰਜ ਕੀਤਾ ਗਿਆ। 550ਵੇਂ ਪ੍ਰਕਾਸ਼ ਗੁਰੂ ਨਾਨਕ ਪਾਤਸ਼ਾਹ ਦਾ ਇਸ ਵੇਲੇ ਉਹਨਾਂ ਨੇ ਚੈਲੰਜ ਕਰਕੇ ਮਨਾਇਆ ਕਿ ਗੁਰੂ ਨਾਨਕ ਦਾ ਗੁਰੂ ਗ੍ਰੰਥ ਸਾਹਿਬ ਨਾਲ ਵੀ ਕੋਈ ਸੰਬੰਧ ਨਹੀਂ ਹੈ ਔਰ ਉਹਨਾਂ ਦਾ ਗੁਰੂ ਗੋਬਿੰਦ ਸਿੰਘ ਨਾਲ ਵੀ ਕੋਈ ਸੰਬੰਧ ਨਹੀਂ ਹੈ। ਇਸ ਕਰਕੇ ਭਾਵੇਂ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਹੋਵੇ ਭਾਵੇਂ ਨਾ ਹੋਵੇ, ਔਰ ਐਸਾ ਬਹੁਤ ਥਾਈਂ ਗੁਰੂ ਨਾਨਕ ਪਾਤਸ਼ਾਹ ਦਾ 550ਵਾਂ ਪ੍ਰਕਾਸ਼ ਮਨਾਇਆ ਗਿਆ ਇਹ ਸਿੱਧ ਕਰਨ ਲਈ ਜਾਂ ਇਹ ਚੈਲੰਜ ਕਰਨ ਲਈ ਕਿ ਗੁਰੂ ਨਾਨਕ ਜਿਹੜੇ ਆ ਉਹਨਾਂ ਦਾ ਗੁਰੂ ਗ੍ਰੰਥ ਨਾਲ ਵੀ ਕੁਛ ਲੈਣ ਦੇਣ ਨਹੀਂ ਹੈ। ਇਹ ਤੋੜ ਦਿੱਤੀ ਗਈ ਗੱਲ। ਔਰ ਅੱਜ ਦਾਸ ਨੇ ਸਿਰਫ ਸਰਦਾਰ ਕਪੂਰ ਸਿੰਘ ਉਹਨਾਂ ਦੇ 2 ਉਹ ਲੇਖ ਪੜ੍ਹਨੇ ਹਨ ਜਿਹੜੇ ਉਹਨਾਂ ਨੇ ਬਹੁਤ ਲੰਮਾ ਭਾਸ਼ਣ ਦਿੱਤਾ ਜਦੋਂ ਗੁਰੂ ਨਾਨਕ ਸਾਹਿਬ ਦਾ 500 ਸਾਲਾ ਜਨਮ ਦਿਹਾੜਾ ਜਾਂ ਜਨਮ ਪ੍ਰਕਾਸ਼ ਦਿਹਾੜਾ ਮਨਾਇਆ ਗਿਆ। ਉੱਥੇ ਉਹਨਾਂ ਨੇ ਇੰਨੇ ਲੰਮਾ ਭਾਸ਼ਣ ਕੀਤਾ ਕਿ ਉਹਨਾਂ ਨੂੰ ਰਾਜ ਕਰੇਗਾ ਖਾਲਸਾ ਕਿਤਾਬ ਦੇ ਵਿੱਚ 10 ਸਫ਼ਿਆਂ ਵਿੱਚ ਗੁਰੂ ਨਾਨਕ ਦੀ ਪਦਵੀ ਨੂੰ ਕਲੀਅਰ ਕੀਤਾ। ਦੂਸਰਾ ਇਹਦੇ ਨਾਲ ਹੀ ਦਾਸ ਨੇ ਉਹਨਾਂ ਦਾ ਹਵਾਲਾ ਦੇਣਾ, ਉਹਨਾਂ ਦੀ ਦੂਸਰੀ ਕਿਤਾਬ ਹੈ ਗੁਰੂ ਗੋਬਿੰਦ ਸਿੰਘ ਜੀ ਦੀ ਵਿਸਾਖੀ, ਔਰ ਇਹ ਸਰਦਾਰ ਕਪੂਰ ਸਿੰਘ ਉਹਨਾਂ ਦੇ ਦੋਨੋਂ ਆਰਟੀਕਲਾਂ ਦਾ ਜਿਹੜਾ ਮੈਂ ਤਤਸਾਰ ਪੜ੍ਹਨਾ ਇਹ RSS ਨੂੰ ਜਵਾਬ ਹੈ। ਪਰ ਇਹ ਦੋਨੋਂ ਆਰਟੀਕਲ ਸੁਣਨ ਤੋਂ ਬਾਅਦ ਜੇ ਉਹ ਕਿਸੇ ਵੀ ਮੰਚ 'ਤੇ ਸਾਡੇ ਨਾਲ ਆ ਕੇ ਡਿਬੇਟ ਕਰਨੀ ਚਾਹੁੰਦੇ ਹੋਣ ਤਾਂ ਅਸੀਂ ਉਹਨਾਂ ਨੂੰ ਖੁੱਲ੍ਹਾ ਸੱਦਾ ਦਿੰਦੇ ਹਾਂ। ਪਰ ਜਾਂ ਇਹ ਜਿਹੜੀ ਗੱਲ ਸਰਦਾਰ ਕਪੂਰ ਸਿੰਘ ਉਹਨਾਂ ਨੇ ਕਹੀ ਹੈ ਇਹ ਮੈਂ ਉਹਦਾ ਸਿਰਫ ਸਾਰ ਅੰਸ਼ ਪੜ੍ਹੂੰਗਾ ਕਿ ਉਹਨਾਂ ਨੇ ਇਹਦਾ ਨਾਂ ਰੱਖਿਆ ਗੁਰੂ ਨਾਨਕ ਦੀ ਪਦਵੀ, ਔਰ ਉਹਨਾਂ ਦੀ ਕਿਤਾਬ ਰਾਜ ਕਰੇਗਾ ਖਾਲਸਾ ਅਤੇ ਹੋਰ ਨਿਬੰਧ ਵਿੱਚ ਛਪਿਆ। ਬਹੁਤ ਲੰਮਾ ਲੇਖ ਆ ਪਰ ਦਾਸ ਨੂੰ ਉਹ 'ਚੋਂ ਥੋੜ੍ਹੇ ਜਿਹੇ ਤੱਤ ਕੱਢ ਕੇ 2 ਸਫ਼ੇ ਕੱਢ ਕੇ ਮੈਂ ਕੀਤਾ, ਉਹ ਮੈਂ ਸਾਰਿਆਂ ਨਾਲ ਸਾਂਝੇ ਕਰਦਾ ਤਾਂ ਕਿ ਨਿਖਾਰ ਹੋ ਸਕੇ ਕਿ ਗੁਰੂ ਨਾਨਕ ਦੀ ਪਦਵੀ ਜਿਹੜੀ ਹੈ ਉਹ ਕੀ ਹੈ ਔਰ ਗੁਰੂ ਨਾਨਕ ਦੀ ਆਤਮਾ ਜਿਹੜੀ ਹੈ ਉਹ ਗੁਰੂ ਗ੍ਰੰਥ ਸਾਹਿਬ 'ਚ ਸੁਭਾਇਮਾਨ ਆ ਔਰ ਗੁਰੂ ਨਾਨਕ ਅਤੇ ਗੁਰੂ ਗੋਬਿੰਦ ਸਿੰਘ ਵੱਖ ਨਹੀਂ, ਇੱਕ ਹੈ। ਉਹਨਾਂ ਨੇ ਉਹਨੂੰ ਲਿਖਤੀ ਰੂਪ ਦਿੱਤਾ ਜਿਹੜਾ ਗੁਰੂ ਨਾਨਕ ਸਾਹਿਬ ਦੇ 500 ਸਾਲਾ ਪ੍ਰਕਾਸ਼ ਦਿਹਾੜੇ 'ਤੇ ਬਹੁਤ ਲੰਮਾ ਭਾਸ਼ਣ ਦਿੱਤਾ, ਉਹਨੂੰ ਉਹਨਾਂ ਲਿਖਤੀ ਰੂਪ ਕਿੱਦਾਂ ਦਿੱਤਾ। ਉਹ ਕਹਿੰਦੇ ਹਿੰਦੁਸਤਾਨ ਵਰਗਾ ਸਨਾਤਨ ਧਰਮੀ ਦੇਸ਼ ਹੋਵੇ ਅਤੇ ਇਸ ਵਿੱਚ ਰਹਿਣ ਵਾਲਿਆਂ ਦੇ ਵਿਚਾਰ ਇਹ ਹੋਣ ਕਿ ਇਸ ਦੇਸ਼ ਦੀਆਂ ਹੱਦਾਂ ਤੋਂ ਪਰੇ ਨਾ ਕੋਈ ਵਿਚਾਰਧਾਰਾ ਹੈ, ਨਾ ਕਿਸੇ ਤਰ੍ਹਾਂ ਦਾ ਉਚਤਮ ਜੀਵਨ ਜੀਵਿਆ ਜਾ ਸਕਦਾ ਹੈ, ਨਾ ਕਿਸੇ ਦਾ ਕਲਿਆਣ ਹੋ ਸਕਦਾ ਹੈ, ਭਾਵ ਉਹਨਾਂ ਨੂੰ ਸਨਾਤਨੀ ਧਰਮ 'ਤੇ ਇੰਨਾ ਮਾਣ ਹੋਵੇ। ਇਸ ਭੂਮੀ ਵਿੱਚ ਨਵੀਂ ਵਿਚਾਰਧਾਰਾ ਦੇ ਖਿਆਲ ਦੀਆਂ ਡੂੰਘੀਆਂ ਜੜ੍ਹਾਂ ਗੱਡ ਦੇਣੀਆਂ ਅਤੇ ਇੱਥੋਂ ਦੇ ਵਾਸੀਆਂ ਨੂੰ ਵਿਆਪਕ ਦ੍ਰਿਸ਼ਟੀ ਦੇਣੀ ਗੁਰੂ ਨਾਨਕ ਜੀ ਦੀ ਮਹਾਨ ਦੇਣ ਜਾਂ ਬਖਸ਼ਿਸ਼ ਹੈ। ਉਹ ਗੁਰੂ ਨਾਨਕ ਸਾਹਿਬ ਦੀ ਇਹ ਬਖਸ਼ਿਸ਼ ਸਮਝਦੇ ਆ ਕਿਉਂਕਿ ਗੁਰੂ ਨਾਨਕ ਜਿਹੜੇ ਆ ਇੱਕ ਇਲਹਾਮੀ ਆਪਣੇ ਅਨੁਭਵ 'ਚ ਉਹਨਾਂ ਨੇ ਜਿਹੜੀ ਗੱਲ ਕੀਤੀ ਉਹ ਕੀਤੀ ਹੈ। ਉਹ ਕੋਈ ਸਧਾਰਨ ਮਨੁੱਖ ਨਹੀਂ ਸੀ, ਉਹਨਾਂ ਗੱਲ ਸਪਸ਼ਟ ਕਰਤੀ ਕਿ ਸਰੀਰ ਨਹੀਂ ਹੈ। ਅਸੀਂ 500 ਸਾਲ ਦੀ ਸਮਾਜੀ ਅਤੇ ਰਾਜਸੀ ਹਾਲਤ ਨੂੰ ਸਮਝੀਏ ਤਾਂ ਉਹ ਇੱਕ ਮੱਧਕਾਲੀ ਯੁੱਗ ਸੀ। ਗੁਰੂ ਨਾਨਕ ਜੀ ਨੇ ਇਸ ਨੂੰ ਨਵੀਂ ਰੌਸ਼ਨੀ ਬਖਸ਼ ਕੇ ਨਵੇਂ ਆਧਾਨਿਕ ਯੁੱਗ ਦਾ ਆਰੰਭ ਕੀਤਾ। ਗੁਰੂ ਨਾਨਕ ਸਾਹਿਬ ਨੇ ਵਰਤਮਾਨ ਯੁੱਗ ਦੀਆਂ ਸਾਰੀਆਂ ਸੋਚ ਪ੍ਰਣਾਲੀਆਂ ਜਿੱਥੇ ਕਿਤੇ ਵੀ ਹਨ, ਮੈਂ ਸਰਦਾਰ ਕਪੂਰ ਸਿੰਘ ਮੈਂ ਡੂੰਘੇ ਅਧਿਐਨ ਤੋਂ ਬਾਅਦ ਇਸ ਸਿੱਟੇ 'ਤੇ ਪੁੱਜਾ ਹਾਂ ਕਿ ਜੇ ਤੁਸੀਂ ਉਹਨਾਂ ਦੀਆਂ ਖੋਲ ਕੇ ਫਰੋਲ ਕੇ ਜੜ੍ਹਾਂ ਲੱਭੋ ਤਾਂ ਉਹ ਗੁਰੂ ਨਾਨਕ ਸਾਹਿਬ ਜੀ ਦੇ ਇਲਹਾਮ ਦੇ ਵਿੱਚੋਂ ਹੀ ਨਿਕਲਣਗੀਆਂ। ਇਹ ਇੱਕ ਲੰਬਾ ਵਿਸ਼ਾ ਹੈ। ਜੇ ਕੋਈ ਡੂੰਘੇ ਧਿਆਨ ਨਾਲ ਇਸ ਦਾ ਮੁਤਾਲਿਆ ਕਰੇ ਤਾਂ ਦੁਨੀਆ ਵਿੱਚ ਜਿੰਨੇ ਪਰਿਵਰਤਨ ਹੋਏ ਉਹਨਾਂ ਦੇ ਅਸਲੀ ਕਾਰਨ ਕੀ ਸਨ, ਇਹਨਾਂ ਦੀਆਂ ਵਿਚਾਰਧਾਰਾਵਾਂ ਨੂੰ ਸਮਾਜ ਨੂੰ ਨਵੀਂ ਕਿਸਮ ਦੀ ਵਿਧੀ ਅਤੇ ਪ੍ਰਣਾਲੀ ਦਿੱਤੀ
ਜਿਵੇਂ ਮਾਰਕਸ ਲੈਨਿਨਸ ਵਿਚਾਰਧਾਰਾ ਤੇ ਰੂਸ ਵਿੱਚ ਖਾਸ ਕਿਸਮ ਦੇ ਸਮਾਜ ਤੇ ਸਾਮਰਾਜ ਬਣਿਆ। ਇਸ ਦੇ ਪਿਛੋਕੜ ਵਿੱਚ ਗੁਰੂ ਸਾਹਿਬ ਦੇ ਫਲਸਫੇ ਦੇ ਬੀਜ ਮਿਲਣਗੇ। ਇਹ ਮੈਂ ਨਹੀਂ ਆਖ ਰਿਹਾ, ਇਹ ਪ੍ਰਸਿੱਧ ਇਤਿਹਾਸਕਾਰ ਟੋਇਨਬੀ ਉਹਦੇ ਇਹ ਵਿਚਾਰ ਹਨ। ਪਿਛਲੇ 500 ਸਾਲਾਂ ਵਿੱਚ ਪਹਿਲਾਂ ਪੰਜਾਬ ਵਿੱਚ ਜੋ ਪਿਸ਼ੌਰ ਤੋਂ ਜਮਨਾ ਤੱਕ ਸੀ, ਜਿੰਨੇ ਵੀ ਸਿੱਖ ਵਸਦੇ ਸਨ, ਉਹ ਬਹੁਤੇ ਗੁਰੂ ਨਾਨਕ ਜੀ ਦੇ ਉਪਦੇਸ਼ਾਂ ਦੇ ਧਾਰਨੀ ਤੇ ਅਲੰਬਰਦਾਰ ਮੰਨੇ ਜਾਂਦੇ ਸਨ। ਇਸ ਪੰਜਾਬ ਵਿੱਚ ਇਹਨਾਂ ਗੁਰੂ ਕੇ ਸਿੱਖਾਂ ਦੇ ਯਤਨਾਂ ਤੇ ਘਾਲਣਾ ਦਾ ਜੋ ਪ੍ਰਤੀਬਿੰਬ ਬਾਹਰਲੀ ਦੁਨੀਆ ਤੋਂ ਪਿਆ, ਮੇਰੇ ਵਿਚਾਰ ਵਿੱਚ ਉਹ ਬਹੁਤ ਮਹਾਨ ਹੈ। ਉਹਨਾਂ ਧਰਮ ਸੰਸਥਾਪਕਾਂ ਦੇ ਸਿਰਜੇ ਹੋਏ ਸਾਮਰਾਜਾਂ ਦੇ ਟਾਕਰੇ ਉੱਤੇ, ਜਿਨ੍ਹਾਂ ਨੂੰ ਅਸੀਂ ਆਮ ਤੌਰ 'ਤੇ ਬੜੀਆਂ ਰਸ਼ਕ ਭਰੀਆਂ ਨਿਗਾਹ ਨਾਲ ਵੇਖਦੇ ਹਾਂ ਕਿ ਫਲਾਣੇ ਦੇ ਧਰਮਾਵਲੰਬੀਆਂ ਨੇ ਸਾਲ ਵਿੱਚ ਇਤਨੇ ਇਲਾਕੇ ਜਿੱਤ ਲਏ, ਧਮਕੇ ਨੇ ਏਡਾ ਵੱਡਾ ਸਾਮਰਾਜ ਬਣਾ ਲਿਆ, ਉਹਨਾਂ ਸਾਮਰਾਜਾਂ ਦੇ ਟਾਕਰੇ ਗੁਰੂ ਨਾਨਕ ਦੇ ਇਲਹਾਮ ਦੇ ਯੁੱਗ ਪਲਟਾਊ ਇਲਹਾਮ ਦਾ ਇਤਿਹਾਸ ਲਸਾਨੀ ਥਾਂ ਰੱਖਦਾ ਹੈ। ਸਾਰਿਆਂ ਦੇ ਟਾਕਰੇ 'ਚ ਗੁਰੂ ਨਾਨਕ ਸਾਹਿਬ ਦਾ ਜਿਹੜਾ ਇਲਹਾਮ ਆ, ਉਹਨੂੰ ਇੱਕ ਲਸਾਨੀ ਥਾਂ ਆ। ਉਹ ਕਹਿੰਦਾ ਭਾਵੇਂ ਸਾਰੇ ਕਹੀ ਜਾਂਦੇ ਅਸੀਂ ਆਹ ਕੀਤਾ, ਪਰ ਗੁਰੂ ਨਾਨਕ ਸਾਹਿਬ ਤੋਂ ਸਭ ਥੱਲੇ ਆਉਂਦੇ ਆ। ਉਹ ਕਹਿੰਦੇ ਗੁਰੂ ਨਾਨਕ ਸਾਹਿਬ ਬਾਰੇ ਤੁਸੀਂ ਸੁਣਿਆ ਹੈ ਕਿ ਕੁਝ ਲੋਕ ਉਹਨਾਂ ਨੂੰ ਭਗਤ ਕਹਿੰਦੇ ਹਨ, ਪਰ ਗੁਰੂ ਨਾਨਕ ਸਾਹਿਬ ਭਗਤ ਨਹੀਂ ਸਨ। ਭਗਤ ਸ਼ਬਦ ਦੇ ਸ਼ਬਦ ਅਰਥ ਜੋ ਆਮ ਤੌਰ 'ਤੇ ਵਰਤੀਂਦੇ ਹਨ, ਉਹ ਗੁਰੂ ਨਾਨਕ ਦੇ ਵਿਅਕਤਿਗਤ ਢੁਕਵੇਂ ਸੰਗਿਆ, ਭਾਵ ਗੁਰੂ ਨਾਨਕ ਭਗਤ ਨਹੀਂ ਸਨ, ਉਹਨਾਂ ਨਾਲ ਸੰਗਿਆ ਜੁੜਦੀ ਨਹੀਂ ਹੈ। ਮੱਧਕਾਲੀਨ ਵਿੱਚ ਭਗਤੀ ਲਹਿਰ ਚੱਲੀ। ਉਸ ਦੇ 3 ਮੋਟੇ ਸਿਧਾਂਤ ਸਨ। ਬੁੱਧੀਵਾਨ ਲੋਕਾਂ ਨੇ ਜੋ ਵਿਸ਼ਲੇਸ਼ਣ ਕੀਤਾ ਹੈ, ਉਸ ਮੁਤਾਬਕ ਭਗਤੀ ਮੱਤ ਵਾਲਿਆਂ ਦੇ 3 ਦੇਵਤੇ ਮੰਨੇ ਗਏ ਹਨ। ਭਗਤੀ ਮੱਤ ਵਾਲਿਆਂ ਦੇ ਗੁਰੂ ਨਾਨਕ ਸਾਹਿਬ ਭਗਤ ਵੀ ਨਹੀਂ ਸਨ। ਭਗਤੀ ਮੱਤ ਵਾਲਿਆਂ ਦੇ 3 ਦੇਵਤੇ ਮੰਨੇ ਗਏ ਹਨ, ਬ੍ਰਹਮਾ, ਵਿਸ਼ਨੂੰ, ਸ਼ਿਵ। ਬ੍ਰਹਮਾ ਸੰਸਾਰ ਦੀ ਉਤਪਤੀ ਕਰਦਾ ਹੈ, ਵਿਸ਼ਨੂੰ ਸੰਭਾਲ ਤੇ ਸ਼ਿਵ ਜਿਹੜਾ ਹੈ ਉਹ ਸੰਘਾਰ ਕਰਦਾ ਹੈ। ਇਹ ਤ੍ਰੈ ਮੂਰਤੀ 3 ਅੰਗ ਹਨ ਭਗਤੀ ਮਤ ਦੇ। ਇਹਨਾਂ ਤਿੰਨਾਂ ਵਿੱਚ ਵਿਸ਼ਨੂੰ ਜੋ ਸੰਸਾਰ ਦੇ ਪਾਲਕ ਕਹੇ ਜਾਂਦੇ ਹਨ, ਉਹਨਾਂ ਦਾ ਇੱਕ ਕੰਮ ਹੋਰ ਵੀ ਮੰਨਿਆ ਹੈ ਕਿ ਉਹ ਜਦੋਂ ਧਰਮ ਦੀ ਗਲਾਨੀ ਦੂਰ ਕਰਨ ਤੇ ਧਰਮ ਦੇ ਪ੍ਰਚਾਰ ਲਈ ਦੁਨੀਆ ਵਿੱਚ ਆਉਂਦੇ ਹਨ, ਜਿਵੇਂ ਗੀਤਾ ਦੇ ਪ੍ਰਸਿੱਧ ਸ਼ਲੋਕ ਇਸ ਸਿਧਾਂਤ ਨੂੰ ਪ੍ਰਗਟਾਉਂਦੇ ਹਨ। ਜਿਵੇਂ ਕਿ ਗੀਤਾ ਵਿੱਚ ਕ੍ਰਿਸ਼ਨ ਜੀ ਮਹਾਰਾਜ ਦੇ ਮੂੰਹੋਂ ਗੀਤਾ ਵਿੱਚ ਇਹ ਕਹਾਇਆ ਗਿਆ ਹੈ ਕਿ ਜਦੋਂ ਧਰਮ ਦੀ ਗਲਾਨੀ ਹੁੰਦੀ ਹੈ, ਮੈਂ ਅਵਤਾਰ ਧਾਰਦਾ ਹਾਂ। ਉਹ ਇਹਨੂੰ ਸਪਸ਼ਟ ਕਰ ਰਿਹਾ ਹੈ ਕਿ ਗੁਰੂ ਨਾਨਕ ਸਾਹਿਬ ਦੀ ਜਿਹੜੀ ਪਦਵੀ ਹੈ, ਉਹਨੂੰ ਭਗਤੀ ਨਾਲ ਅਵਤਾਰਵਾਦ ਨਾਲ ਨਹੀਂ ਜੋੜਿਆ ਜਾ ਸਕਦਾ। ਇਹ ਪੜ੍ਹਨ ਮੈਂ ਤਾਂ ਰਿਹਾ ਵੀ ਵਿਸਤਾਰ ਨਾਲ ਪੜ੍ਹਨਾ ਹੋਵੇ ਤੁਸੀਂ ਬਾਅਦ 'ਚ ਪੜ੍ਹ ਸਕਦੇ ਆ। ਕ੍ਰਿਸ਼ਨ ਜੀ ਮਹਾਰਾਜ ਦੇ ਮੂੰਹੋਂ ਗੀਤਾ ਵਿੱਚ ਇਹ ਕਹਾਇਆ ਗਿਆ ਕਿ ਜਦੋਂ ਧਰਮ ਦੀ ਗਲਾਨੀ ਹੁੰਦੀ ਹੈ, ਮੈਂ ਅਵਤਾਰ ਧਾਰਦਾ ਹਾਂ। ਇਉਂ ਵਿਸ਼ਨੂੰ ਜੀ ਮਹਾਰਾਜ ਦੇ ਅਵਤਾਰ ਤੇ ਉਪ ਅਵਤਾਰ 24 ਮੰਨੇ ਜਾਂਦੇ ਹਨ। ਇਹਨਾਂ ਅਵਤਾਰਾਂ ਵਿੱਚ ਕਈ ਇਹੋ ਜਿਹੇ ਵੀ ਹਨ ਜਿਨ੍ਹਾਂ ਦਾ ਅੱਧਾ ਧੜ ਮਨੁੱਖ ਦਾ ਤੇ ਅੱਧਾ ਧੜ ਸ਼ੇਰ ਦਾ ਹੈ, ਅਤੇ ਕਈ ਮੱਛ, ਕੱਛ, ਵਰਾਹ ਆਦਿ ਕਈ ਅਣਮਨੁੱਖੀ ਰੂਪ ਵੀ ਹਨ। ਵਿਸ਼ਨੂੰ ਦੇ ਅਵਤਾਰ ਕਈ ਅਣਮਨੁੱਖੀ ਰੂਪਾਂ 'ਚ ਵੀ ਆਉਂਦੇ ਆ, ਜਿਨ੍ਹਾਂ ਨੂੰ ਇਹ ਮੰਨਦੇ ਆ। ਜਿੱਦਾਂ ਅੱਧਾ ਧੜ ਮਨੁੱਖ ਦਾ ਹੋ ਗਿਆ, ਅੱਧਾ ਸ਼ੇਰ ਦਾ ਹੋ ਗਿਆ, ਮੱਛ, ਕੱਛ, ਵਰਾਹ, ਇਹ ਅਣਮਨੁੱਖੀ ਜਿਹੜੇ ਆ, ਇਹ ਵੀ ਵਿਸ਼ਨੂੰ ਦੇ ਅਵਤਾਰ ਜਿਹੜੇ ਮੰਨਦੇ ਆ। ਅਤੇ ਇਹ ਵੀ ਕਿਹਾ ਜਾਂਦਾ ਹੈ ਕਿ ਸ਼੍ਰੀ ਰਾਮ ਚੰਦਰ ਤੇ ਕ੍ਰਿਸ਼ਨ ਭਗਵਾਨ ਕਲਕੀ ਭਗਵਾਨ ਦੇ ਰੂਪ ਵਿੱਚ ਇੱਕ ਵਾਰੀ ਹੋਰ ਅਵਤਾਰ ਧਾਰਨਗੇ। ਅਵਤਾਰਵਾਦ ਭਗਤੀ ਲਹਿਰ ਦਾ ਮੁੱਢਲਾ ਸਿਧਾਂਤ ਹੈ। ਦੂਜਾ ਸਿਧਾਂਤ ਭਗਤੀ ਲਹਿਰ ਦਾ ਇਹ ਹੈ ਕਿ ਮਨੁੱਖ ਦੇ ਕਲਿਆਣ ਕੇਵਲ ਜਿਤਨੇ ਵਿਸ਼ਨੂੰ 'ਤੇ ਅਵਤਾਰ ਧਾਰੇ ਹਨ, ਉਹਨਾਂ ਦੀ ਭਗਤੀ ਨਾਲ ਹੀ ਹੋ ਸਕਦਾ ਹੈ, ਜੋ
ਉਹਨਾਂ ਦਾ ਸਿਧਾਂਤ ਆ। ਸੋ ਇਹ ਦੋਵੇਂ ਸਿਧਾਂਤ ਮੰਨੋ ਤਾਂ ਤੁਸੀਂ, ਜੇ ਇਹਨਾਂ ਸਿਧਾਂਤਾਂ ਨੂੰ ਮੰਨਦੇ ਆ ਤਾਂ ਉਹਨੂੰ ਤੁਸੀਂ ਭਗਤ ਕਹਿ ਸਕਦੇ ਆ। ਜੇ ਭਗਤ ਦੇ ਅਰਥ ਖੁੱਲ੍ਹੇ ਲੈਣੇ ਹੋਣ, ਜਿਵੇਂ ਕਈ ਵਾਰ ਅਸੀਂ ਸਿੱਖ ਲੈਂਦੇ ਹਾਂ, ਜਿਹੜਾ ਵੀ ਕੋਈ ਚੀਜ਼ ਕਿਸੇ ਕੋਲੋਂ ਸਿੱਖੇ ਉਹਨੂੰ ਉਹਦਾ ਸਿੱਖ ਕਹਿ ਦਿੰਦੇ। ਜਿਵੇਂ ਮਾਸਟਰ ਕੋਲੋਂ ਪੜ੍ਹਨਾ ਹੋਵੇ ਉਹਦਾ ਸਿੱਖ, ਕਿਸੇ ਹੋਰ ਕੰਮ ਦੇ ਉਸਤਾਦ ਸਿੱਖਣ ਵਾਲਾ ਉਹਦਾ ਸਿੱਖ। ਇਹ ਸਿੱਖ ਦੇ ਅਰਥਾਂ ਦਾ ਸੂਚਕ ਨਹੀਂ ਹੈ, ਇਹਨਾਂ ਨੂੰ ਤੁਸੀਂ ਸਿੱਖ ਨਹੀਂ ਕਹਿ ਸਕਦੇ। ਉਹ ਕਹਿੰਦੇ ਇਹ ਸਿੱਖ ਦੇ ਜਿਹੜੇ ਗੁਰੂ ਨਾਨਕ ਸਾਹਿਬ ਨੇ ਜਿੱਥੇ ਸਿੱਖ ਲਫ਼ਜ਼ ਦੀ ਵਰਤੋਂ ਕੀਤੀ ਹੈ, ਉੱਥੇ ਇਹ ਨਹੀਂ ਢੁੱਕਦੇ ਵੀ ਤੁਸੀਂ ਕਹਿ ਦਿਓ ਫਲਾਣੇ ਦਾ ਸਿੱਖ ਹੈ, ਫਲਾਣੇ ਦਾ ਸਿੱਖ ਹੈ। ਇਸ ਕਰਕੇ ਇਹ ਸਿੱਖ ਦੇ ਅਰਥਾਂ ਦੇ ਸੂਚਕ ਨਹੀਂ ਹਨ। ਸਿੱਖ ਕੇਵਲ ਉਹ ਹੀ ਹੋ ਸਕਦਾ ਹੈ ਜੋ ਸਿੱਖ ਧਰਮ ਨੂੰ ਮੰਨਦਾ ਹੋਵੇ। ਸਿੱਖ ਕੇਵਲ ਉਹ ਹੀ ਹੋ ਸਕਦਾ ਹੈ ਜੋ ਸਿੱਖ ਧਰਮ ਨੂੰ ਮੰਨਦਾ ਹੋਵੇ ਅਤੇ ਕਿਸੇ ਹੋਰ ਧਰਮ ਦੀ ਆਕਾਂਖਿਆ ਨਾ ਰੱਖਦਾ ਹੋਵੇ। ਗੱਲ ਕਰਦੀ ਕਿ ਹਿੰਦੂ ਧਰਮ ਨਾਲ ਜਿਹੜਾ ਬੰਦਾ ਹਿੰਦੂ ਧਰਮ ਨੂੰ ਮੰਨਦਾ ਉਹ ਸਿੱਖ ਨਹੀਂ ਹੋ ਸਕਦਾ, ਉਹਨਾਂ ਨੇ ਸਪਸ਼ਟ ਕਰ ਦਿੱਤਾ। ਉਹ ਕਹਿੰਦੇ ਸਿੱਖ ਕੇਵਲ ਉਹੀ ਹੋ ਸਕਦਾ ਹੈ ਜੋ ਸਿੱਖ ਧਰਮ ਨੂੰ ਮੰਨਦਾ ਹੈ, ਹੋਰ ਕਿਸੇ ਧਰਮ ਦੀ ਆਕਾਂਖਿਆ ਨਾ ਰੱਖਦਾ ਹੋਵੇ, ਗੁਰੂ ਗ੍ਰੰਥ ਸਾਹਿਬ ਦੇ ਉਪਦੇਸ਼ ਮੁਤਾਬਕ ਆਪਣਾ ਜੀਵਨ ਬਤੀਤ ਕਰਦਾ ਹੋਵੇ। ਸਿੱਖ ਦੇ ਅਸਲੀ ਅਰਥ ਇਹ ਹਨ, ਪਰ ਜੇ ਡਿਕਸ਼ਨਰੀ ਦੇ ਅਰਥ ਲੈ ਜਾਣ ਤਾਂ ਉਹ ਹਰ ਚੀਜ਼ ਜਿਹੜੇ ਆ ਉਹ ਅਸੀਂ ਸਿਖਾਂਦਰੂ ਨੂੰ ਵੀ ਤੁਸੀਂ ਸਿੱਖ ਕਹਿ ਦਿੰਦੇ ਆ। ਇਉਂ ਤਾਂ ਉਹ ਕਹਿੰਦਾ ਵੀ ਜੇ ਇੱਦਾਂ ਮੰਨਣਾ ਹੋਵੇ, ਇਉਂ ਤਾਂ ਤੋਤਿਆਂ ਨੂੰ ਵੀ ਸਿੱਖ ਕਿਹਾ ਜਾ ਸਕਦਾ ਹੈ, ਕਿਉਂਕਿ ਉਹ ਵੀ ਸਿੱਖ ਲੈਂਦੇ ਆ, ਬੋਲਣਾ ਸਿੱਖ ਲੈਂਦੇ ਆ, ਪਰ ਇਹ ਗੱਲ ਇੱਥੇ ਢੁੱਕਦੀ ਨਹੀਂ ਹੈ। ਇੱਕ ਭਗਤੀ ਮਤ ਦਾ ਧਾਰਨੀ ਅਵਤਾਰਵਾਦ ਵਿੱਚ ਯਕੀਨ ਰੱਖਣ ਵਾਲੇ ਭਗਤੀ ਲਹਿਰ ਦੀ ਉਹ ਗੱਲ ਕਰਦੇ ਆ, ਜਿਨ੍ਹਾਂ 'ਚ ਰਾਮਾਨੁਜ, ਰਾਮਾਨੰਦ, ਕਬੀਰ, ਭਗਤ ਰਵਿਦਾਸ ਜੀ ਆਉਂਦੇ ਹਨ। ਅਤੇ ਦੂਜਾ ਜਨਮ ਸਾਖੀ ਵਿੱਚ ਦੱਸੀ ਗਈ ਅਕਾਲ ਪੁਰਖ ਕਾ ਨਿਜ ਭਗਤ ਹੈ। ਕਿ ਭਗਤ ਹੋ ਗਏ, ਅਤੇ ਇੱਕ ਉਹ ਕਹਿੰਦੇ ਜਿਹੜੀ ਜਨਮ ਸਾਖੀ ਜਿਹੜਾ ਅਕਾਲ ਪੁਰਖ ਦਾ ਭਗਤ ਹੈ। ਪਰ ਜਿਹੜੀ ਗੱਲ ਸਮਝਣ ਵਾਲੀ ਹੈ ਜਾਂ ਸਾਨੂੰ ਉਹ ਸਮਝਾ ਰਿਹਾ ਹੈ ਸਰਦਾਰ ਕਪੂਰ ਸਿੰਘ ਹੋਣੀ, ਗੁਰੂ ਨਾਨਕ ਜੀ ਅਵਤਾਰਵਾਦ ਨੂੰ ਨਹੀਂ ਮੰਨਦੇ। ਇਹ ਗੱਲ ਥੋੜ੍ਹੀ ਜਿਹੀ ਮੈਂ ਤਾਂ ਸਪਸ਼ਟ ਕਰਨ ਲੱਗਾ ਕਿ ਇਹ ਉਹਨਾਂ ਨੇ ਪਹਿਲਾਂ ਮਿਸਾਲਾਂ ਦਿੱਤੀਆਂ ਸਰਦਾਰ ਕਪੂਰ ਸਿੰਘ ਉਹਨਾਂ ਨੇ, ਅਤੇ ਗਾਂ ਸਿੱਧ ਕੀਤਾ ਕਿ ਗੁਰੂ ਨਾਨਕ ਸਾਹਿਬ ਜਿਹੜੇ ਆ ਉਹ ਨਾ ਭਗਤ ਆ ਅਤੇ ਨਾ ਉਹ ਅਵਤਾਰਵਾਦ ਦੇ ਸਿਧਾਂਤ ਨੂੰ ਮੰਨਦੇ ਆ। ਔਰ ਉਹਨਾਂ ਨੇ ਅੱਗੇ ਹਵਾਲਾ ਜਿਹੜਾ ਉਹ ਗੁਰੂ ਗ੍ਰੰਥ ਸਾਹਿਬ ਦੇ ਪੰਨਾ 509 ਤੋਂ ਦਿੱਤਾ। ਉਹ ਕਹਿੰਦੇ ਗੁਰੂ ਨਾਨਕ ਸਾਹਿਬ ਕਹਿੰਦੇ ਆ ਅਸੀਂ ਕਿਸੇ ਅਵਤਾਰਵਾਦ ਨੂੰ ਨਹੀਂ ਮੰਨਦੇ। ਉਹਨਾਂ ਦਾ ਕਥਨ ਹੈ ਗੁਰਬਾਣੀ ਵਿੱਚ, ਸਦਾ ਸਦਾ ਸੋ ਸੇਵੀਏ ਜੋ ਸਭ ਮੇ ਰਹੇ ਸਮਾਏ, ਅਵਰ ਦੂਜਾ ਕਿਉਂ ਸੇਵੀਏ ਜੰਮੇ ਤੇ ਮਰ ਜਾਏ। ਉਹ ਕਹਿੰਦੇ ਅਸੀਂ ਉਹਨੂੰ ਕਿਸੇ ਨੂੰ ਉਸ ਨੂੰ ਨਹੀਂ ਮੰਨਦੇ ਜਿਹੜਾ ਜੰਮ ਕੇ ਮਰ ਜਾਂਦਾ। ਹੁਣ ਆ ਬੜਾ ਰੌਲਾ ਪੈਂਦਾ, ਹੁਣ ਰਾਮ ਚੰਦਰ ਜਿਹੜੇ ਆ ਉਹ ਜੰਮੇ ਵੀ ਹੈ ਅਤੇ ਉਹ ਮਰੇ ਵੀ ਹੈ। ਇਹ ਸਿਰਫ ਕੁਛ ਇਤਿਹਾਸਿਕ ਹਵਾਲੇ ਗੁਰੂ ਸਾਹਿਬ 'ਚ ਆਪਣੇ ਗੁਰੂ ਗ੍ਰੰਥ ਸਾਹਿਬ 'ਚ ਆਉਂਦੇ ਆ। ਉਹਨਾਂ ਦਾ ਮਤਲਬ ਇਹ ਨਹੀਂ ਕਿ ਰਾਮ ਨੂੰ ਮੰਨਦੇ ਸੀ, ਉਹਨਾਂ ਨੇ ਗੱਲ ਸਮਝਾਉਣ ਲਈ ਇਹਨਾਂ ਪਾਤਰਾਂ ਨੂੰ ਵਰਤਿਆ। ਪਰ ਜਿੱਥੇ ਰਾਮ ਚੰਦਰ ਦੀ ਗੱਲ ਆਉਂਦੀ ਹੈ ਉੱਥੇ ਸਪਸ਼ਟ ਹੋ ਜਾਂਦਾ ਰੋਵੇ ਰਾਮ ਨਿਕਾਲਾ ਪਿਆ। ਉੱਥੇ ਰਾਮ ਜਿਹੜਾ ਰਾਮ ਚੰਦਰ ਦੇ ਅਰਥ ਆ ਗੁਰੂ ਗ੍ਰੰਥ ਸਾਹਿਬ 'ਚ ਇਹ ਨਹੀਂ ਬਣਦੇ ਕਿ ਉਹ ਰਾਮ ਆ। ਇਸ ਗੱਲ ਨੂੰ ਪੂਰੀ ਤਰ੍ਹਾਂ ਅੱਗੇ ਵੀ ਦੱਸ ਕਈ ਵਾਰੀ ਸਪਸ਼ਟ ਕਰ ਚੁੱਕਾ, ਪਰ ਅੱਜ ਸਿਰਫ ਅਸੀਂ ਗੁਰੂ ਨਾਨਕ ਦੀ ਪਦ ਪਦਵੀ ਨੂੰ ਜਿਹੜਾ ਸਰਦਾਰ ਕਪੂਰ ਸਿੰਘ ਉਹਨਾਂ ਦਾ ਵਿਸ਼ਲੇਸ਼ਣ ਕੀਤਾ ਉਹਦੀ ਗੱਲ ਕਰਾਂਗੇ। ਸੋ ਉਹ ਕਹਿੰਦੇ ਕਿ ਗੁਰੂ ਨਾਨਕ ਜੀ ਜਿਹੜੇ ਆ ਉਹ ਅਵਤਾਰਵਾਦ ਨੂੰ ਨਹੀਂ ਮੰਨਦੇ, ਜਾਂ ਸਿੱਖ ਧਰਮ ਅਵਤਾਰਵਾਦ ਨੂੰ ਨਹੀਂ ਮੰਨਦਾ। ਸੋ ਗੁਰੂ ਗ੍ਰੰਥ ਸਾਹਿਬ ਫਰਮਾਉਂਦੇ ਹਨ, ਸਦਾ ਸਦਾ ਸੋ ਸੇਵੀਏ ਜੋ ਸਭ ਮੇ ਰਹੇ ਸਮਾਏ, ਅਵਰ ਦੂਜਾ ਕਿਉਂ ਸੇਵੀਏ ਜੰਮੇ ਤੇ ਮਰ ਜਾਏ। ਜਿਨ੍ਹਾਂ ਨੇ ਅਵਤਾਰਵਾਦ ਬਾਰੇ ਇਹ ਸਾਨੂੰ ਵੀ ਗੁਰੂ ਗ੍ਰੰਥ ਸਾਹਿਬ 'ਚ ਸ਼ਬਦ ਮਿਲਦਾ ਹੈ, ਸੋ ਮੁਖ ਜਲੋ ਜਿੱਤ ਕਹਿ ਠਾਕਰ ਜੂਨੀ, ਉਹ ਭਗਤ ਕਹੇ ਜਾ ਸਕਦੇ ਹਨ। ਅਤੇ ਗਾਂ ਭਗਤ ਦੇ ਵੀ 9 ਰੂਪ ਆ। ਕਹਿੰਦੇ ਗੁਰੂ ਨਾਨਕ ਸਾਹਿਬ ਨੂੰ ਨਾ ਭਗਤ ਕਿਹਾ ਜਾ ਸਕਦਾ, ਨਾ ਉਹਨਾਂ ਨੂੰ ਕਿਸੇ ਦੇ ਅਵਤਾਰ ਕਿਹਾ ਜਾ ਸਕਦਾ। ਉਹਨਾਂ 'ਚੋਂ
ਜਿਹੜਾ ਮੂਲ ਆ ਪ੍ਰੇਮਾ ਭਗਤੀ ਜਿਹਨੂੰ ਕਹਿੰਦੇ ਆ, ਉਹ ਪ੍ਰੇਮਾ ਭਗਤੀ ਜਿਹੜੀ ਆ, ਜਿਹੜਾ ਸਿਧਾਂਤ ਆ, ਉਹ ਉਹਨਾਂ ਨੇ ਪਰਮਾਤਮਾ ਦੀ ਬਖਸ਼ਿਸ਼ ਨੂੰ ਮੰਨਿਆ। ਕਿੱਦਾਂ? ਜਿੱਤ ਦੁਆਰੇ ਉੱਭਰੇ ਤੇਤੇ ਲਿਓ ਉਬਾਰ। ਉਹਦੀ ਸ਼ਰਨ 'ਚ ਪਵੇ, ਉਹ ਜਿੱਦਾਂ ਰੱਖਣਾ ਚਾਹਵੇ ਉੱਦਾਂ ਰਹੇ, ਉਹ ਜਿਸ ਭਗਤ ਦਾ ਵਿਸ਼ਵਾਸ ਹੋਵੇ, ਇਹਨੂੰ ਪ੍ਰੇਮਾ ਭਗਤੀ ਕਹਿੰਦੇ ਆ। ਉਹ ਕਹਿੰਦੇ ਅੱਜ ਕੱਲ੍ਹ ਹਿੰਦੀ ਸਾਹਿਤ ਰਾਹੀਂ ਗੁਰੂ ਨਾਨਕ ਸਾਹਿਬ ਜੀ ਬਾਰੇ ਕਈ ਤਰ੍ਹਾਂ ਦੀਆਂ ਅਜੀਬੋ ਗਰੀਬ ਗੱਲਾਂ ਸਾਡੇ ਵਿਚਾਰਾਂ ਅਤੇ ਸ਼ਬਦਾਵਲੀ ਵਿੱਚ ਦਾਖਲ ਹੋ ਰਹੀਆਂ ਹਨ। ਕਈ ਕਿਤਾਬਾਂ ਅਤੇ ਲੇਖਾਂ ਦੇ ਹੈਡਿੰਗ ਹੀ ਇਸ ਭਾਨ ਦੇ ਹੁੰਦੇ ਹਨ, ਜਿਨ੍ਹਾਂ ਵਿੱਚ ਗੁਰੂ ਨਾਨਕ ਸਾਹਿਬ ਨੂੰ ਸੰਤ ਜਾਂ ਕਵੀ ਦਰਸਾਇਆ ਗਿਆ ਹੁੰਦਾ ਹੈ। ਅਜਿਹੇ ਕੱਚੀ ਬੁੱਧੀ ਅਤੇ ਗੁਰੂ ਨਾਨਕ ਦੀ ਪਦ ਪਦਵੀ ਨੂੰ ਨਾ ਸਮਝਣ ਵਾਲਿਆਂ ਨਾਲ ਕੌਣ ਮੱਥਾ ਮਾਰੇ ਕਿ ਗੁਰੂ ਨਾਨਕ ਸਾਹਿਬ ਨਾ ਸੰਤ ਆ, ਨਾ ਕਵੀ ਆ, ਨਾ ਭਗਤ ਆ। ਉਹ ਕਹਿੰਦੇ ਇਹਨਾਂ ਨਾਲ ਕੌਣ ਮੱਥਾ ਮਾਰੇ, ਪਰ ਉਹ ਆਪਣੀ ਗੱਲ ਜਿਹੜੀ ਉਹ ਅੱਗੇ ਚਾਲੂ ਰੱਖਦੇ ਆ। ਉਹ ਕਹਿੰਦੇ ਇਸੇ ਕਿਸਮ ਦੇ ਸੰਤ ਪਦ ਦੇ ਅਰਥ ਜਿਹੜੇ ਮਹਾਭਾਰਤ ਅਤੇ ਗੀਤਾ 'ਚ ਵੀ ਮਿਲਦੇ ਆ। ਇਹਨਾਂ ਅਰਥਾਂ ਵਿੱਚ ਗੁਰੂ ਨਾਨਕ ਸੰਤ ਨਹੀਂ ਹੈ। ਉਹ ਕਿਸੇ ਅਰਥਾਂ ਦੇ ਨਾਲ ਵੀ ਸੰਤ ਨਹੀਂ ਬਣਦੇ, ਕਿਉਂਕਿ ਉਹਨਾਂ ਸਾਹਮਣੇ ਕੋਈ ਐਸਾ ਵਿਅਕਤੀ ਨਹੀਂ ਸੀ ਜਿਸ ਦੇ ਧਰਮ ਦੇ ਉਹ ਪੈਰੋਕਾਰ ਜਾਂ ਗੁਣਾਂ ਦੇ ਧਾਰਨੀ ਬਣ ਕੇ ਉਹਦਾ ਪ੍ਰਚਾਰ ਕਰਦੇ ਜਾਂ ਉਹਦੇ ਮੁਤਾਬਕ ਜੀਵਨ ਢਾਲਦੇ। ਗੁਰੂ ਨਾਨਕ ਸਾਹਿਬ ਦਾ ਅਟੱਲ ਵਿਸ਼ਵਾਸ ਹੈ, ਅਪਰੰਪਰ ਪਾਰ ਬ੍ਰਹਮ ਪਰਮੇਸ਼ਰ ਨਾਨਕ ਗੁਰ ਮਿਲਿਆ ਸੋਈ ਜੀਓ, ਸੋਟ ਮਹੱਲਾ ਪਹਿਲਾ 599। ਅੱਗੇ ਉਹ ਕਹਿੰਦੇ ਆ ਬੀਜੋ ਸੂਝੇ ਕੋ ਨਹੀਂ ਬਹਿਦ ਲੀਚਾ ਪਾਏ। ਗੁਰੂ ਨਾਨਕ ਸਾਹਿਬ ਕਹਿੰਦੇ ਮੈਨੂੰ ਅਜਿਹਾ ਕੋਈ ਪਰਮੇਸ਼ਰ ਦੀ ਈਸ਼ਵਰੀ ਪਰਮਾਤਮਾ ਦੀ ਸੱਤਾ ਤੋਂ ਬਿਨਾਂ ਕੋਈ ਇੱਦਾਂ ਦਾ ਨਹੀਂ ਦਿਸ ਰਿਹਾ ਜਿਹੜਾ ਦਿਸ਼ਾਲਾ ਪਾ ਕੇ ਬੈਠਾ ਹੋਵੇ ਅਤੇ ਜਿਹਦੇ ਉਪਦੇਸ਼ ਜਿਹੜੇ ਮੇਰੇ ਗ੍ਰਹਿਣ ਕਰਨ ਯੋਗ ਹੋਣ। ਮੈਂ ਐਸੇ ਕਿਸੇ ਨੂੰ ਨਹੀਂ ਮੰਨਦਾ ਅਤੇ ਨਾ ਮੈਨੂੰ ਕੋਈ ਦੀਦਾ। ਇਹ ਦਾਸ ਕਲੀਅਰ ਕਰ ਰਿਹਾ ਕਿ ਇਹਨਾਂ ਦਿਨਾਂ 'ਚ ਗੁਰੂ ਨਾਨਕ ਸਾਹਿਬ ਦੀ ਪਦ ਪਦਵੀ ਨੂੰ ਸਪਸ਼ਟ ਕਰਨਾ ਜਿਹੜਾ ਉਹ ਬਹੁਤ ਜ਼ਰੂਰੀ ਹੈ। ਉਹ ਅੱਗੇ ਕਹਿੰਦੇ ਆ ਕਿ ਗੁਰੂ ਨਾਨਕ ਦੇਵ ਜੀ ਦੀ ਸੰਗਿਆ ਜਿਹੜੀ ਹੈ ਉਹ ਗੁਰੂ ਚੱਲੀ ਆਉਂਦੀ ਹੈ। ਉਹ ਨਾ ਭਗਤ ਆ, ਨਾ ਕਵੀ ਆ, ਨਾ ਅਵਤਾਰਵਾਦ 'ਚ ਆਉਂਦੇ ਆ, ਨਾ ਉਹ ਸੰਤ ਆ। ਉਹਨਾਂ ਦੇ ਨਾਲ ਸ਼ਬਦ ਜੁੜਦਾ ਗੁਰੂ। ਉਹ ਕਹਿੰਦੇ ਗੁਰੂ ਨਾਨਕ ਦੇਵ ਜੀ ਦੀ ਸੰਗਿਆ ਗੁਰੂ ਚਲੀ ਆਉਂਦੀ ਹੈ। ਗੁਰੂ 'ਚ ਕੀ ਚੀਜ਼ ਹੈ, ਗੁਰੂ ਦੇ ਕੀ ਅਰਥ ਹਨ, ਇਸ ਦੇ ਅਰਥ ਅਨੇਕਾਂ ਰੂਪਾਂ ਵਿੱਚ ਲੈ ਜਾਂਦੇ ਹਨ। ਭਾਵ ਟੋਕਰੀਆਂ ਬਣਾਉਣ ਵਾਲੇ ਤੋਂ ਲੈ ਕੇ ਵਿੱਦਿਆ ਪੜ੍ਹਾਉਣ ਵਾਲੇ ਤੱਕ ਸਾਰਿਆਂ ਨੂੰ ਕਹਿੰਦੇ ਕਿ ਮੇਰਾ ਗੁਰੂ ਆ, ਜਿਹਦੇ ਕੋਲੋਂ ਤੁਸੀਂ ਕੋਈ ਕੰਮ ਸਿੱਖਿਆ ਵੀ ਇਹ ਮੇਰਾ ਗੁਰੂ ਆ। ਪਰ ਗੁਰੂ ਨਾਨਕ ਜੀ ਅਜਿਹੇ ਕੰਮਾਂ ਦੇ ਗੁਰੂ ਨਹੀਂ ਸੀ। ਇਹ ਆਮ ਹੀ ਹਿੰਦੂ ਮਤ ਅਤੇ ਦੇਹਧਾਰੀ ਗੁਰੂ ਨੂੰ ਉੱਦਾਂ ਹੀ ਮੰਨਦੇ ਆ ਅਤੇ ਆਮ ਇਹ ਕਿਹਾ ਜਾਂਦਾ ਜਿੱਦਾਂ ਕਿਸੇ ਨੇ ਕਿਸੇ ਕੋਲ ਪਹਿਲਵਾਨੀ ਸਿੱਖਣੀ ਹੋਵੇ ਤਾਂ ਕਹਿੰਦੇ ਜੀ ਇਹ ਮੇਰਾ ਗੁਰੂ ਆ। ਕਿਸੇ ਨੇ ਕਿਸੇ ਕੋਲੋਂ ਕੋਈ ਗੀਤ ਸੰਗੀਤ ਦੀ ਵਿੱਦਿਆ ਲੈਣੀ ਹੋਵੇ ਅਤੇ ਆਪਾਂ ਕਹਿ ਦਿੰਦੇ ਹਾਂ ਜੀ ਇਹਦਾ ਗੁਰੂ ਆ। ਪਰ ਗੁਰੂ ਨਾਨਕ ਸਾਹਿਬ ਸਰਦਾਰ ਕਪੂਰ ਸਿੰਘ ਜੀ ਹੁਣ ਕਹਿੰਦੇ ਗੁਰੂ ਨਾਨਕ ਸਾਹਿਬ ਅਜਿਹੇ ਗੁਰੂ ਨਹੀਂ ਸੀ। ਉਹ ਕੀ ਸੀ ਉਹ ਅੱਗੇ ਜਾ ਕੇ ਦੱਸਦੇ ਆ। ਉਹ ਕਹਿੰਦੇ ਜੇ ਅਸੀਂ ਗੁਰੂ ਪਦ ਦੀਆਂ ਪ੍ਰਾਚੀਨ ਜੜ੍ਹਾਂ ਵੱਲ ਜਾਈਏ, ਖੋਜੀਏ ਗੁਰੂ ਪਦ ਦੇ ਅਧਿਆਤਮਿਕ ਅਤੇ ਉੱਤਮ ਅਰਥ ਕੀ ਹਨ, ਜਿਸ ਪਦ ਲਈ ਗੁਰੂ ਜੀ ਨੇ ਖੁਦ ਕਲੇਮ ਕੀਤਾ ਹੈ, ਜਿਹੜਾ ਆਪਾਂ ਪਿੱਛੇ ਪੜ੍ਹਿਆ ਹਾਂ ਪਰੰਪਰ ਪਾਰ ਬ੍ਰਹਮ ਸੋਈ, ਉਸ ਨੂੰ ਸਮਝੇ ਬਿਨਾਂ ਅਸੀਂ ਉਹਨਾਂ ਦਾ ਮਰਤਬਾ ਨਹੀਂ ਸਮਝ ਸਕਦੇ। ਜਿਵੇਂ ਕਿਸੇ ਅਦਾਲਤ ਵਿੱਚ ਕੋਈ ਮੁਕੱਦਮਾ ਜਾਵੇ, ਕੋਈ ਗੱਲ ਠੀਕ ਤਰੀਕੇ ਨਾਲ ਸਮਝਣੀ ਹੋਵੇ ਅਤੇ ਉਸ ਦਾ ਪਿਛੋਕੜ ਜਾਣਨਾ ਜ਼ਰੂਰੀ ਹੁੰਦਾ ਹੈ। ਭਾਗਵਤ ਗੀਤਾ ਫਲਸਫੇ ਦਾ ਮਹਾਨ ਗ੍ਰੰਥ ਹੈ। ਅਸੀਂ ਇਸ ਮੰਨੇ ਪ੍ਰਮੰਨੇ ਗ੍ਰੰਥ ਵਿੱਚ ਗੁਰੂ ਪਦ ਦੇ ਅਰਥ ਲੱਭੀਏ। ਉਹ ਕਹਿੰਦੇ ਕਿ ਗੀਤਾ 'ਚ ਗੁਰੂ ਪਦ ਦੇ ਅਰਥ ਕੀ ਬਣਦੇ ਆ। ਇਹ ਧਿਆਨ ਦੇਣ ਵਾਲੀ ਗੱਲ ਆ। ਗੀਤਾ ਦੇ ਪਹਿਲੇ ਅਧਿਆਏ ਵਿੱਚ ਇੱਕ ਸ਼ਲੋਕ ਹੈ, ਗੁਰੂਰ ਬ੍ਰਹਮਾ ਗੁਰੂਰ ਵਿਸ਼ਨੂੰ ਗੁਰੂਰ ਦੇਵ ਮਹੇਸ਼ਵਰ ਗੁਰਦੇਵ ਪਾਰ ਬ੍ਰਹਮ ਤਪ ਮੈਂ ਸ੍ਰੀ ਗੁਰੂ ਵੇ ਨਾਮ। ਉਹ ਕਹਿੰਦਾ ਇੱਥੇ ਇੱਕ ਗੱਲ ਸਪਸ਼ਟ ਆਉਂਦੀ ਹੈ, ਇਹਦੇ ਅਰਥ ਜੋ ਬਣਦੇ ਹੈ
ਕਿ ਤਿੰਨਾਂ ਦੇਵਤਿਆਂ ਤੋਂ ਉੱਤੇ ਪਾਰ ਬ੍ਰਹਮ। ਇਹਨਾਂ ਦੇ ਜਿਹੜੇ 3 ਦੇਵਤੇ ਆ, ਬ੍ਰਹਮਾ, ਵਿਸ਼ਨੂੰ ਤੇ ਸ਼ਿਵ। ਔਰ ਉਹ ਕਹਿੰਦੇ ਗੀਤਾ 'ਚ ਵੀ, ਇਹ ਗੀਤਾ ਖੁਦ ਮੰਨਦੀ ਹੈ ਕਿ ਜਿਹੜਾ ਪਾਰ ਬ੍ਰਹਮ ਹੈ ਉਹ ਤਿੰਨਾਂ ਦੇਵਤਿਆਂ ਤੋਂ ਉੱਤੇ ਹੈ। ਮੈਂ ਫਿਰ ਰਿਪੀਟ ਕਰਾਂ, ਸਰਦਾਰ ਕਪੂਰ ਸਿੰਘ ਜੀ ਹੋਣੀ ਗੀਤਾ ਦਾ ਹਵਾਲਾ ਦੇ ਕੇ ਕਹਿੰਦੇ ਆ ਕਿ ਗੀਤਾ ਦਾ ਫਲਸਫਾ ਵੀ ਮੰਨਦਾ ਹੈ ਕਿ ਤਿੰਨਾਂ ਦੇਵਤਿਆਂ ਤੋਂ ਉੱਤੇ ਪਾਰ ਬ੍ਰਹਮ ਆ। ਸਪਸ਼ਟ ਕਰਨ ਲਈ ਸਪਸ਼ਟ ਹੈ ਕਿ ਤਿੰਨਾਂ ਦੇਵਤਿਆਂ ਤੋਂ ਉੱਤੇ ਪਾਰ ਬ੍ਰਹਮ ਹੈ ਤੇ ਉਸ ਦਾ ਸਾਖਸ਼ਾਤ ਰੂਪ ਗੁਰੂ ਹੈ, ਗੁਰੂ ਨਾਨਕ। ਮਨੁੱਖ ਜਾਤੀ ਦਾ ਧਰਮ ਬਣਦਾ ਹੈ ਕਿ ਉਹ ਗੁਰੂ ਦਾ ਸਤਿਕਾਰ ਕਰੇ ਅਤੇ ਗੁਰੂ ਦੀ ਪਦ ਵੀ ਸਮਝੇ, ਜਿਸ ਦਾ ਕਲੇਮ ਗੁਰੂ ਨਾਨਕ ਸਾਹਿਬ ਜੀ ਨੇ ਆਪ ਕੀਤਾ ਹੈ। ਗੁਰੂ ਨਾਨਕ ਜੀ ਨੇ ਗੁਰੂ ਹੋਣ ਦਾ ਦਾਅਵਾ ਆਪਣੇ 5 ਭੌਤਿਕ ਸਰੀਰ ਬਾਰੇ ਨਹੀਂ ਕੀਤਾ। ਸਰਦਾਰ ਕਪੂਰ ਸਿੰਘ ਜੀ ਹੁਣੇ ਸਪਸ਼ਟ ਕਰਦੇ ਆ ਕਿ ਗੁਰੂ ਨਾਨਕ ਸਾਹਿਬ ਨੇ ਆਪਣੇ 5 ਭੌਤਿਕ ਸਰੀਰ ਨੂੰ ਗੁਰੂ ਨਹੀਂ ਕਿਹਾ। ਉਹ ਕਹਿੰਦੇ ਜਿਸ ਦਾ ਕਲੇਮ ਗੁਰੂ ਨਾਨਕ ਸਾਹਿਬ ਜੀ ਨੇ ਕੀਤਾ ਹੈ, ਗੁਰੂ ਨਾਨਕ ਸਾਹਿਬ ਨੇ ਗੁਰੂ ਹੋਣ ਦਾ ਦਾਅਵਾ ਆਪਣੇ 5 ਭੌਤਿਕ ਸਰੀਰ ਬਾਰੇ ਨਹੀਂ ਕੀਤਾ। ਆਪਣੇ ਸਰੀਰ ਬਾਰੇ ਤਾਂ ਉਹਨਾਂ ਜਿਨ੍ਹਾਂ ਲਫ਼ਜ਼ਾਂ ਵਿੱਚ ਨਿਮਰਤਾ ਦਿਖਾਈ ਹੈ, ਨੀਚਾਂ ਅੰਦਰ ਨੀਚ ਜਾਤ ਨੀਚੀ ਹੂੰ ਅਤ ਨੀਚ, ਜਿੱਥੋਂ ਦੀ ਉਹਨਾਂ ਆਪਣੇ ਸਰੀਰ ਨੂੰ ਸੰਬੋਧਨ ਕੀਤਾ, ਉਹਨਾਂ ਨੇ ਆਪਣੇ ਆਪ ਨੂੰ ਮੋਹਰੇ ਲਿਆਂਦਾ ਦੂਜੇ ਨੂੰ ਗੱਲ ਸਮਝਾਉਣ ਲਈ। ਉਹਨਾਂ ਨੇ ਸਰੀਰ ਦਾ ਹਵਾਲਾ ਦੇ ਕੇ ਦੂਜੇ ਨੂੰ ਸਮਝਾਉਣ ਲਈ ਸਰੀਰ ਬਾਰੇ ਤੋਂ ਉਹਨਾਂ ਇਹ ਵੀ ਲਿਖਤਾ ਮੂਰਖ ਮੁਗਧਾ ਜਨਮ ਪਾਇਆ। ਪਰ ਉਹ ਗੁਰੂ ਨਾਨਕ ਜਿਹੜੇ ਆ ਉਹ ਨਾ ਸਰੀਰ ਨੂੰ ਗੁਰੂ ਮੰਨਦੇ ਤੇ ਨਾ ਸਰੀਰ ਗੁਰੂ ਹੈ। ਉਹਨਾਂ ਦਾ ਗੁਰੂ ਕੌਣ ਹੈ? ਉਹ ਕਹਿੰਦੇ ਪਰ ਇਸ ਦੇ ਨਾਲ ਹੀ ਜਿਹੜੀ ਉਹਨਾਂ ਦੀ ਪਰਮਾਤਮਾ ਨਾਲ ਅਭੇਦਤਾ ਹੈ, ਇਹ ਆਪਾਂ ਸਲੋਕ ਅੱਗੇ ਪੜ੍ਹਿਆ ਪਰ ਇੱਥੇ ਲੱਗਦੀ ਗੱਲ ਕਰਕੇ ਦੁਬਾਰਾ ਪੜ੍ਹਨਾ ਪਊ। ਉਹ ਕਹਿੰਦੇ ਪਰ ਇਸ ਦੇ ਨਾਲ ਹੀ ਜਿਹੜੀ ਉਹਨਾਂ ਦੀ ਆਤਮਾ ਦੀ ਪਰਮਾਤਮਾ ਨਾਲ ਅਭੇਦਤਾ ਹੈ, ਅਪਰੰਪਰ ਪਾਰ ਬ੍ਰਹਮ ਪਰਮੇਸ਼ਰ ਨਾਨਕ ਗੁਰ ਮਿਲਿਆ ਸੋਈ ਜੀਓ, ਸੋਠ ਮਹੱਲਾ ਪਹਿਲਾ 599। ਇਹ ਗੁਰੂ ਤੇ ਪਾਰ ਬ੍ਰਹਮ ਨਾਲ ਅਭੇਦ ਹੋਣ ਦਾ ਦਾਅਵਾ ਅੱਜ ਤੱਕ ਕਿਸੇ ਨੇ ਨਹੀਂ ਕੀਤਾ। ਉਹ ਕਹਿੰਦੇ ਜਿੰਨੇ ਪੀਰ ਪੈਗੰਬਰ ਆਏ ਆ, ਕਿਸੇ ਨੇ ਗੁਰੂ ਨਾਨਕ ਵਾਲਾ ਦਾਅਵਾ ਨਹੀਂ ਕੀਤਾ ਕਿ ਸਾਡੀ ਆਤਮਾ ਪਰਮਾਤਮਾ ਦੇ ਨਾਲ ਅਭੇਦ ਹੈ। ਉਹ ਕਹਿੰਦੇ ਆ ਕਿ ਗੁਰੂ ਨਾਨਕ ਜੀ ਤੋਂ ਲੈ ਕੇ 10 ਗੁਰੂ ਜਿੰਨੇ ਹੋਏ ਆ, ਉਹਨਾਂ ਨੇ ਵੀ ਇਸ ਪਦਵੀ ਦਾ ਦਾਅਵਾ ਕੀਤਾ ਜਦੋਂ ਗੁਰੂ ਹੋ ਗਏ, ਕਿਉਂਕਿ ਜੋਤ ਗੁਰੂ ਨਾਨਕ ਦੀ ਹੈ। ਉਹਨਾਂ ਨੇ ਵੀ ਬਰਾਬਰ ਦਾਅਵਾ 10 ਹੀ ਗੁਰੂਆਂ ਨੇ ਇਹ ਕੀਤਾ ਕਿ ਸਾਡੀ ਆਤਮਾ ਗੁਰੂ ਨਾਨਕ ਨਾਲ ਭੇਦ ਆ, ਗੁਰੂ ਨਾਨਕ ਦੀ ਆਤਮਾ ਪਰਮਾਤਮਾ ਨਾਲ ਭੇਦ ਆ। ਗੁਰੂ ਨਾਨਕ ਜੀ ਤੋਂ ਲੈ ਕੇ 10 ਗੁਰੂ ਜੋ ਹੋਏ, ਉਹਨਾਂ ਨੇ ਇਸ ਪਦਵੀ ਦਾ ਦਾਅਵਾ ਕੀਤਾ ਹੈ ਤੇ ਗੁਰੂ ਨਾਨਕ ਜੀ ਬਾਰੇ ਇਹੋ ਦ੍ਰਿੜ ਕਰਵਾਇਆ ਗਿਆ ਹੈ ਜਿਸ ਦਾ ਭਰਪੂਰ ਸਮਰਥਨ ਗੁਰਬਾਣੀ ਵਿੱਚ ਮੌਜੂਦ ਹੈ। ਉਹ ਆਪਣੇ ਭਾਸ਼ਣ ਦੇ ਐਂਡ 'ਤੇ ਕਹਿੰਦੇ ਆ, ਮੇਰਾ ਖਿਆਲ ਹੈ ਕਿ ਹੁਣ ਤੁਸੀਂ ਗੁਰੂ ਨਾਨਕ ਦੀ ਪਦਵੀ ਬਾਰੇ ਸੰਗਿਆਂ ਨੂੰ ਮਨਾਂ 'ਚ ਰੱਖ ਕੇ ਸੋਚੋਗੇ ਜਿਸ ਗੁਰੂ ਨਾਨਕ ਦਾ 500 ਸਾਲਾ ਮਨਾਇਆ ਜਾ ਰਿਹਾ ਹੈ, ਉਹਨਾਂ ਦਾ ਸਥਾਨ ਸਾਡੇ ਮਨਾਂ ਵਿੱਚ ਕਿਹੋ ਜਿਹਾ ਹੋਣਾ ਚਾਹੀਦਾ ਹੈ। ਗੁਰੂ ਨਾਨਕ ਜੀ ਗੁਰੂ ਸਨ, ਪਰਮਾਤਮਾ ਦੀ ਆਤਮਾ ਨਾਲ ਅਭੇਦ ਸਨ। ਜੇ ਉਹਨਾਂ ਨੂੰ ਸੰਤ ਭਗਤ ਕਵੀ ਸ਼ਾਇਰ ਵਲੀ ਅੱਲਾ ਪੀਰ ਪੈਗੰਬਰ ਸਮਝ ਕੇ ਜਾਣਨ ਦੀ ਕੋਸ਼ਿਸ਼ ਕਰਾਂਗੇ ਤੇ ਹੱਥ ਪੱਲੇ ਕੁਝ ਨਹੀਂ ਆਉਣਾ। ਸਰਦਾਰ ਕਪੂਰ ਸਿੰਘ ਜੀ ਉਹ ਕਹਿੰਦੇ ਜੇ ਅਸੀਂ ਗੁਰੂ ਨਾਨਕ ਨੂੰ ਸੰਤ ਭਗਤ ਕਵੀ ਸ਼ਾਇਰ ਈਵਨ ਵਲੀ ਅੱਲਾ ਪੀਰ ਪੈਗੰਬਰ, ਉਹ ਕਹਿੰਦੇ ਉਹਨਾਂ ਦੀ ਰੁਤਬਾ ਜਿਹੜਾ ਉਹ ਪੈਗੰਬਰ ਤੋਂ ਵੀ ਉੱਤੇ ਹੈ। ਪੈਗੰਬਰ ਪਰਮਾਤਮਾ ਨੇ ਭੇਜਿਆ, ਇੱਥੇ ਗੁਰੂ ਸਾਹਿਬ ਦੀ ਆਤਮਾ ਪਰਮਾਤਮਾ ਖੁਦ ਭੇਜਦਾ। ਉਹ ਕਹਿੰਦੇ ਗੁਰੂ ਨਾਨਕ ਸਾਹਿਬ ਦੀ ਪਦਵੀ ਪੈਗੰਬਰ ਤੋਂ ਵੀ ਉੱਤੇ ਆ। ਇਸ ਕਰਕੇ ਹੱਥ ਪੱਲੇ ਕੁਝ ਨਹੀਂ ਆਉਣਾ, ਕਿਉਂਕਿ ਗੁਰੂ ਨਾਨਕ ਸਾਹਿਬ ਦੇ ਇਲਹਾਮ ਦਾ ਅਨੁਭਵ ਦੇਵੀ ਸ਼ਕਤੀ ਦਾ ਪ੍ਰਤੀਕ ਹੈ ਤੇ ਉਹਨਾਂ ਦੀ ਜਿਹੜੀ ਸਰੂਪ ਆ ਉਹ ਪਰਮਾਤਮਾ ਦਾ ਆਪਣਾ ਸਰੂਪ ਆ। ਇਹਨੂੰ ਉਹਨਾਂ ਨੇ ਬੜੇ ਸਪਸ਼ਟ ਲਫ਼ਜ਼ਾਂ ਵਿੱਚ
ਗੁਰੂ ਨਾਨਕ ਦੀ ਪਦਵੀ ਨੂੰ ਕਲੀਅਰ ਕੀਤਾ ਕਿ ਜਿਹੜੇ ਗੁਰੂ ਨਾਨਕ ਸਾਹਿਬ ਆ ਉਹ ਗੁਰੂ ਜਿਹੜੇ ਆ ਭਾਈ ਅਕਾਲ ਪੁਰਖ ਦੇ ਨਾਲ ਉਹਨਾਂ ਦੀ ਆਤਮਾ ਭੇਦ ਹੈ, ਉਹਨਾਂ ਦੀ ਆਤਮਾ ਨੇ ਸਫ਼ਰ ਦਸਾਂ ਜਾਮਿਆਂ 'ਚ ਕੀਤਾ। ਇਸ ਕਰਕੇ ਗੱਲ ਨੂੰ ਸਪਸ਼ਟ ਸਰਦਾਰ ਕਪੂਰ ਸਿੰਘ ਹੋਣੀ ਕਰਦੇ ਆ। ਔਰ ਉਹਨਾਂ ਦੀ ਜਿਹੜੀ ਕਿਤਾਬ ਹੈ ਰਾਜ ਕਰੇਗਾ ਖਾਲਸਾ ਤੇ ਹੋਰ ਨਿਬੰਧ, ਇਹ ਸਾਰਾ ਆਰਟੀਕਲ 10 ਸਵੇ ਦਾ ਤੁਸੀਂ ਉਹਦੇ 'ਚ ਪੜ੍ਹ ਸਕਦੇ ਆ। ਅੱਗੇ ਇੱਕ ਉਹਨਾਂ ਨੇ ਗੱਲ ਛੋਟੀ ਜਿਹੀ ਹੋਰ ਕਹੀ ਹੈ ਜਿਹੜੀ ਆਪਾਂ ਰੋਜ਼ ਕਹਿੰਦੇ ਆ ਕਿ ਚੜ੍ਹਿਆ ਸੋਧਣ ਧਰਤ ਲਕਾਈ। ਉਹ ਕਹਿੰਦੇ ਉਹਦੇ 'ਚ ਉਹਨਾਂ ਨੇ ਉਪਦੇਸ਼ ਕੀ ਦਿੱਤਾ। ਇਹ ਅਸੀਂ ਇਹਨਾਂ ਨੂੰ ਉਦਾਸੀਆਂ ਦਾ ਨਾਂ ਦੇ ਲਿਆ, ਪਰ ਜਦੋਂ ਸਿੱਧਾ ਨੇ ਪੁੱਛਿਆ ਵੀ ਤੁਸੀਂ ਇਹ ਜਿਹੜਾ ਭੇਖ ਹੈ ਉਦਾਸੀਆਂ ਵਾਲਾ ਕੀਤਾ, ਤਾਂ ਉਹਨਾਂ ਨੇ ਕਿਹਾ ਸੀ ਗੁਰਮੁਖ ਖੋਜਤ ਭੈ ਉਦਾਸੀ, ਮੈਂ ਗੁਰਮੁਖਾਂ ਦੀ ਸੰਗਤ ਬਣਾਉਣ ਲਈ ਇਹ ਭੇਖ ਧਾਰਿਆ। ਅਤੇ ਜਦੋਂ ਮੁੜ ਕੇ ਕਰਤਾਰਪੁਰ ਸਾਹਿਬ ਆ ਕੇ ਖੇਤੀ ਕਰਨੀ ਸ਼ੁਰੂ ਕੀਤੀ ਤਾਂ ਉੱਥੇ ਹੋ ਗਿਆ ਭੇਖ ਉਦਾਸੀ ਸਗਲ ਤਾਰਾ ਮੰਜੀ ਬੈਠ ਕੀਆ ਅਵਤਾਰਾ, ਕਿ ਮੈਂ ਗੁਰਮੁਖਾਂ ਦੀ ਸੰਗਤ ਖੋਜਣ ਲਈ ਘਰੋਂ ਤੁਰਿਆ। ਅਸੀਂ ਉਹਨਾਂ ਨੂੰ ਉਦਾਸੀਆਂ ਦਾ ਨਾਮ ਦੇ ਦਿੱਤਾ, ਪਰ ਗੁਰੂ ਸਾਹਿਬ ਨੇ ਗੁਰਮੁਖਾਂ ਦੀਆਂ ਸੰਗਤਾਂ ਬਣਾਈਆਂ। ਔਰ ਆਪਣੇ ਆਤਮਿਕ ਬਲ ਨਾਲ ਜਿਹੜੀ ਉਹ ਅੱਗੇ ਗੱਲ ਕਰਦੇ ਆ, ਉਹ ਕਹਿੰਦੇ ਗੁਰੂ ਸਾਹਿਬ ਨੇ 3 ਕੰਮ ਜਿਹੜੇ ਸਪਸ਼ਟ ਕੀਤੇ ਕਿ ਜਾਤ ਪਾਤ ਰਹਿਤ ਸਮਾਜ ਦੀ ਸਿਰਜਣਾ ਕੀਤੀ, ਕਿ ਇੱਥੇ ਕੋਈ ਉੱਚਾ ਨੀਵਾਂ ਨਹੀਂ ਹੈ। ਸਾਨੂੰ ਬਾਹਰ ਦੇ ਲੋਕਾਂ ਨਾਲ ਮੋਢਾ ਜਾ ਕੇ ਤੁਰਨ ਦੀ ਪ੍ਰੇਰਨਾ ਦਿੱਤੀ ਕਿ ਸਾਰਿਆਂ ਨਾਲ ਰਲ ਕੇ ਚੱਲਣਾ। ਰਾਜਸੀ ਸ਼ਕਤੀ ਲਈ ਸਭ ਲਈ ਇੱਕ ਸਮਾਨ ਵਿਚਾਰਾਂ ਦੇ ਬੀਜ ਬੀਜੇ। ਉਹ ਕਹਿੰਦੇ ਰਾਜਸੀ ਸ਼ਕਤੀ ਵੀ ਕਿਸੇ ਦੀ ਖਰੀਦੀ ਨਹੀਂ ਹੁੰਦੀ ਹੈ। ਰਾਜਸੀ ਸ਼ਕਤੀ ਉਹੀ ਰਹੂ ਜਿਹੜੀ ਪ੍ਰਮਾਤਮਾ ਦੇ ਹੁਕਮ ਅਨੁਸਾਰ ਰਾਜ ਕਰੂ ਜਾਂ ਰਾਜਨੀਤੀ ਵਰਤੂ। ਅਗਲੀ ਗੱਲ ਜਿਹੜੀ ਕਹਿੰਦੇ ਗੁਰੂ ਸਾਹਿਬ ਨੇ ਆਪਣੇ ਗੁਰਮੁਖਾਂ ਦੀ ਸੰਗਤ ਲੱਭਣ ਲਈ ਜਿਹੜੀਆਂ 3 ਗੱਲਾਂ ਹੋਰ ਕਹੀਆਂ, ਉਹ ਕਹਿੰਦੇ ਕਿ ਧਰਮ ਦਾ ਸੰਚਾਰ ਦਿਮਾਗ ਤੋਂ ਉਤਰ ਕੇ ਦਿਲ ਅਤੇ ਰੂਹ ਵਿੱਚ ਕਿੱਦਾਂ ਹੋਵੇ। ਗੁਰੂ ਨਾਨਕ ਇਹ ਨਹੀਂ ਵੀ ਉਹਨਾਂ ਨੇ ਕਰਮਕਾਂਡ ਬੰਦ ਕੀਤੇ ਜਾਂ ਉਹਨਾਂ ਨੇ ਸਾਰਿਆਂ ਨੂੰ ਜਿਹੜੇ ਕਾਜ਼ੀਆਂ ਨੂੰ ਮੁੱਲਾਂ ਨੂੰ ਸਮਝਾਇਆ, ਉਹਨਾਂ ਨੇ ਅਸਲ ਨੁਕਤਾ ਵੀ ਸਮਝਾਇਆ ਧਰਮ ਦਾ। ਕਿਉਂਕਿ ਜਿਹੜਾ ਬ੍ਰਾਹਮਣ ਦਾ ਸਿਧਾਂਤ ਆ ਉਹ ਦਿਮਾਗ ਤੱਕ ਸੀਮਤ ਆ, ਕਿ ਦਿਮਾਗ ਜੋ ਕਹਿੰਦਾ ਉਹ ਸਹੀ ਹੈ। ਜਾਂ ਸਾਡੇ ਜਿਹੜੇ ਮਿਥਿਹਾਸਕ ਦੇਵਤੇ ਆ ਉਹਨਾਂ ਨੇ ਜਿੰਨੀ ਗੱਲ ਕਹੀ ਉਹ ਸਹੀ ਹੈ, ਪਰ ਗੁਰੂ ਨਾਨਕ ਸਾਹਿਬ ਕਹਿੰਦੇ ਨਹੀਂ, ਧਰਮ ਉਹ ਆ ਜਿਹੜਾ ਦਿਮਾਗ ਤੋਂ ਥੱਲੇ ਉਤਰੇ। ਅੱਜ ਕੱਲ੍ਹ ਧਰਮ ਦੀ ਪਰਿਭਾਸ਼ਾ ਕਿਉਂ ਲੋਕ ਨਹੀਂ ਸਮਝ ਰਹੇ। ਯੂਨੀਵਰਸਿਟੀਆਂ 'ਚ PhDਆਂ ਹੋ ਰਹੀਆਂ, ਬੜੇ ਅਸੀਂ ਜੀ ਧਰਮ ਦਾ ਅਸੀਂ ਖੋਜ ਕੀਤੀ। ਗੁਰੂ ਨਾਨਕ ਸਾਹਿਬ ਕਹਿੰਦੇ ਜਿੰਨਾ ਮਰਜ਼ੀ ਪੜ੍ਹੀ ਜਾਓ, ਜਿੰਨਾ ਚਿਰ ਤੁਹਾਡੇ ਅੰਦਰ ਧਰਮ ਜਿਹੜਾ ਦਿਮਾਗ ਤੋਂ ਉਤਰ ਕੇ ਰੂਹ ਤੱਕ ਨਹੀਂ ਆਉਂਦਾ, ਉਹਨਾਂ ਚਿਰ ਤੁਹਾਨੂੰ ਧਰਮ ਦੀ ਸਮਝ ਹੀ ਨਹੀਂ ਪੈ ਸਕਦੀ, ਜਿਹੜੀ ਕਿ ਨਹੀਂ ਪੈ ਰਹੀ। ਗੁਰੂ ਨਾਨਕ ਬਾਰੇ ਇੰਨਾ ਕੁਝ ਖੋਜ ਕਰ ਲਈ ਜੀ, ਇੰਨੇ ਅਸੀਂ ਆਰਟੀਕਲ ਲਿਖ ਲਏ ਜੀ, ਇੰਨੀਆਂ ਕਿਤਾਬਾਂ ਲਿਖ ਲਈਆਂ ਜੀ, ਪਰ ਗੁਰੂ ਨਾਨਕ ਦੇ ਸਿਧਾਂਤ ਨੂੰ ਕਦੇ ਠੰਡੇ ਦਿਮਾਗ ਨਾਲ ਬਹਿ ਕੇ ਸਮਝਿਆ। ਗੁਰੂ ਨਾਨਕ ਸਾਹਿਬ ਕਹਿੰਦੇ ਆ ਕਿ ਧਰਮ ਦਾ ਸੰਚਾਰ ਜਿਹੜਾ ਦਿਮਾਗ ਤੋਂ ਉਤਰ ਕੇ ਦਿਲ ਅਤੇ ਰੂਹ 'ਚ ਕਿਵੇਂ ਹੋਵੇ, ਅਤੇ ਇਹ ਧਰਮ ਜਿਹੜਾ ਇਹ ਸਮਾਜ ਦੇ ਅਥਾਨ ਦਾ ਸੰਚਾਲਕ ਕਿੱਦਾਂ ਬਣੇ। ਇਹ ਧਰਮ ਬਣੂ ਜਿਹੜਾ ਤੁਹਾਡੀ ਰੂਹ ਤੱਕ ਆ ਗਿਆ। ਅਗਲਾ ਕਿ ਰਾਜ ਅਤੇ ਧਰਮ ਦੇ ਸੰਬੰਧ ਕਿੱਦਾਂ ਦੇ ਹੋਣੇ ਚਾਹੀਦੇ, ਜਿਹਨੂੰ ਅਸੀਂ ਧਰਮ ਅਤੇ ਰਾਜਨੀਤੀ ਕਹਿੰਦੇ ਹਾਂ। ਪਰ ਪਹਿਲਾਂ ਧਰਮ ਦੀ ਪਰਿਭਾਸ਼ਾ ਗੁਰੂ ਨਾਨਕ ਵਾਲੀ ਸਮਝੇ ਅਤੇ ਫਿਰ ਗਾਂਹ ਗੱਲ ਰਾਜਨੀਤੀ ਦੀ ਸਮਝ ਪਊ ਵੀ ਕਿ ਅਸੀਂ ਰਾਜਨੀਤੀ ਕਰਨੀ ਹੈ, ਜਿਹੜੀ ਸਾਡੇ ਗੁਰੂ ਸਾਹਿਬਾਨ ਨੇ ਕੀਤੀ। ਗੁਰੂ ਨਾਨਕ ਸਾਹਿਬ ਨੇ ਇਹ ਗੱਲ ਜਿਹੜੀ ਕਰਨੀ, ਔਰ ਇਹਨੂੰ ਅੱਗੇ ਚੱਲ ਕੇ ਜਿਹੜੀ ਆਪਾਂ ਦੇਖਦੇ ਹਾਂ ਕਿ ਜਿਹੜੀ ਗੁਰੂ ਅਰਜਨ ਪਾਤਸ਼ਾਹ ਦੀ ਸ਼ਹਾਦਤ ਆ, ਉਹਦਾ ਵੀ ਮੁੱਖ ਕਾਰਨ ਇਹੀ ਸੀ ਕਿ ਵਿਖਾਵੇ ਦੇ ਧਰਮ ਦੀ ਗੱਲ ਨਹੀਂ ਹੈ ਸਿੱਖ ਧਰਮ 'ਚ। ਅਸੀਂ ਗੁਰੂ ਗ੍ਰੰਥ ਸਾਹਿਬ 'ਚ ਤੁਰਕੀ ਬਾਣੀ ਜਿਹੜੀ ਸੰਪਾਦਨ ਕੀਤੀ ਹੈ, ਇਹ ਬਿਲਕੁਲ ਅਨੋਖਾ, ਦੁਨੀਆ ਨਾਲੋਂ ਵਿਲੱਖਣ ਅਤੇ ਸੰਪੂਰਨ ਧਰਮ ਆ। ਔਰ ਜਦੋਂ ਹਰਿਮੰਦਰ ਸਾਹਿਬ ਦੀ ਉਸਾਰੀ ਹੋ ਗਈ ਤਾਂ ਗੁਰੂ ਸਾਹਿਬ ਨੂੰ ਬੜੇ ਬ੍ਰਾਹਮਣਾਂ ਨੇ ਸਾਰਿਆਂ ਨੇ ਆ ਕੇ ਪੁੱਛਿਆ ਕਿ ਇਹਦੇ 'ਚ ਤੁਸੀਂ ਕਿਹੜੀ ਮੂਰਤੀ ਸਥਾਪਿਤ ਕਰੋਗੇ।
ਕਿ ਗੁਰੂ ਅਰਜਨ ਪਾਤਸ਼ਾਹ ਨੇ ਕਿਹਾ ਸੀ ਇੱਥੇ ਮੂਰਤੀ ਸਥਾਪਿਤ ਨਹੀਂ ਹੋਣੀ, ਇੱਥੇ ਸ਼ਬਦ ਦਾ ਪ੍ਰਕਾਸ਼ ਹੋਣਾ, ਜਿਹੜਾ ਕਿ ਉਹਨਾਂ ਨੇ ਕੀਤਾ। 1604 ਈਸਵੀ 'ਚ ਸੰਪਾਦਨ ਕਰਕੇ ਬਕਾਇਦਾ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹਰਿਮੰਦਰ ਸਾਹਿਬ ਵਿੱਚ ਸ਼ਬਦ ਦਾ ਹੋਇਆ, ਜਿਹਨੇ ਅੱਗੇ ਗੱਲ ਤੁਰੀ ਹੈ। ਔਰ ਉਹਦਾ ਸਤਿਕਾਰ ਵੀ ਸ਼ਬਦ ਗੁਰੂ ਦਾ ਇੰਨਾ ਕੀਤਾ ਕਿ ਬਾਬਾ ਬੁੱਢਾ ਜੀ ਦੇ ਸੀਸ ਤੇ ਹੱਥ ਬੀੜ ਆ, ਤੇ ਗੁਰੂ ਅਰਜਨ ਪਾਤਸ਼ਾਹ ਖੁਦ ਚੌਰ ਕਰਦੇ ਆ। ਸ਼ਬਦ ਦਾ ਸਤਿਕਾਰ ਦਾ ਮੁੱਢ ਗੁਰੂ ਨਾਨਕ ਸਾਹਿਬ ਨੇ ਗੱਲ ਸਪਸ਼ਟ ਗੁਰੂ ਅਰਜਨ ਪਾਤਸ਼ਾਹ ਨੇ ਕੀਤੀ। ਔਰ ਆਪਾਂ ਕਈ ਵਾਰੀ ਸੁਣਿਆ ਹੈ ਕਿ ਜਦੋਂ ਸ਼ਾਮ ਨੂੰ ਸੁੱਖ ਆਸਣ ਕਰਨ ਲੱਗੇ ਤੇ ਗੁਰੂ ਸਾਹਿਬ ਨੂੰ ਪੁੱਛਿਆ, ਤੇ ਗੁਰੂ ਸਾਹਿਬ ਨੇ ਕਿਹਾ ਇਹ ਪੋਥੀ ਪਰਮੇਸ਼ਰ ਕਾ ਥਾਨ, ਜਿਹਨੂੰ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਕਹਿੰਦੇ ਆ, ਕਿ ਇਹਦਾ ਜਿਹੜਾ ਸੁੱਖ ਆਸਣ ਆ ਸਾਡੇ ਪਲੰਘ 'ਤੇ ਕਰੋ, ਅਸੀਂ ਪੁੰਜੇ ਸਮਾਂਗੇ। ਇਹੀ ਇੱਕ ਕਾਰਨ ਸੀ ਕਿ ਇਹੋ ਜਿਹਾ ਧਰਮ ਉਸ ਵੇਲੇ ਦੀ ਮੁਗਲਿਆ ਹਕੂਮਤ ਨੂੰ ਵੀ ਮਨਜ਼ੂਰ ਨਹੀਂ ਸੀ, ਅਤੇ ਇਹ ਧਰਮ ਜਿਹੜਾ ਇਹਦੀ ਵਿਰੋਧਤਾ ਬਾਹਮਣਾਂ ਨੇ ਤਾਂ ਗੁਰੂ ਨਾਨਕ ਤੋਂ ਕਰਨੀ ਸ਼ੁਰੂ ਕਰ ਦਿੱਤੀ। ਉਹਨਾਂ ਦੀ ਸ਼ਹਾਦਤ ਦਾ ਫੇਰ ਕਿਤੇ ਆਪਾਂ ਵਿਸਤਾਰ ਕਰਾਂਗੇ। ਮੁੱਖ ਜਿੱਥੇ ਮੈਂ ਆਉਣ ਲੱਗਾ ਕਿ ਗੁਰੂ ਅਰਜਨ ਪਾਤਸ਼ਾਹ ਨੇ ਸਿੱਖ ਧਰਮ ਦੀ ਇਸ ਵਿਲੱਖਣਤਾ ਲਈ ਸ਼ਹਾਦਤ ਦਿੱਤੀ। ਔਰ ਦੂਸਰੀ ਸੀ, ਉਹਨਾਂ ਨੇ ਦੱਸਿਆ ਕਿ ਅਸੀਂ ਇਹੋ ਜਿਹੇ ਸਿੱਖ ਧਰਮ ਦੇ ਪੈਰੋਕਾਰ ਹੋਣਗੇ ਤਾਂ ਕਿ ਉਹਨਾਂ ਨੂੰ ਪਤਾ ਲੱਗ ਜਾਏ ਕਿ ਏਡੀ ਵੱਡੀ ਸ਼ਹਾਦਤ ਸ਼ਾਂਤਮਈ ਢੰਗ ਨਾਲ ਵੀ ਦਿੱਤੀ ਜਾ ਸਕਦੀ ਹੈ। ਦੋਨੋਂ ਗੱਲਾਂ ਆਈਆਂ, ਸ਼ਾਂਤਮਈ ਸ਼ਹਾਦਤ ਵੀ ਦੱਸੀ, ਅਤੇ ਉਦੋਂ ਬਾਅਦ ਜੇ ਜ਼ੁਲਮ ਦਾ ਮੁਕਾਬਲਾ ਕਰਨਾ ਤਾਂ ਫਿਰ ਉਹ ਤਲਵਾਰ ਨਾਲ ਕਰਨਾ। ਉਹ ਉਹਨਾਂ ਦੇ ਪੁੱਤਰ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਬਕਾਇਦਾ ਅਕਾਲ ਤਖਤ ਦੀ ਸਿਰਜਣਾ ਕਰਕੇ ਦਿੱਲੀ ਦੇ ਤਖਤ ਨੂੰ ਚੈਲੰਜ ਕੀਤਾ। ਔਰ ਉਹ ਵੇਲਾ ਆਇਆ ਕਿ 1783 'ਚ ਖਾਲਸੇ ਨੇ ਦਿੱਲੀ ਦਾ ਤਖਤ ਘੜੀਸ ਕੇ ਲਿਆ ਕੇ ਅੰਮ੍ਰਿਤਸਰ ਤਖਤ ਦੇ ਪੈਰਾਂ 'ਚ ਸਿੱਟਦਾ ਹੀ, ਅੱਜ ਵੀ ਉੱਥੇ ਪਿਆ। ਇਹ ਹੈ ਧਰਮ ਤੇ ਰਾਜਨੀਤੀ ਜਿਹੜੀ ਸਾਡੀ, ਜਿੱਥੋਂ ਅਸੀਂ ਖੁੰਝ ਗਏ। ਗੁਰੂ ਨਾਨਕ ਨੇ ਜਿਹੜੀ ਧਰਮ ਦੀ ਸਾਨੂੰ ਪਰਿਭਾਸ਼ਾ ਸਮਝਾਈ ਸੀ, ਉਹ ਤੋਂ ਅਸੀਂ ਦੂਰ ਚਲੇ ਗਏ। ਦੂਸਰੀ ਗੱਲ ਹੈ ਕਿ ਜਿਹੜਾ ਕਹਿੰਦੇ ਜੀ ਕਿ ਗੁਰੂ ਗੋਬਿੰਦ ਸਿੰਘ ਨੇ ਗੁਰੂ ਨਾਨਕ ਦਾ ਰਾਹ ਛੱਡ ਦਿੱਤਾ, ਇਹ ਆਮ ਹੀ ਹੁਣ ਕਹਿ ਰਹੇ ਆ ਨਾ ਜੀ। ਇਹਦੇ 'ਚ ਇਹ ਜਿਹੜਾ ਕਹਿ ਰਹੇ ਆ ਗੁਰੂ ਨਾਨਕ ਨੂੰ ਗੁਰੂ ਗੋਬਿੰਦ ਸਿੰਘ ਨਾਲੋਂ ਵੱਖਰਾ ਕਰਨ ਲਈ, ਜਾਂ ਉਹ ਖਾਲਸੇ ਦੀ ਸਾਜਨਾ ਨੂੰ ਕਹਿੰਦੇ ਕਿ ਗੁਰੂ ਨਾਨਕ ਨੇ ਗੁਰੂ ਗੋਬਿੰਦ ਸਿੰਘ ਦੀ ਵਿਚਾਰਧਾਰਾ ਛੱਡ ਦਿੱਤੀ, ਉਹ ਦੁਰਗਾ ਦੇ ਪੁਜਾਰੀ ਹੋ ਗਏ। ਇਹਦਾ ਜਿਹੜਾ ਹਵਾਲਾ ਸਰਦਾਰ ਕਪੂਰ ਸਿੰਘ ਜੀ ਹੋਣਾ ਨੇ ਦਿੱਤਾ, ਇਹ ਮੈਂ ਤਾਂ ਪੜ੍ਹਨ ਲੱਗਾ ਕਿ ਗੱਲ ਰਲ ਜੇ ਵੀ ਗੁਰੂ ਗੋਬਿੰਦ ਸਿੰਘ ਨੇ ਕੋਈ ਵੱਖਰੀ ਗੱਲ ਨਹੀਂ ਕੀਤੀ ਹੈ। 1699 ਦੀ ਵਿਸਾਖੀ ਬਾਰੇ ਇਹ ਸਰਦਾਰ ਕਪੂਰ ਸਿੰਘ ਹੋਣਾ ਦੀ ਕਿਤਾਬ ਤੁਹਾਨੂੰ ਮਿਲ ਜੂ। ਵੈਸੇ ਤਾਂ ਅੰਗਰੇਜ਼ੀ ਕਿਤਾਬ ਦਾ ਉਲਥਾ, ਪਰ ਉਹਦਾ ਨਾਂ ਹੈ ਗੁਰੂ ਗੋਬਿੰਦ ਸਿੰਘ ਜੀ ਦੀ ਵਿਸਾਖੀ। ਇੱਥੇ ਸਾਰੀਆਂ ਗੱਲਾਂ ਜਿਹੜੀਆਂ ਸਾਨੂੰ ਕਹਿੰਦੇ ਆ, ਜਾਂ ਇਹ ਗੱਲ ਪ੍ਰਚਾਰੀ ਜਾ ਰਹੀ ਹੈ ਕਿ ਗੁਰੂ ਨਾਨਕ ਅਤੇ ਗੁਰੂ ਗੋਬਿੰਦ ਸਿੰਘ ਜਿਹੜੇ ਆ ਉਹ ਅਯੁੱਧਿਆ ਵਾਲੇ ਰਾਮਚੰਦਰ ਦੇ ਭਗਤ ਸੀਗੇ। ਇੱਥੇ ਗੱਲ ਅਸੀਂ ਹੁਣ ਇਹਨਾਂ ਨੂੰ ਦੱਸਾਂਗੇ ਵੀ ਅਸੀਂ ਸਿੱਧ ਕਰਦੇ ਹਾਂ ਭਗਤੀ ਤਾਂ ਬਹੁਤ ਦੂਰ ਦੀ ਗੱਲ ਆ, ਕਿ ਗੁਰੂ ਗੋਬਿੰਦ ਸਿੰਘ ਜਿਹੜੇ ਆ ਉਹਨਾਂ ਨੇ ਵਿਸਾਖੀ ਵਾਲੇ ਦਿਨ ਅੰਮ੍ਰਿਤ ਛਕਾਉਣ ਤੋਂ ਬਾਅਦ ਜੋ ਸੰਗਤਾਂ ਨੂੰ ਸੰਬੋਧਨ ਕੀਤਾ, ਉਹਦਾ ਹਵਾਲਾ ਸਰਦਾਰ ਕਪੂਰ ਸਿੰਘ ਜੀ ਨੇ ਦਿੱਤਾ। ਉਹ ਨੋਟ ਕਰਨਾ, ਜਿਹੜੇ ਹੁਣ ਕਹਿੰਦੇ ਕਿ ਗੁਰੂ ਗੋਬਿੰਦ ਸਿੰਘ ਜੀ ਤਾਂ ਉਹ ਰਾਮ ਦੇ ਭਗਤ ਹੋ ਗਏ ਜੀ, ਬੜਾ ਕੁਛ ਬਣਾਈ ਜਾਂਦੇ ਆ, ਪਰ ਗੁਰੂ ਗੋਬਿੰਦ ਸਿੰਘ ਜੀ ਦੀ ਅੰਮ੍ਰਿਤ ਛਕਾਉਣ ਤੋਂ ਬਾਅਦ ਵਿਸਾਖੀ ਵਾਲੇ ਦਿਨ ਕੀਤਾ ਹੋਈ, ਉਹਨੂੰ ਭਾਸ਼ਣ ਕਹਿ ਲਓ, ਤਕਰੀਰ ਕਹਿ ਲਓ, ਉਹਦਾ ਸਬੂਤ ਦੇ ਆਧਾਰ 'ਤੇ ਸਰਦਾਰ ਕਪੂਰ ਸਿੰਘ ਕਹਿੰਦੇ ਉਹਦਾ ਹੱਥ ਖਰੜਾ ਵੀ ਮੈਂ ਦੇਖਿਆ। ਔਰ ਐਕਚੁਅਲੀ ਜੋ ਉਹਨਾਂ ਨੇ ਉਸ ਵੇਲੇ ਕਿਹਾ, ਇਹਦਾ ਤਾਂ ਧਿਆਨ ਦੇਣਾ। ਉਹ ਕਹਿੰਦੇ ਇੱਕ ਹੋਰ ਇਤਿਹਾਸਕਾਰ ਬੂਟੇ ਸ਼ਾਹ ਉਰਫ ਗੁਲਾਮ ਮੁਹੀਉਦੀਨ ਨੇ ਸਿੱਖਾਂ ਦਾ ਇਤਿਹਾਸ ਲਿਖਿਆ, ਜੋ ਅੱਜ ਤੱਕ ਲਿਖਤ ਰੂਪ ਵਿੱਚ ਮੌਜੂਦ ਹੈ। ਭਾਵ ਇਹ ਵੀ ਸਰਦਾਰ ਕਪੂਰ ਸਿੰਘ ਜਿਹੜੇ ਹਵਾਲੇ ਦੇ ਰਹੇ, ਉਹ ਕਹਿੰਦੇ ਕਿ ਉਹਨਾਂ ਦੀ ਹੱਥ ਲਿਖਤ ਜਿਹੜੀ ਸਬੂਤ ਆ, ਮੈਂ ਉਹਦੇ ਆਧਾਰ 'ਤੇ ਲਿਖ ਰਿਹਾ। ਉਹ ਕਹਿੰਦੇ ਅਹਿਮਦ ਸ਼ਾਹ ਬਟਾਲੀਏ ਅਤੇ ਬੂਟੇ ਸ਼ਾਹ ਦੋਨਾਂ ਮੁਸਲਮਾਨ ਇਤਿਹਾਸਕਾਰਾਂ ਨੇ ਲਗਭਗ ਇੱਕੋ ਹੀ ਸਮਾਨ ਲਿਖਿਆ। ਉਸ ਯਾਦਗਾਰੀ ਦਿਨ
1699 ਦੀ ਵਿਸਾਖੀ ਵਾਲੇ ਦਿਨ ਜਦੋਂ ਗੁਰੂ ਜੀ ਨੇ 5 ਪਿਆਰਿਆਂ ਨੂੰ ਅੰਮ੍ਰਿਤ ਛਕਾ ਕੇ ਸਿੰਘ ਸਜਾਇਆ ਅਤੇ ਖਾਲਸਾ ਪੰਥ ਦਾ ਮੈਂਬਰ ਬਣਾਇਆ, ਉਹਨਾਂ ਨੇ ਸਾਧ ਸੰਗਤ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਹੋਇਆਂ ਹੋਰ ਨਾ ਅਲਾਪ ਗੱਲਾਂ ਤੋਂ ਆਖਿਆ, ਜਿਹਦਾ ਸਬੂਤ ਵੀ ਸਰਦਾਰ ਕਪੂਰ ਸਿੰਘ ਨੂੰ ਦਿੱਤਾ। ਹੁਣ ਧਿਆਨ ਦੇਣਾ, ਫੈਸਲਾ ਇਹ ਜਗਤ ਨੇ ਕਰਨਾ ਵੀ ਕੀ ਗੁਰੂ ਗੋਬਿੰਦ ਸਿੰਘ ਨੂੰ ਰਾਮ ਨਾਲ ਜੋੜਿਆ ਜਾ ਸਕਦਾ। ਉਹਨਾਂ ਦੀ ਆਪਣੀ ਤਕਰੀਰ ਗੁਰੂ ਗੋਬਿੰਦ ਸਿੰਘ ਦੀ ਕੀ ਹੈ। ਉਹ ਕਹਿੰਦੇ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਉਸ ਵਿਸ਼ਾਲ ਇਕੱਠ ਨੂੰ ਦੇ ਚਸ਼ਮਦੀਦ ਗਵਾਹਾਂ ਨੇ ਲਿਖਿਆ। ਉਹ ਕਹਿੰਦੇ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਕਿ ਮੈਂ ਚਾਹੁੰਦਾ ਹਾਂ ਅੱਜ ਧਰਮ ਵਿੱਚ ਵਿਆਪਕ ਸਾਰੇ ਮਤਭੇਦਾਂ ਤੋਂ ਉੱਪਰ ਉੱਠ ਕੇ ਸਾਰੇ ਇੱਕ ਧਰਮ ਨੂੰ ਗ੍ਰਹਿਣ ਕਰੋ, ਇੱਕ ਪੰਥ ਨੂੰ ਅਪਣਾਓ। ਹਿੰਦੂ ਸ਼ਾਸਤਰਾਂ ਵਿੱਚ ਵਰਨ ਆਸ਼ਰਮ ਧਰਮ ਦੀ ਸੰਸਥਾ ਵਿੱਚ ਸ਼ਾਮਲ 4 ਹਿੰਦੂ ਵਰਨਾਂ ਲਈ ਨਿਸ਼ਚਿਤ ਕੀਤੇ ਵਿਭਿੰਨ ਧਰਮਾਂ ਦਾ ਪੂਰੀ ਤਰ੍ਹਾਂ ਤਿਆਗ ਕਰੋ। ਗੁਰੂ ਗੋਬਿੰਦ ਸਿੰਘ ਜੀ ਨੇ 1699 ਦੀ ਵਿਸਾਖੀ ਨੂੰ ਅੰਮ੍ਰਿਤ ਛਕਾਉਣ ਤੋਂ ਬਾਅਦ ਜੋ ਕਿਹਾ, ਉਹ ਕੀ ਕਿਹਾ? ਉਹਨਾਂ ਨੇ ਸਪਸ਼ਟ ਕਰਕੇ ਕਿਹਾ ਵੀ ਤੁਸੀਂ ਇਹ ਜਿਹੜੇ ਇਹਨਾਂ ਦੇ ਹਿੰਦੂ ਵਰਨਾਂ ਦੇ ਨਿਸ਼ਚਿਤ ਕੀਤੀਆਂ ਗੱਲਾਂ, ਇਹਨਾਂ ਦਾ ਪੂਰੀ ਤਰ੍ਹਾਂ ਤਿਆਗ ਕਰੋ। ਇੱਕ ਦੂਜੇ ਦੀ ਸਹਾਇਤਾ ਅਤੇ ਸਹਿਯੋਗ ਅਤੇ ਇੱਕ ਦੂਜੇ ਨਾਲ ਰਲ ਮਿਲ ਕੇ ਰਹਿਣ ਦਾ ਰਸਤਾ ਅਪਣਾਓ। ਖਾਸ ਗੱਲ ਜਿਹੜੀ ਉਹਨਾਂ ਨੇ ਕੀਤੀ ਹੈ, ਇਹ ਤਾਂ ਹੁਣ ਕੋਲੋਂ ਹੀ ਸਰੋਤ ਇਹਨਾਂ ਨੇ ਬਣਾ ਲਿਆ। ਰਜਿੰਦਰ ਸਿੰਘ ਨਰਾਲੇ ਵਰਗੇ ਨੇ ਖੁਦ ਹੀ ਕਿਤਾਬ ਲਿਖ ਲਈ, ਖੁਦ ਹੀ ਸੁਪਰੀਮ ਕੋਰਟ 'ਚ ਪੇਸ਼ ਕਰ ਦਿੱਤੀ। ਪਰ ਸਾਡੇ ਕੋਲ ਤਾਂ ਬਹੁਤ ਕੁਛ ਐਸਾ ਹੈ ਜਿਹੜੇ ਨਾਲ ਅਸੀਂ ਇਹਨਾਂ ਨੂੰ ਬਾਰ-ਬਾਰ ਚੈਲੰਜ ਕਰਦੇ ਹਾਂ ਕਿ ਸਾਹਮਣੇ ਆ ਕੇ ਗੱਲ ਕਰੋ। ਤੁਸੀਂ ਆਪਣੇ ਸਰੋਤ ਲਿਆਓ, ਅਸੀਂ ਆਪਣੇ ਸਰੋਤ ਲਿਆਉਣਾ ਹੈ। ਇੱਥੇ ਗੁਰੂ ਸਾਹਿਬ ਅੱਗੇ ਕੀ ਕਹਿੰਦੇ ਆ? ਉਹ ਕਹਿੰਦੇ ਪ੍ਰਾਚੀਨ ਗ੍ਰੰਥਾਂ ਦੇ ਮਾਰਗ ਦਾ ਤਿਆਗ ਕਰੀਏ। ਅਤੇ ਹੁਣ ਗੁਰੂ ਗੋਬਿੰਦ ਸਿੰਘ ਨੂੰ ਫਿਰ ਮੈਲ ਨਾਲ ਕਿੱਦਾਂ ਜੋੜਦੇ? ਇਹ ਗੁਰੂ ਗੋਬਿੰਦ ਸਿੰਘ ਦੀ ਸਾਨੂੰ ਉਸ ਵੇਲੇ ਦਾ ਲਿਖਤੀ ਚਸ਼ਮਦੀਦ ਗਵਾਹ ਨੇ ਦੱਸਿਆ। ਉਹ ਕਹਿੰਦੇ ਪ੍ਰਾਚੀਨ ਗ੍ਰੰਥਾਂ ਦੇ ਮਾਰਗ ਦਾ ਤਿਆਗ ਕਰੀਏ। ਗੰਗਾ ਅਤੇ ਹੋਰ ਤੀਰਥਾਂ ਜਿਨ੍ਹਾਂ ਨੂੰ ਹਿੰਦੂ ਧਰਮ ਵਿੱਚ ਪਵਿੱਤਰ ਮੰਨਿਆ ਜਾਂਦਾ ਹੈ, ਜਾਂ ਰਾਮ, ਕ੍ਰਿਸ਼ਨ, ਬ੍ਰਹਮਾ ਅਤੇ ਦੁਰਗਾ ਆਦਿ ਦੇਵੀ ਦੇਵਤਿਆਂ ਦੀ ਕੋਈ ਵੀ ਪੂਜਾ ਨਾ ਕਰੇ। ਖਾਸ ਹੁਕਮ ਗੁਰੂ ਗੋਬਿੰਦ ਸਿੰਘ ਜੀ ਦਾ 1699 ਦੀ ਵਿਸਾਖੀ ਵਾਲੇ ਦਿਨ। ਮੈਂ ਫੇਰ ਰਿਪੀਟ ਕਰਦਾ ਲਾਈਨ ਨੇ, ਗੰਗਾ ਅਤੇ ਹੋਰ ਤੀਰਥਾਂ ਜਿਨ੍ਹਾਂ ਨੂੰ ਹਿੰਦੂ ਧਰਮ ਵਿੱਚ ਪਵਿੱਤਰ ਮੰਨਿਆ ਜਾਂਦਾ ਹੈ, ਜਾਂ ਰਾਮ, ਕ੍ਰਿਸ਼ਨ, ਬ੍ਰਹਮਾ ਅਤੇ ਦੁਰਗਾ ਆਦਿ ਦੇਵੀ ਦੇਵਤਿਆਂ ਦੀ ਕੋਈ ਪੂਜਾ ਨਾ ਕਰੇ। ਸਿਰਫ ਗੁਰੂ ਨਾਨਕ ਅਤੇ ਉਹਨਾਂ ਦੇ ਉੱਤਰਾਧਿਕਾਰੀਆਂ ਦੇ ਉਪਦੇਸ਼ਾਂ ਵਿੱਚ ਯਕੀਨ ਲਿਆਉਣਾ। ਦਸਾਂ ਗੁਰੂਆਂ 'ਤੇ ਗੁਰੂ ਗੋਬਿੰਦ ਸਿੰਘ ਜੀ ਦੀ ਤਕਰੀਰ 1699 ਦੀ ਵਿਸਾਖੀ ਦੀ। ਉਹ ਕਹਿੰਦੇ ਗੁਰੂ ਨਾਨਕ ਅਤੇ ਉਹਨਾਂ ਦੇ ਉੱਤਰਾਧਿਕਾਰੀਆਂ ਦੇ ਉਪਦੇਸ਼ਾਂ ਵਿੱਚ ਯਕੀਨ ਕਰਨਾ। ਆਓ 4 ਵਰਨਾਂ ਦੇ ਵਿਅਕਤੀ ਸਾਰੇ 2 ਧਾਰੇ ਖੰਡੇ ਦੀ ਪੌੜ ਲਓ, ਇੱਕੋ ਬਰਤਨ ਵਿੱਚ ਛਕੋ ਅਤੇ ਕਿਸੇ ਤੋਂ ਅੱਡਰੇ ਮਹਿਸੂਸ ਨਾ ਕਰੋ ਅਤੇ ਨਾ ਹੀ ਇੱਕ ਦੂਜੇ ਨੂੰ ਨਫ਼ਰਤ ਕਰੋ। ਸਾਰੇ ਇੱਕ ਦੂਜੇ ਨਾਲ ਇੱਕੋ ਬਾਟੇ ਵਿੱਚ ਅੰਮ੍ਰਿਤ ਛਕ ਕੇ ਇੱਕ ਦੂਜੇ ਨਾਲ ਪ੍ਰੇਮ ਕਰੋ। ਜਿਵੇਂ ਕਿ ਪਹਿਲਾਂ ਲੇਖ ਕੀਤਾ ਜਾ ਚੁੱਕਾ ਹੈ ਕਿ ਇਸ ਗੱਲ ਦੀ ਗਵਾਹੀ ਬੂਟੇ ਸ਼ਾਹ ਵੀ ਦਿੰਦਾ ਹੈ ਕਿ ਜਦੋਂ ਗੁਰੂ ਜੀ ਨੇ 5 ਪਿਆਰਿਆਂ ਨੂੰ ਅੰਮ੍ਰਿਤ ਛਕਾਇਆ ਤਾਂ ਫਿਰ ਆਪ ਉਹਨਾਂ ਦੇ ਸਾਹਮਣੇ ਹੱਥ ਜੋੜ ਕੇ ਖੜੇ ਹੋ ਕੇ ਕਿਹਾ, ਮੈਨੂੰ ਵੀ ਉਸ ਤਰ੍ਹਾਂ ਅੰਮ੍ਰਿਤ ਦੀ ਦਾਤ ਬਖਸ਼ੋ ਜਿਵੇਂ ਤੁਹਾਨੂੰ ਬਖਸ਼ੀ ਗਈ ਹੈ, ਤਾਂ ਕਿ ਗੁਰੂ ਆਪ ਵੀ ਖਾਲਸਾ ਪੰਥ ਵਿੱਚ ਭੇਦ ਹੋਵੇ ਔਰ ਗੁਰੂ ਚੇਲੇ ਦਾ ਭੇਦ ਜਿਹੜਾ ਮਿਟ ਜਾਵੇ। ਜਿੱਦਾਂ ਭਾਈ ਗੁਰਦਾਸ ਨੇ ਲਿਖਿਆ ਵਾ, ਪ੍ਰਗਟਿਓ ਮਰਦ ਗੰਮੜਾ ਵਰਿਆਮ ਅਕੇਲਾ, ਵਾਹੋ ਵਾਹੋ ਗੁਰੂ ਗੋਬਿੰਦ ਸਿੰਘ ਆਪੇ ਗੁਰਚੇਲਾ। ਇੱਥੇ ਗੁਰਚੇਲੇ ਦਾ ਭੇਦ ਜਿਹੜਾ ਉਹ ਵੀ ਮਿਟਾ ਦਿੱਤਾ ਗਿਆ। ਆਖਰੀ ਹੈ ਉਹ ਇਸੇ ਕਿਤਾਬ 'ਚ ਲਿਖਦੇ ਆ। ਉਹ ਕਹਿੰਦੇ ਗੁਰੂ ਸਾਹਿਬਾਨ ਨੇ ਹਿੰਦੂ ਮਤ ਨਾਲੋਂ ਜੋ ਬੁਨਿਆਦੀ ਅਤੇ ਹੈਰਾਨ ਕਰਨ ਵਾਲਾ ਫਰਕ ਪਾਇਆ। ਸਰਦਾਰ ਕਪੂਰ ਸਿੰਘ ਜੀ ਔਰ ਉਹਨਾਂ ਦੀ ਕਿਤਾਬ ਜਿਹੜੀ ਹੈ ਗੁਰੂ ਗੋਬਿੰਦ ਸਿੰਘ ਦੀ ਵਿਸਾਖੀ, ਉਹਦੇ ਵਿੱਚ ਉਹਦੇ ਤੋਂ ਮੈਂ ਪੜ੍ਹ ਰਿਹਾ।
ਗੁਰੂ ਸਾਹਿਬਾਨ ਨੇ ਹਿੰਦੂ ਮਤ ਨਾਲੋਂ ਜੋ ਬੁਨਿਆਦੀ ਤੇ ਹੈਰਾਨ ਕਰਨ ਵਾਲਾ ਫਰਕ ਪਾਇਆ ਉਹ ਸਮਾਜ ਦਰਸ਼ਨ ਦੇ ਪੱਖ ਤੋਂ ਹੈ। ਇਹ ਫਰਕ ਹਿੰਦੂ ਮਤ ਅਧੀਨ ਆਉਣ ਵਾਲੇ ਲੋਕਾਂ ਨੂੰ ਸਿੱਖ ਧਰਮ ਦੇ ਪੈਰੋਕਾਰਾਂ ਨਾਲੋਂ ਵਿਸ਼ੇਸ਼ ਤੌਰ 'ਤੇ ਵੱਖ ਕਰ ਦਿੰਦਾ। ਇੱਥੇ ਆ ਕੇ ਸਿੱਖ ਧਰਮ ਨੂੰ ਮੰਨਣ ਵਾਲਾ ਤੇ ਹਿੰਦੂ ਧਰਮ ਮੰਨਣ ਵਾਲਾ ਬਿਲਕੁਲ ਵੱਖ-ਵੱਖ ਹੋ ਜਾਂਦੇ ਆ। ਉਹ ਕਹਿੰਦੇ ਹਿੰਦੂ ਧਰਮ ਨੂੰ ਧਰਮ ਵਜੋਂ ਤੇ ਸੰਸਕ੍ਰਿਤੀ ਵਜੋਂ ਪਰਿਭਾਸ਼ਿਤ ਕਰਨਾ ਸਭ ਤੋਂ ਕਠਿਨ ਕਾਰਜ ਹੈ। ਅੱਗੇ ਇੱਕ ਮਿਸਾਲ ਆ, ਉਹ ਅੱਗੇ ਵੀ ਅਸੀਂ ਪੜ੍ਹੀ ਪਰ ਇੱਥੇ ਜ਼ਰੂਰੀ ਹੈ। ਉਹ ਕਹਿੰਦੇ ਭਾਰਤ ਦੇ ਸਾਬਕਾ ਰਾਸ਼ਟਰਪਤੀ ਮਹਿਰੂਮ ਡਾਕਟਰ ਰਾਧਾ ਕ੍ਰਿਸ਼ਨਨ ਆਪਣੀ ਪੁਸਤਕ ਭਾਰਤੀ ਦਰਸ਼ਨ ਹਿੰਦੀ ਭਾਗ ਦੇ ਪਹਿਲੇ ਭਾਗ ਦੇ ਪੰਨਾ 7 ਉੱਤੇ ਲਿਖਦੇ ਹਨ। ਇਹ ਡਾਕਟਰ ਰਾਧਾ ਕ੍ਰਿਸ਼ਨਨ ਹਿੰਦੂਆਂ ਦਾ ਵਿਦਵਾਨ, ਉਹ ਲਿਖ ਰਿਹਾ, ਉਹ ਧਿਆਨ ਨਾਲ ਸੁਣਨਾ, ਜੋ ਉਹ ਲਿਖਦਾ ਅਸੀਂ ਕੋਲੋਂ ਕੁਛ ਨਹੀਂ ਕਹਿੰਦੇ। ਉਹ ਕਹਿੰਦਾ, ਉਹ ਲਿਖਦੇ ਆ ਕਿ ਰਮਾਇਣ ਤੇ ਪੁਰਾਣ ਝੂਠੀਆਂ ਕਾਲਪਨਿਕ ਚਮਤਕਾਰਤ ਪੁਸਤਕਾਂ ਹਨ। ਡਾਕਟਰ ਰਾਧਾ ਕ੍ਰਿਸ਼ਨ, ਉਹ ਆਪਣੀ ਕਿਤਾਬ ਵੀ ਉਹਨਾਂ ਦੀ ਹੈਗੀ ਹੈ ਜਿਹੜਾ ਭਾਰਤੀ ਦਰਸ਼ਨ। ਉਹ ਕਹਿੰਦੇ ਰਮਾਇਣ ਤੇ ਪੁਰਾਣ ਝੂਠੀਆਂ ਕਾਲਪਨਿਕ ਚਮਤਕਾਰਤ ਪੁਸਤਕਾਂ ਹਨ। ਜ਼ਾਹਰ ਹੈ ਕਿ ਰਾਧਾ ਕ੍ਰਿਸ਼ਨਨ ਵਰਗਾ ਹਿੰਦੂ ਧਰਮ ਦਾ ਵਿਦਵਾਨ ਝੂਠ ਨਹੀਂ ਲਿਖ ਸਕਦਾ। ਜੇ ਰਮਾਇਣ ਕਲਪਨਾ ਹੈ ਤਾਂ ਇਸ ਦੇ ਨਾਇਕ ਭਗਵਾਨ ਰਾਮ ਵੀ ਮਨੋਕਲਪਿਤ ਪਾਤਰ ਹੀ ਹਨ। ਡਾਕਟਰ ਰਾਧਾ ਕ੍ਰਿਸ਼ਨਨ, ਪੁਸਤਕ ਭਾਰਤੀ ਦਰਸ਼ਨ। ਹੁਣ ਇਹਨਾਂ ਦੇ ਹਿੰਦੂ ਵਿਦਵਾਨ ਮੰਨ ਰਹੇ ਆ ਵੀ ਰਮਾਇਣ 'ਚ ਜਿਹੜੇ ਸਾਰੇ ਪਾਤਰ ਆ ਉਹ ਕਾਲਪਨਿਕ ਹੈ, ਔਰ ਕਹਿ ਵੀ ਬੜਾ ਜ਼ਿੰਮੇਵਾਰ ਬੰਦਾ ਰਿਹਾ। ਭਾਰਤ ਦਾ ਰਾਸ਼ਟਰਪਤੀ ਡਾਕਟਰ ਰਾਧਾ ਕ੍ਰਿਸ਼ਨਨ ਇਹਨੇ ਇਹ ਬਾਰ-ਬਾਰ ਕਹਿੰਦਾ ਸੀ ਵੀ ਸਿੱਖ ਜਿਹੜੇ ਆ ਇਹ ਸਿੱਖ ਦਾ ਤੇ ਹਿੰਦੂ ਦਾ ਫਰਕ ਨਹੀਂ, ਪਰ ਜਿਹੜੀ ਹਿੰਦੂ ਧਰਮ ਦੀ ਪਰਿਭਾਸ਼ਾ ਕਰਦਾ ਉਹ ਆਹ ਕਰਦਾ। ਡਾਕਟਰ ਰਾਧਾ ਕ੍ਰਿਸ਼ਨ ਉੱਦਾਂ ਕਹਿੰਦਾ ਜੀ ਇਹ ਸਿੱਖ ਸਾਡੇ ਨਾਲੋਂ ਵੱਖਰੇ ਨਹੀਂ, ਪਰ ਖੁਦ ਹਿੰਦੂ ਧਰਮ ਦੀ ਪਰਿਭਾਸ਼ਾ ਮੈਂ ਤੁਹਾਨੂੰ ਦੱਸ ਦਿੱਤੀ ਹੈ ਡਾਕਟਰ ਰਾਧਾ ਕ੍ਰਿਸ਼ਨ ਜੋ ਕੀਤੀ ਹੈ। ਗੁਰੂ ਸਾਹਿਬਾਨ ਨੇ ਜਿਸ ਪ੍ਰਕਾਰ ਦੇ ਸਿੱਖ ਧਰਮ ਦਾ ਪ੍ਰਚਾਰ ਕੀਤਾ, ਜਿਸ ਕਾਰਜ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਅੱਗੇ ਤੋਰਿਆ, ਨਿਸ਼ਚਿਤ ਤੌਰ 'ਤੇ ਪੂਰਨ ਰੂਪ ਵਿੱਚ ਆਧੁਨਿਕ ਹਿੰਦੂ ਧਰਮ ਦੇ ਨਾਲੋਂ ਬਿਲਕੁਲ ਵੱਖਰਾ ਹੈ, ਸੰਪੂਰਨ ਹੈ। ਸਪਸ਼ਟ ਤੌਰ 'ਤੇ ਵਿਸ਼ਵ ਸੰਸਕ੍ਰਿਤੀ ਦਾ ਜੇ ਕੋਈ ਪ੍ਰਚਾਰ ਕਰ ਸਕਦਾ ਤਾਂ ਉਹ ਸਿੱਖ ਧਰਮ ਕਰ ਸਕਦਾ, ਜਿਸ ਨੂੰ ਸਾਕਾਰ ਕਰਨ ਦੀ ਦ੍ਰਿਸ਼ਟੀ ਰੱਖਦਾ ਹੈ। ਇਹ ਸਿੱਖ ਧਰਮ ਇਹ ਨਸਲੀ ਤੇ ਖੇਤਰੀ ਸੀਮਾਵਾਂ ਨੂੰ ਸਵੀਕਾਰ ਨਹੀਂ ਕਰਦਾ। ਇੱਕ ਦਾਸ ਹੋਰ ਅਰਜ਼ ਕਰੇ ਕਿ ਸਾਡੀ ਗੱਲ ਚੱਲੀ ਜਦੋਂ ਗੁਰੂ ਨਾਨਕ ਨੇ ਕਿਹਾ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ, ਔਰ ਪੰਥ ਦੀ ਵਿਆਖਿਆ ਜੇ ਕਰੀਏ ਤਾਂ ਇਹ ਪੰਥ 'ਚ ਸਗੋਂ ਕਈ ਕੌਮਾਂ ਵੀ ਸਮਾ ਸਕਦੀਆਂ। ਇਹਦਾ ਹਵਾਲਾ ਦਿੱਤਾ ਸੀ ਗਿਆਨੀ ਦਿੱਤ ਸਿੰਘ ਹੁਣਾਂ ਨੇ ਆਪਣੀ ਕਿਤਾਬ 'ਚ। ਉਹ ਕਹਿੰਦੇ ਪੰਥ ਸਾਰਿਆਂ ਨੂੰ ਵੱਖਰਾ ਵੀ ਆ ਅਤੇ ਸਾਰਿਆਂ ਦਾ ਸਾਂਝਾ ਵੀ ਆ। ਕਿੱਦਾਂ? ਜਿਹੜਾ ਵੀ ਖੰਡੇ ਬਾਟੇ ਦੀ ਪੌੜ ਲੈ ਕੇ ਪੰਥ 'ਚ ਸ਼ਾਮਲ ਹੋ ਗਿਆ ਉਹ ਆ ਸਕਦਾ। ਕੋਈ ਕਿਸੇ ਜਾਤ ਪਾਤ ਨਸਲ ਦਾ ਬੰਦਾ ਜਿਹੜਾ ਉਹ ਖੰਡੇ ਬਾਟੇ ਦੀ ਪੌੜ ਲੈ ਕੇ ਪੰਥ 'ਚ ਸ਼ਾਮਲ ਹੋ ਸਕਦਾ। ਕੋਈ ਕੌਮ ਵੀ ਪੰਥ 'ਚ ਸ਼ਾਮਲ ਹੋ ਸਕਦੀ ਹੈ। ਇਹ ਸਾਡਾ ਜਿਹੜਾ ਸਿਧਾਂਤ ਆ ਇਹਦਾ ਗਿਆਨੀ ਦਿੱਤ ਸਿੰਘ ਉਹਨਾਂ ਨੇ ਹਵਾਲਾ ਦਿੱਤਾ ਸੀ। ਉਹ ਕਹਿੰਦੇ ਗੁਰੂ ਗੋਬਿੰਦ ਸਿੰਘ ਜੀ ਨੇ ਸਮੁੱਚੀ ਮਾਨਵਤਾ ਨੂੰ ਇੱਕ ਭਾਈਚਾਰਾ ਮੰਨਿਆ, ਪਰ ਉਹਦਾ ਢੰਗ ਦੱਸਿਆ ਇੱਦਾਂ ਬਣ ਸਕਦਾ। ਇਹ ਸੋਚ ਤੇ ਕਥਨ ਜਿੰਨੇ ਵੀ ਆ ਹਿੰਦੂ ਧਰਮ ਦੇ ਮੂਲ ਸਿਧਾਂਤਾਂ ਨੂੰ ਪੂਰੀ ਤਰ੍ਹਾਂ ਵੱਖਰੇ ਆ। ਗੁਰੂ ਗੋਬਿੰਦ ਸਿੰਘ ਜੀ ਤਾਂ ਫਰਮਾਉਂਦੇ ਹਨ ਮਾਨਸ ਕੀ ਜਾਤ ਸਭੇ ਏਕੋ ਪਹਿਚਾਨ ਪੋ, ਜਦ ਕਿ ਹਿੰਦੂ ਮਤ ਦੀ ਮਨੋ ਸਿਮਰਤੀ ਮਨੁੱਖਤਾ ਨੂੰ 4 ਹਿੱਸਿਆਂ ਵਿੱਚ ਵੰਡਦੀ ਹੈ। ਸੋ ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਦਾ ਗੁਰੂ ਨਾਨਕ ਦੀ ਸਪੈਸ਼ਲੀ ਪਦ ਵੀ ਇਹ ਤਾਂ ਮੈਂ ਸਪਸ਼ਟ ਕੀਤੀ ਹੈ ਵੀ ਇਹਨੂੰ ਕੋਈ ਚੈਲੰਜ ਵੀ ਨਹੀਂ ਹੈ। ਸੋ ਇਸ ਕਰਕੇ ਆਖਰੀ ਜਿਹੜੀ ਗੱਲ ਆ, ਸਮਾਂ ਜ਼ਿਆਦਾ ਹੋ ਗਿਆ, ਉਹ ਵੀ ਜ਼ਰੂਰੀ ਕਰਨ ਵਾਲੀ ਹੈ। ਅੱਜ ਅਸੀਂ ਦੇਖਦੇ ਹਾਂ ਕਿ ਸਾਡੇ ਸਰੋਤਾਂ ਵਿੱਚ ਜਿਹੜੇ ਮਿਲਾਵਟੀ ਅੰਸ਼ ਆ ਉਹਨਾਂ ਨੂੰ ਹਾਈਲਾਈਟ ਕਰ ਰਿਹਾ, ਪਰ ਇੱਥੇ ਅਸੀਂ ਇਹਨਾਂ ਨੂੰ RSS ਨੂੰ ਦੱਸੀਏ ਕਿ ਸਾਡੇ ਸਰੋਤ
ਜਾਂ ਸਾਡੇ ਕਿਸੇ ਗ੍ਰੰਥ ਦਾ ਵਾਦ-ਵਿਵਾਦ, ਇਹ ਪੰਥ ਦਾ ਅੰਦਰੂਨੀ ਮਸਲਾ ਅਸੀਂ ਆਪੇ ਬਹਿ ਕੇ ਨਜਿੱਠਾਂਗੇ। ਸਾਡੇ ਗ੍ਰੰਥ 'ਚ ਕਿਹੜੀ ਗੱਲ ਦੀ ਮਿਲਾਵਟ ਆ ਅਸੀਂ ਬਾਹਰ ਕਰਨੀ ਹੈ, ਕਿਹੜੀ ਗੱਲ ਆ ਜਿਹਨੂੰ ਅਸੀਂ ਗੁਰਬਾਣੀ ਦੀ ਕਸੌਟੀ 'ਤੇ ਪਰਖਣਾ, ਇਹ ਪੰਥ ਦਾ ਅੰਦਰੂਨੀ ਮਾਮਲਾ। ਇਹ ਨਾ RSS ਨੂੰ, ਨਾ ਕਿਸੇ ਦੁਨੀਆ ਦੀ ਅਦਾਲਤ ਨੂੰ ਸਿੱਖ ਧਰਮ 'ਚ ਦਖਲ ਦੇਣ ਦਾ ਅੰਦਾਜ਼ਾ ਨਹੀਂ ਹੈ। ਸਾਡੇ ਸਰੋਤ, ਉਹਨਾਂ ਨੂੰ ਅਸੀਂ ਗੁਰਬਾਣੀ ਦੀ ਕਸੌਟੀ 'ਤੇ ਆਪ ਪਰਖਣਾ, ਇਹਦੇ 'ਚ ਕਿਸੇ ਦਾ ਭਾਰ। ਸਰਦਾਰ ਕਪੂਰ ਸਿੰਘ ਜੀ ਹੋਣੀ ਕਹਿੰਦੇ ਕਿ ਇਹਨਾਂ ਨੇ ਬਹੁਤ ਚਿਰ ਤੋਂ ਪਹਿਲਾਂ ਇਹ ਜਿਹੜੇ ਸਾਡੇ, ਜਿਹਨੂੰ ਆਪਾਂ ਸਿੱਖ ਸਰੋਤ ਕਹਿੰਦੇ ਆ ਜਾਂ ਆਪਾਂ ਸਿੱਖ ਇਤਿਹਾਸ ਦੇ ਸੋਮੇ ਕਹਿੰਦੇ ਆ, ਜਿਨ੍ਹਾਂ 'ਚ ਮਿਲਾਵਟ ਪਾਈ ਗਈ, ਜਿਨ੍ਹਾਂ ਨੂੰ ਇਹਨੇ ਜਿਹੜੇ ਮਿਲਾਵਟੀ ਅੰਸ਼ ਹੈ ਜਿਹੜੇ ਉਹਨਾਂ ਨੂੰ ਹਾਈਲਾਈਟ ਕਰ ਰਿਹਾ, ਇਹ ਉਹਨਾਂ ਨੇ ਬਹੁਤ ਵਿਸਥਾਰ ਲਾਹੌਰ ਬੁੱਕ ਸ਼ਾਪ ਵੱਲੋਂ 1982 'ਚ ਕਿਤਾਬ ਛਪੀ, ਇੱਥੇ ਪਈ ਆ, ਕਿਸੇ ਨੇ ਪੜ੍ਹਨੀ ਹੋਵੇ ਮੇਰੇ ਕੋਲ ਲੈ ਕੇ ਪੜ੍ਹ ਸਕਦਾ। ਉਹਦੇ 'ਚੋਂ ਗੱਲ ਕਹਿੰਦੇ ਖਾਸ ਧਿਆਨ ਨਾਲ ਸੁਣਨ ਵਾਲੀ ਆ ਕਿ ਕਦੋਂ ਤੋਂ ਇਹਨਾਂ ਮਿਲਾਵਟ ਪਾਉਣੀ ਸ਼ੁਰੂ ਕੀਤੀ ਹੈ। ਉਹ ਕਹਿੰਦੇ ਖਾਲਸੇ ਦੇ ਭਵਿੱਖ ਬਾਰੇ ਲਿਖੀਆਂ 100 ਸਾਖੀਆਂ ਵਿੱਚ ਅੱਜ ਤੋਂ 100 ਸਾਲ ਪਹਿਲਾਂ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਢੇਰ ਅਦਲਾ ਬਦਲੀ ਕੀਤੀ ਗਈ, ਜੋ ਬਹੁਤ ਹੀ ਅਫਸੋਸਨਾਕ ਹੈ। ਇੱਕ ਚਤੁਰ ਬ੍ਰਾਹਮਣ, ਜਿਸ ਦਾ ਨਾਮ ਵੀ ਹੁਣ ਸਾਨੂੰ ਪਤਾ ਹੈ, ਸਰਦਾਰ ਕਪੂਰ ਸਿੰਘ ਜੀ, ਜਦੋਂ ਉਹਨਾਂ ਨੂੰ ਪਤਾ ਲੱਗਾ ਕਿ 100 ਸਾਖੀ 'ਚ ਮਿਲਾਵਟ ਇਹਨਾਂ ਨੇ ਕੀਤੀ ਹੈ, ਉਹ ਕਹਿੰਦੇ ਕਿ ਚਤੁਰ ਬ੍ਰਾਹਮਣ ਦਾ ਸਾਨੂੰ ਪਤਾ ਜਿਹਨੇ ਕੀਤਾ, ਜਿਹਨੇ 100 ਸਾਖੀ ਦੇ ਖਰੜੇ ਤਿਆਰ ਕੀਤੇ, ਜਿਨ੍ਹਾਂ ਵਿੱਚ ਉਸਨੇ ਆਪਣੀ ਮਰਜ਼ੀ ਅਤੇ ਲੋੜ ਅਨੁਸਾਰ ਵਾਧੂ ਗੱਲਾਂ ਵੀ ਭਰਤੀ ਕਰ ਲਈਆਂ। ਆਪਣੇ ਸਾਜ਼ਿਸ਼ਾਂ ਦੀ ਸਹਾਇਤਾ ਨਾਲ, ਜੋ ਗਾਲਬਨ ਬ੍ਰਾਹਮਣ ਜਾਂ ਡੋਗਰੇ ਸੀ, ਉਸ ਨੇ ਇਹਨਾਂ ਜਾਅਲੀ ਖਰੜਿਆਂ ਨੂੰ ਸਿੱਖ ਦਰਬਾਰ ਅਤੇ ਸਿੱਖ ਫੌਜ ਵਿੱਚ ਪ੍ਰਚਲਿਤ ਕਰ ਦਿੱਤਾ। ਨਜ਼ਰ ਆਉਂਦਾ ਹੈ ਕਿ ਬ੍ਰਾਹਮਣ ਆਪਣੇ ਅਤੇ ਹੋਰ ਬ੍ਰਾਹਮਣਾਂ ਲਈ ਕੁਝ ਦੁਨਿਆਵੀ ਅਤੇ ਰਾਜਸੀ ਸਹੂਲਤਾਂ ਪ੍ਰਾਪਤ ਕਰਨ ਲਈ ਮਹਾਰਾਜਾ ਰਣਜੀਤ ਸਿੰਘ ਅਤੇ ਖਾਲਸੇ ਦੇ ਦਿਮਾਗ ਵਿੱਚ ਦੋ ਗੱਲਾਂ ਭਰਨੀਆਂ ਚਾਹੁੰਦੇ ਸੀ, ਕਿਉਂਕਿ ਇਸੇ ਕਰਕੇ ਉਹਨਾਂ ਨੇ 100 ਸਾਖੀ ਵਿੱਚ ਕਈ ਵਾਧੇ ਘਾਟੇ ਕੀਤੇ, ਇਹ ਸਾਬਤ ਕਰਨ ਲਈ ਕਿ ਮਹਾਰਾਜਾ ਰਣਜੀਤ ਸਿੰਘ ਅਸਲ ਵਿੱਚ ਕੇਸ਼ੋ ਦਾਸ ਨਾਮੀ ਇੱਕ ਬ੍ਰਾਹਮਣ ਦਾ ਅਵਤਾਰ ਸੀ। ਇਹਨਾਂ ਨੇ ਜਿਹੜਾ ਮੁੱਖ ਮਕਸਦ ਉਸ ਵੇਲੇ ਕੀ ਸੀਗਾ ਕਿ ਇਹ 100 ਸਾਖੀ 'ਚ ਅਦਲਾ ਬਦਲੀ ਕਿਉਂ ਕੀਤੀ, ਕਿਸ ਗੱਲ ਲਈ ਕੀਤੀ ਕਿ ਜਿਹੜਾ ਮਹਾਰਾਜਾ ਰਣਜੀਤ ਸਿੰਘ ਆ, ਇਹ ਅਸਲ 'ਚ ਕੇਸ਼ੋ ਦਾਸ ਨਾਮੀ ਬ੍ਰਾਹਮਣ ਦਾ ਅਵਤਾਰ ਸੀ, ਜਿਸ ਨੇ ਚੰਡੀ ਪ੍ਰਗਟ ਕਰਾਉਣ ਵਿੱਚ ਗੁਰੂ ਗੋਬਿੰਦ ਸਿੰਘ ਦੀ ਸਹਾਇਤਾ ਕੀਤੀ। ਇਸ ਮੰਤਵ ਦੀ ਪੂਰਤੀ ਲਈ ਉਸ ਨੇ ਗੁਰੂ ਸਾਹਿਬ ਦੀ ਚੰਡੀ ਦੇਵੀ ਦੀ ਪੂਜਾ ਬਾਰੇ ਇੱਕ ਲੰਮੀ ਚੌੜੀ ਕਹਾਣੀ ਘੜ ਲਈ ਅਤੇ ਉਸ ਨੂੰ ਚਤੁਰਤਾ ਨਾਲ ਹਰ ਥਾਂ ਪ੍ਰਚਲਿਤ ਕਰ ਦਿੱਤਾ ਗਿਆ। ਔਰ ਇਹ ਦਾਸ ਅਰਜ਼ ਕਰੇ ਕਿ ਜਿਹੜੀ ਕਹਾਣੀ ਆ, ਇਹ ਸੂਰਜ ਪ੍ਰਕਾਸ਼ ਵਿੱਚ ਭਾਈ ਸੰਤੋਖ ਸਿੰਘ ਦੇ ਪੁੱਤਰ ਨੂੰ ਦਬਾਅ ਪਾ ਕੇ, ਡਰਾ ਕੇ ਵਿੱਚ ਅੰਕਿਤ ਕਰਾਈ ਗਈ ਸੀ। ਸੂਰਜ ਪ੍ਰਕਾਸ਼ ਵੀ ਇਹ ਗੱਲ ਜਿਹੜੀ ਦਰਜ ਕਰਾਈ ਗਈ ਹੈ, ਇਹ ਵੀ ਇਹਨਾਂ ਦੀ ਬਾਹਮਣਾਂ ਦੀ ਚਾਲ ਸੀ। ਜਿੱਥੇ ਇਹ ਸਾਖੀ ਆਉਂਦੀ ਹੈ ਵੀ ਗੁਰੂ ਸਾਹਿਬ ਨੇ ਦੇਵੀ ਦੀ ਪੂਜਾ ਕੀਤੀ, ਜਾਂ ਜਿਹਦੇ ਆਧਾਰ 'ਤੇ ਕਹਿੰਦੇ ਗੁਰੂ ਸਾਹਿਬ ਦੁਰਗਾ ਦਾ ਪੁਜਾਰੀ ਸੀ, ਸੂਰਜ ਪ੍ਰਕਾਸ਼ ਗ੍ਰੰਥ ਵਿੱਚ ਵੀ ਇਹ ਸਾਖੀ ਜਿਹੜੀ ਹੈ, ਇਹ ਭਾਈ ਸੰਤੋਖ ਸਿੰਘ ਤੋਂ ਬਾਅਦ ਉਹਨਾਂ ਦੇ ਪੁੱਤਰ 'ਤੇ ਜ਼ੋਰ ਪਾ ਕੇ ਦਰਜ ਕਰਾਈ ਗਈ ਸੀ, ਜਿਹੜੀ ਕਿ ਮੰਨਣਯੋਗ ਨਹੀਂ ਹੈ। ਉਹ ਕਹਿੰਦੇ ਇਸ ਮੰਤ ਦੀ ਪ੍ਰਾਪਤੀ ਲਈ ਉਸਨੇ ਗੁਰੂ ਸਾਹਿਬ ਦੀ ਚੰਡੀ ਦੀ ਪੂਜਾ ਬਾਰੇ ਲੰਮੀ ਚੌੜੀ ਕਹਾਣੀ ਘੜ ਲਈ ਅਤੇ ਉਸ ਨੂੰ ਚਤੁਰਤਾ ਨਾਲ ਹਰ ਥਾਂ ਪ੍ਰਚਲਿਤ ਕਰ ਦਿੱਤਾ। ਨਾਲ ਹੀ ਇਹ ਗੱਲ ਵੀ ਜੋੜ ਲਈ ਕਿ ਗੁਰੂ ਸਾਹਿਬ ਕੇਸ਼ੋ ਦਾਸ ਬਾਹਮਣ 'ਤੇ ਬੜੇ ਪ੍ਰਸੰਨ ਹੋਏ ਅਤੇ ਉਸ ਨੂੰ ਵਰਦਾਨ ਦਿੱਤਾ ਕਿ ਤੂੰ ਸਿੱਖ ਦੀ ਸ਼ਕਲ ਵਿੱਚ ਜਨਮ ਲਵੇਂਗਾ ਅਤੇ ਆਪਣੇ ਤੀਜੇ ਜਾਮੇ ਵਿੱਚ ਸਿੰਘ ਸਾਹਿਬ ਜਾਂ ਖਾਲਸੇ ਦਾ ਮਹਾਰਾਜਾ ਬਣੇਗਾ। ਇਹ ਗੱਲ ਲਿਖਾ ਲਈ ਵੀ ਕੇਸ਼ੋ ਦਾਸ ਪੰਡਿਤ ਜਿਹੜਾ, ਉਹਨੇ ਗੁਰੂ ਸਾਹਿਬ ਨੂੰ ਖੁਸ਼ ਹੋ ਕੇ ਸੀਸ ਦਿੱਤੀ ਵੀ ਕੇਸ਼ੋ ਦਾਸ ਨੇ ਗੁਰੂ ਸਾਹਿਬ ਲਈ ਚੰਡੀ ਪ੍ਰਗਟ ਕੀਤੀ ਅਤੇ ਉਹਨਾਂ ਨੇ ਗੁਰੂ ਸਾਹਿਬ ਨੂੰ ਖੁਸ਼ ਹੋ ਕੇ ਵਰ ਦਿੱਤਾ ਵੀ ਤੂੰ ਜਿਹੜਾ ਅਗਲੇ ਜਾਮੇ 'ਚ ਆ, ਜਿਹੜਾ ਉਹਨੇ ਇੱਦਾਂ ਬਣਾ ਲਿਆ ਵੀ ਜਿਹੜਾ ਗੁਰੂ ਗੋਬਿੰਦ ਸਿੰਘ ਨੇ ਉਹਨੂੰ ਵਰ ਦਿੱਤਾ ਕੇਸ਼ੋ ਦਾਸ ਨੂੰ ਵੀ ਤੂੰ ਅਗਲੇ ਜਨਮੇ ਸਿੱਖਾਂ ਦਾ ਬਾਦਸ਼ਾਹ ਹੋਵੇਂਗਾ। ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ
ਕੇਸ਼ੋ ਦਾ ਅਵਤਾਰ ਬਣਾ ਲਿਆ 100 ਸਾਖੀ 'ਚ। ਇਤਿਹਾਸ ਦੇ ਪਾਠਕ ਇਸ ਕਹਾਣੀ ਨੂੰ ਚੰਗੀ ਤਰ੍ਹਾਂ ਜਾਣਦੇ ਆ ਕਿ ਅਕਬਰ ਬਾਦਸ਼ਾਹ ਦੇ ਜ਼ਮਾਨੇ ਵਿੱਚ ਵੀ ਬਿਲਕੁਲ ਅਜਿਹੀ ਪ੍ਰਚਲਿਤ ਕੀਤੀ ਗਈ ਕਹਾਣੀ ਨਾਲ ਮੇਲ ਕੇ ਤੁਸੀਂ ਦੇਖ ਸਕਦੇ ਹਾਂ। ਇਹ ਕੋਈ ਢੰਗ ਨਵਾਂ ਨਹੀਂ ਸੀ, ਇੱਦਾਂ ਸਾਖੀਆਂ ਵਿੱਚ ਘਸੋੜ ਦਿੱਤੀਆਂ ਗਈਆਂ। ਕਾਫੀ ਚਤਰਤਾ ਨਾਲ ਵਰਤਿਆ ਗਿਆ ਹੋਣ ਕਰਕੇ ਕਾਮਯਾਬ ਹੋ ਗਿਆ, ਬੜੀ ਹੁਸ਼ਿਆਰੀ ਨਾਲ ਵਰਤਿਆ। ਦੂਜੀ ਤਬਦੀਲੀ ਜੋ ਅਸਲ 100 ਸਾਖੀ ਵਿੱਚ ਕੀਤੀ ਗਈ, ਇਹ ਗੱਲ ਦ੍ਰਿੜ ਕਰਨ ਲਈ ਸੀ ਕਿ ਜਿਨ੍ਹਾਂ ਬ੍ਰਾਹਮਣਾਂ ਨੇ ਇਹ ਗੱਲ ਨੋਟ ਕਰਨ ਵਾਲੀ, ਇਹ ਵੀ ਵਿੱਚ ਉਹਦੇ ਲਿਖਾ ਲਿਆ। ਬ੍ਰਾਹਮਣ ਦੀ ਚਲਾਕੀ ਦੇਖੋ, ਕਿਉਂਕਿ ਇਹਨਾਂ ਨੇ ਸਿਰਫ ਉੱਚੇ ਅਹੁਦੇ ਲੈਣ ਲਈ ਅਮਰ ਛਕ ਕੇ ਮਹਾਰਾਜਾ ਰਣਜੀਤ ਸਿੰਘ ਦੇ ਨੇੜੇ ਹੋਏ ਸੀ। ਔਰ ਆਹ ਗੱਲ ਜਿਹੜੀ ਵਿੱਚ ਉਹ ਲਿਖਾਉਂਦੇ ਕੀ ਹੈ, ਉਹ ਕਹਿੰਦੇ ਇਹ ਗੱਲ ਵੀ ਦ੍ਰਿੜ ਕਰਨ ਲਈ ਕਿ ਜਿਨ੍ਹਾਂ ਬ੍ਰਾਹਮਣਾਂ ਨੇ ਗੁਰੂ ਗੋਬਿੰਦ ਸਿੰਘ ਜੀ ਦਾ ਅੰਮ੍ਰਿਤ ਭਾਵੇਂ ਛਕ ਲਿਆ, ਪਰ ਉਹ ਸਭ ਜਾਤਾਂ ਤੋਂ ਅੰਮ੍ਰਿਤ ਛਕ ਕੇ ਸਜੇ ਹੋਏ ਸਿੰਘਾਂ ਨਾਲੋਂ ਉਚੇਰੀ ਪੱਧਰ ਦੇ ਰਹਿਣਗੇ। ਅੰਮ੍ਰਿਤ ਛਕਣ ਤੋਂ ਬਾਅਦ ਵੀ ਬ੍ਰਾਹਮਣ ਜਿਹੜਾ ਉਹ ਦੂਜੀਆਂ ਜਾਤਾਂ ਤੋਂ ਉੱਚੇ ਰਹੂਗਾ, ਲਿਖਵਾ ਲਿਆ। ਔਰ ਸਿਧਾਂਤ ਆ ਕਿ ਅੰਮ੍ਰਿਤ ਛਕਣ ਤੋਂ ਬਾਅਦ ਜਾਤ ਪਾਤ ਰਹਿੰਦੀ ਕੋਈ ਨਹੀਂ, ਪਰ ਉਹਨਾਂ 100 ਸਾਖੀ 'ਚ ਗੱਲ ਲਿਖਾ ਲਈ, ਜਿਹੜੀ ਕਿ ਹੁਣ ਬ੍ਰਾਹਮਣ ਕੱਢ ਰਹੇ ਆ ਵੀ ਆਹ ਦੇਖੋ ਜੀ ਇੱਦਾਂ ਲਿਖਿਆ ਸੀਗਾ। ਸਭ ਕੁਛ ਐਸੀ ਚਤਰਤਾ ਤੇ ਸਿਆਣਪ ਨਾਲ ਕੀਤਾ ਗਿਆ ਕਿ ਰਾਜਾ ਧਿਆਨ ਸਿੰਘ ਵਰਗੇ ਉਸਤਾਦ ਆਦਮੀ ਨੂੰ ਵੀ ਇਹਦੀ ਪ੍ਰਸ਼ੰਸਾ ਕੀਤੀ। ਉਹ ਬ੍ਰਾਹਮਣ ਦੀ ਉਹਨੇ ਵੀ ਤੂੰ ਬਹੁਤ ਵਧੀਆ ਕੰਮ ਕੀਤਾ। ਗਾਂ ਉਹਨੇ ਕਹਿੰਦਾ ਫਿਰ ਕੁਛ ਹੋਰ ਵੀ ਲਿਖੇ ਦੇ ਵਿੱਚ। ਰਾਜਾ ਧਿਆਨ ਸਿੰਘ ਕਹਿੰਦਾ, ਰਾਜਾ ਧਿਆਨ ਸਿੰਘ ਦੀ ਸਭ ਤੋਂ ਵੱਡੀ ਇੱਛਾ ਇਹ ਸੀ ਕਿ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਉਸ ਦਾ ਪੁੱਤਰ ਹੀਰਾ ਸਿੰਘ ਪੰਜਾਬ ਦਾ ਮਹਾਰਾਜਾ ਬਣੇ। ਜਿਵੇਂ ਕਿ ਹੁਣ ਸਿੱਖ ਤਾਕਤ ਦੇ ਜਵਾਲ ਦੇ ਕਾਰਨਾਂ ਦੀ ਖੋਜ ਕਰਨ ਵਾਲੇ ਜਾਣਦੇ ਆ, ਪਰ ਉਹਦਾ ਜਿਹੜਾ ਰੀਜਨ ਸੀਗਾ, ਕਹਿੰਦਾ ਜੇ ਹੁਣ ਇਹਨੂੰ ਜ਼ਿਆਦਾ ਵਿਸਥਾਰ ਕਰੀਏ ਤਾਂ ਇਹਦਾ ਵਿਸਥਾਰ ਬਹੁਤ ਲੰਮਾ ਹੋ ਜਾਣਾ। ਪਰ ਫਿਰ ਵੀ ਇਹ ਦੱਸਣਾ ਜ਼ਰੂਰੀ ਹੈ ਕਿ ਆਪਣੇ ਮੰਤਵ ਦੀ ਪੂਰਤੀ ਲਈ ਰਾਜਾ ਧਿਆਨ ਸਿੰਘ ਨੇ ਇੱਕ ਹੋਰ ਬ੍ਰਾਹਮਣ ਤੋਂ 100 ਸਾਖੀ ਵਿੱਚ ਕੁਝ ਤਬਦੀਲੀਆਂ ਕਰਵਾ ਲਈਆਂ। ਇੱਕ ਤਬਦੀਲੀ ਇਹ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮ ਅਨੁਸਾਰ, ਮਤਲਬ ਗੁਰੂ ਗੋਬਿੰਦ ਸਿੰਘ ਨੂੰ ਭਵਿੱਖਬਾਣੀ ਕਰ ਦਿੱਤੀ, ਹੁਕਮ ਅਨੁਸਾਰ ਡੋਗਰਾ ਤਾਕਤ ਮਹਾਰਾਜਾ ਰਣਜੀਤ ਸਿੰਘ ਦੀ ਥਾਂ ਮਿਲੇਗੀ। ਜਿਹੜੇ ਡੋਗਰੇ ਆ ਇਹ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਹੀ ਰਾਜ ਕਰਨਗੇ। ਉਹ ਕਹਿੰਦੇ ਇਸ ਕੱਟ ਵੱਢ ਦੇ ਕਾਰਨ ਅਸਲੀ 100 ਸਾਖੀ ਦਾ ਮੂੰਹ ਮੱਥਾ ਬਿਲਕੁਲ ਹੀ ਖਤਮ ਹੋ ਗਿਆ ਅਤੇ 100 ਸਾਖੀ ਦੇ ਜੋ ਖਰੜੇ ਅੱਜ ਲੱਭਦੇ ਹਨ, ਉਹਨਾਂ ਦੇ ਅਸਲੀ ਹਿੱਸੇ ਲੱਭਣੇ ਇੰਨੇ ਕਠਿਨ ਹਨ ਜਿਵੇਂ ਤੂੜੀ ਦੇ ਢੇਰ ਵਿੱਚੋਂ ਗੁਆਚੀ ਹੋਈ ਸੂਈ ਲੱਭਣ ਦਾ ਕੋਈ ਯਤਨ ਕਰੇ। ਔਰ ਆਖਰੀ ਉਹਨਾਂ ਨੇ ਕਿਹਾ ਕਿ ਇਹ ਹਟੇ ਨਹੀਂ। ਇਹਨਾਂ ਨੇ ਜਿਹੜਾ 1947 ਤੋਂ ਬਾਅਦ ਫਿਰ ਇਹਨਾਂ ਨੇ ਕੀ ਬਦਲਿਆ, ਉਹਦੀ ਸਿਰਫ ਉਹਨਾਂ ਨੇ ਇੱਕ ਮਿਸਾਲ ਦਿੱਤੀ ਹੈ। ਉਹ ਕਹਿੰਦੇ ਕਿ ਸੰਨ 1942 'ਚ ਇਹਨਾਂ ਸਤਰਾਂ ਦੇ ਲਿਖਾਰੀ ਨੇ ਮਹਾਰਾਜਾ ਕਸ਼ਮੀਰ ਦੇ ਪੁਰਾਣੇ ਸ੍ਰੀਨਗਰ ਸ਼ਹਿਰ ਵਾਲੇ ਰਾਜ ਮਹੱਲ ਵਿੱਚ, ਜੋ ਕਿ ਉਸ ਵੇਲੇ ਅਜਾਇਬ ਘਰ ਦੇ ਰੂਪ ਵਿੱਚ ਸੀ, ਸੰਨ 1842 ਦੀ ਉਹ ਅਸਲ ਸੰਧੀ ਦੀ ਪਰਤ ਦੇਖੀ, ਜਿਸ ਦੁਆਰਾ ਸ਼ਹਿਨਸ਼ਾਹ ਚੀਨ ਅਤੇ ਤਿੱਬਤ ਦੇ ਦਲਾਈ ਲਾਮਾ ਨੇ ਲੱਦਾਖ ਦੇਸ਼ ਨੂੰ ਸਰਕਾਰ ਖਾਲਸਾ ਦਾ ਅਧੀਨ ਦੇਸ਼ ਪ੍ਰਵਾਨ ਕਰ ਲਿਆ ਸੀ ਵੀ ਇਹਨਾਂ ਨੇ ਸਾਡੇ ਕੋਲੋਂ ਜਿੱਤਿਆ। ਇਸ ਸੰਧੀਨਾਮੇ ਵਿੱਚ ਇੱਕ ਬੰਨੇ ਗਵਾਹੀ ਸ਼ਹਿਨਸ਼ਾਹ ਚੀਨ ਦੀ ਅਤੇ ਦੂਜਾ ਫਰੀਕ ਫਾਤਾ ਆਲਮ ਜਿਹੜਾ ਉਹਨਾਂ ਦਾ ਬਾਦਸ਼ਾਹ, ਅਤੇ ਦੂਜੇ ਨਾਲ ਆ ਖਾਲਸਾ ਜੀਓ। ਇੱਕ ਬੰਨੇ ਖਾਲਸਾ ਜੀਓ, ਇਹ ਸੰਧੀ ਆ ਵੀ ਆਹ ਇਲਾਕਾ ਜਿਹੜਾ ਇਹ ਜਿਹਦਾ ਹੁਣ ਰੌਲਾ ਪੈਂਦਾ, ਇਹ ਸੰਧੀ ਆ ਉਹਨਾਂ ਦੇ ਚੀਨ ਦੇ ਬਾਦਸ਼ਾਹ ਨੇ ਮੰਨ ਲਿਆ ਸੀ ਵੀ ਇਹ ਇਲਾਕਾ ਸਾਡੇ ਕੋਲੋਂ ਸਿੱਖਾਂ ਨੇ, ਸਰਕਾਰੇ ਖਾਲਸਾ ਨੇ ਜਿੱਤਿਆ ਔਰ ਅਸੀਂ ਇਸ ਗੱਲ ਨੂੰ ਮਨਜ਼ੂਰ ਕਰਦੇ ਹਾਂ। ਉਹ ਕਹਿੰਦਾ ਦੋ ਸਤਰਾਂ ਦੇ ਵਿਚਾਲੇ ਇਹਨਾਂ ਨੇ ਹੁਣ ਕੀਤਾ ਕੀ ਹੈ। ਕਹਿੰਦਾ ਉਹ ਸੰਧੀਨਾਮੇ ਵਿੱਚ ਕਸ਼ਮੀਰ ਸਰਕਾਰ ਦੇ ਕਬਜ਼ੇ ਵਿੱਚ ਸਾਂਭੀ ਹੋਈ ਦਸਤਾਵੇਜ਼ ਵਿੱਚ ਦੋ ਸਤਰਾਂ ਦੇ ਵਿਚਾਲੇ ਖਾਲਸਾ ਜੀਓ ਹੋਰ ਕਲਮ ਨਾਲ ਕੱਟ ਕੇ ਮਹਾਰਾਜਾ ਗੁਲਾਬ ਸਿੰਘ ਵੱਖਰੀ ਕਾਲੀ ਸਿਆਹੀ ਨਾਲ
ਲਿਖਿਆ ਹੋਇਆ ਹੈ। ਇਹ ਸਿੱਧ ਕਰਨ ਲਈ ਕਿ ਜਿਹੜਾ ਇਹ ਇਲਾਕਾ ਚੀਨ ਦਾ ਹੈਗਾ, ਇਹ ਸਰਕਾਰੀ ਖਾਲਸਾ ਨੇ ਨਹੀਂ ਜਿੱਤਿਆ, ਇਹ ਡੋਗਰੇ ਮਹਾਰਾਜਾ ਗੁਲਾਬ ਸਿੰਘ ਨੇ ਜਿੱਤਿਆ ਸੀ। ਸਰਦਾਰ ਕਪੂਰ ਸਿੰਘ ਉਹਨਾਂ ਨੇ ਬਹੁਤ ਸਾਰੇ ਤਰਸ ਸਾਡੇ ਕੋਲ ਐਸੇ ਸਾਡੇ ਸਾਹਮਣੇ ਰੱਖੇ ਆ ਕਿ ਜਿਨ੍ਹਾਂ ਨੂੰ ਬੜੀ ਸ਼ਿੱਦਤ ਨਾਲ ਪੜ੍ਹਨ ਦੀ, ਪ੍ਰਚਾਰਨ ਦੀ ਲੋੜ ਆ, ਔਰ ਇਹਨਾਂ ਦੇ ਆਧਾਰ 'ਤੇ RSS ਨੂੰ ਕਾਊਂਟਰ ਕਰਨ ਦੀ ਲੋੜ ਆ। ਸੋ ਬਹੁਤ ਕੁਛ ਕਿਹਾ ਗਿਆ, ਪਰ ਆਹ 2 ਲੇਖ ਜਿਹੜੇ ਦਾਸ ਨੇ ਇਸੇ ਕਰਕੇ ਪੜ੍ਹੇ ਆ ਕਿ ਸਰਦਾਰ ਕਪੂਰ ਸਿੰਘ ਉਹਨਾਂ ਨੇ ਗੁਰੂ ਨਾਨਕ ਦੀ ਪਦ ਪਦਵੀ ਗੁਰੂ ਗੋਬਿੰਦ ਸਿੰਘ ਜੀ ਵਿਸਾਖੀ 'ਚ ਸਿੱਧ ਕਰ ਦਿੱਤਾ ਕਿ ਇਹਨਾਂ ਦਾ ਅਯੁੱਧਿਆ ਦੇ ਰਾਮਚੰਦਰ ਨਾਲ ਕੋਈ ਵੀ ਲੈਣ ਦੇਣ ਨਹੀਂ ਹੈ, ਸਪਸ਼ਟ ਕਰਕੇ, ਔਰ ਹੈ ਵੀ ਨਹੀਂ। ਇਸ ਕਰਕੇ ਮੈਨੂੰ ਇਹ ਗੱਲ ਆ ਜਿਹੜੀ ਗੁਰੂ ਨਾਨਕ ਦੀ ਸਪਸ਼ਟ ਕਰਨੀ ਪਈ, ਕਿਉਂਕਿ ਗੁਰੂ ਨਾਨਕ ਨੂੰ ਇਲਹਾਮ ਆ ਪਰਮਾਤਮਾ ਨਾਲ। ਇੱਕ ਮੈਂ ਕਿਹਾ ਹੁਣ ਪਹਿਲਾਂ ਤਾਂ ਗੁਰੂ ਨਾਨਕ ਨੂੰ ਇਹਨਾਂ ਨੇ ਵੱਖਰਾ ਕਰ ਲਿਆ, ਇੱਕ ਮਨੁੱਖ ਵਜੋਂ ਪ੍ਰਚਾਰ ਰਿਹਾ। ਉਹਨਾਂ ਦੀ ਜਾਤ ਪਾਤ ਇੱਕ ਕਰਤੀ ਜੀ, ਉਹਨਾਂ ਦੇ ਬੜੇ ਚੰਗੇ ਕੰਮ ਕੀਤੇ ਜੀ। ਦੂਜੇ ਬੰਨੇ ਗੁਰੂ ਗੋਬਿੰਦ ਸਿੰਘ ਨੂੰ ਕਹਿੰਦੇ ਨਾ ਗੁਰੂ ਨਾਨਕ ਦਾ ਰਾਹ ਛੱਡ ਦਿੱਤਾ। ਐਡਾ ਵੱਡਾ ਸਾਡੇ 'ਤੇ ਸਿਧਾਂਤਕ ਹਮਲਾ ਹੋਵੇ, ਜਿਸ ਸਿਧਾਂਤ ਦੇ ਆਸਰੇ 'ਤੇ ਸਿੱਖਾਂ ਨੇ ਕਿੱਥੋਂ ਉੱਠ ਕੇ ਜਾ ਕੇ ਰਾਜ ਕੀਤਾ, ਔਰ ਉਹ ਸਿਧਾਂਤ ਜਿਹੜਾ ਸਾਡਾ ਬਿਲਕੁਲ ਖਿਲਾਰਿਆ ਜਾ ਰਿਹਾ। ਸੋ ਦਾਸ ਇੰਨੀ ਬੇਨਤੀ ਕਰੂ, ਸਾਡੇ ਜਿੰਨੇ ਪ੍ਰਚਾਰ ਕਿਹਾ ਉਹਨਾਂ ਨੂੰ ਸਾਰੇ ਸਾਡੇ ਜਿੰਨੇ ਵੀ ਇਸ ਵੇਲੇ ਸਕਾਲਰ ਆ, ਸਰਦਾਰ ਅਜਮੇਰ ਸਿੰਘ ਜੀ ਹੋਣੇ ਆ, ਉਹਨਾਂ ਨੇ ਲੜੀਵਾਰ ਸਿੱਖ ਰਾਜਨੀਤੀ ਬਾਰੇ ਕਿਤਾਬਾਂ ਲਿਖੀਆਂ। ਸਰਦਾਰ ਗੁਰਤੇਜ ਸਿੰਘ ਜੀ ਉਹਨਾਂ ਨੇ ਪੂਰੀ ਡਿਟੇਲ ਨਾਲ ਸਬੂਤਾਂ ਦੇ ਨਾਲ ਬੜਾ ਕੁਝ ਸਾਨੂੰ ਲਿਖ ਕੇ ਦਿੱਤਾ। ਸਰਦਾਰ ਗੁਰਦਰਸ਼ਨ ਸਿੰਘ ਢਿੱਲੋਂ ਆ, ਇਹਨਾਂ ਦੀ ਕਿਤਾਬ ਪੜ੍ਹੋ, 1947 ਤੋਂ 2015 ਤੱਕ ਦਾ ਪੰਜਾਬ, ਜਿਸ 'ਚ ਸਭ ਕੁਛ ਹੀ ਆ ਜਾਂਦਾ। ਔਰ ਖ਼ਾਸ ਗੱਲ ਜਿਹੜੀ ਉਹਨਾਂ ਨੇ ਕਹੀ ਹੈ ਕਿ ਬਾਹਰਲੀਆਂ ਯੂਨੀਵਰਸਿਟੀਆਂ 'ਚ ਸਿੱਖ ਚਿਹਰੇ ਮੋਹਰੇ ਕਰਕੇ ਸਾਡੇ ਸਿੱਖ ਸਿਧਾਂਤ ਨੂੰ ਬਿਲਕੁਲ ਜਿਹੜਾ ਗਲਤ ਲਿਖਾਇਆ ਜਾ ਰਿਹਾ। ਇਹ 'ਤੇ ਅਸੀਂ ਅੱਗੇ ਬਾਰੇ ਮੈਂ ਬਹੁਤ ਕੁਛ ਕਹਿ ਚੁੱਕਾ, ਪਰ ਜੇ ਅੱਜ ਅਸੀਂ ਇਹਨਾਂ ਚੀਜ਼ਾਂ ਦਾ ਧਿਆਨ ਨਾ ਦਿੱਤਾ ਅਤੇ ਜੋ ਫਿਰ ਸਾਡੇ ਧਰਮ ਬਾਰੇ ਯੂਨੀਵਰਸਿਟੀਆਂ ਵਿੱਚ ਲਿਖਾ ਰਹੇ ਆ, ਹੁਣ ਇਹ ਕਹਿ ਤੇ ਰਹੇ ਆ ਕਿ ਗੁਰੂ ਨਾਨਕ ਦੀ ਚੇਅਰ ਫਲਾਣੇ ਥਾਂ ਸਥਾਪਿਤ ਹੋ ਗਈ, ਫਲਾਣੇ ਥਾਂ ਹੋ ਗਈ, ਪਰ ਉਸ ਚੇਅਰ 'ਤੇ ਖੋਜ ਕਿਸ ਗੱਲ ਦੀ ਹੋਣੀ ਹੈ? ਇਹ ਉਹਨਾਂ ਚਿਹਰਿਆਂ 'ਤੇ ਖੋਜ ਕਰਨਗੇ ਵੀ ਗੁਰੂ ਨਾਨਕ ਹਿੰਦੂ ਸੀ ਅਤੇ ਸਿੱਖ ਧਰਮ ਹਿੰਦੂ ਧਰਮ ਦਾ ਅੰਗ ਹੈ, ਇਹ ਖੋਜ ਕਰਾਉਣਗੇ। ਪਰ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਕਿ ਸਾਡੀਆਂ ਇੰਨੀਆਂ ਇੱਥੇ ਜਥੇਬੰਦੀਆਂ, ਇੰਨੇ ਸਾਡੇ ਗੁਰਦੁਆਰਾ ਸਾਹਿਬਾਨਾਂ ਦੀਆਂ ਸੰਸਥਾਵਾਂ, ਕਿਸੇ ਦਾ ਵੀ ਐਡਾ ਵੱਡਾ ਸਾਡੇ 'ਤੇ ਸਿਧਾਂਤਕ ਹਮਲਾ ਹੋ ਰਿਹਾ, ਕੋਈ ਸੰਸਥਾ, ਕੋਈ ਜਥੇਬੰਦੀ ਇਸ ਗੱਲ ਦੀ ਮੋਹਰੇ ਹੀ ਨਹੀਂ ਆ ਰਹੀ ਵੀ ਅਸੀਂ ਇਹਨਾਂ ਨੂੰ ਜਵਾਬ ਦਿੰਦੇ ਹਾਂ। ਆਪਸ ਵਿੱਚ ਹੀ ਇਹ ਉਹਨਾਂ ਦੀ ਚਾਲ ਆ ਕਿ ਸਿੱਖਾਂ ਨੂੰ ਆਪਸ ਵਿੱਚ ਹੀ ਲੜਾ ਦਿਓ। ਆਪਸ ਵਿੱਚ ਹੀ ਲੜ ਕੇ ਕਿੱਥੇ ਪਹੁੰਚਾਂਗੇ? ਦੁਸ਼ਮਣ ਤੁਹਾਨੂੰ ਤੁਹਾਡੇ ਘਰ ਆ ਕੇ ਲਲਕਾਰੇ ਮਾਰਦਾ ਹੋਵੇ ਅਤੇ ਤੁਸੀਂ ਅੰਦਰ ਬੈਠੇ ਭਰਾ ਲੜੀ ਜਾਓ। ਸਾਡੀ ਇਸ ਵੇਲੇ ਆਹ ਹਾਲਤ ਹੋ ਰਹੀ ਹੈ। ਸੋਚੋ, ਵਿਚਾਰੋ, ਗੁਰੂ ਚਰਨਾਂ ਵਿੱਚ, ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਅਰਦਾਸ ਕਰੋ ਅਤੇ ਜਿਹੜਾ ਸਾਨੂੰ ਆ ਸਾਡੇ ਵਿਦਵਾਨਾਂ ਨੇ ਇੰਨਾ ਕੁਛ ਦਿੱਤਾ, ਇਹਨੂੰ ਪ੍ਰਚਾਰੋ, ਇਹਨਾਂ ਦੇ ਸੈਮੀਨਾਰ ਕਰਾਓ। ਮੈਂ ਦਾਅਵੇ ਨਾਲ ਕਹਿੰਦਾ ਕਿ ਜੇ ਸਾਡੀਆਂ ਸੰਸਥਾਵਾਂ RSS ਨੂੰ ਚੈਲੰਜ ਕਰਨ ਅਤੇ RSS ਦੇ ਤਾਂ ਪੱਲੇ ਕੱਖ ਨਹੀਂ। ਸਿੱਖ ਧਰਮ ਦੇ, ਸਿੱਖ ਸਿਧਾਂਤਾਂ ਦੇ ਮੂਹਰੇ ਇਹ ਇੱਦਾਂ ਉੱਡ-ਪੁੱਡ ਜਾਣਗੇ ਜਿੱਦਾਂ ਸਮੁੰਦਰ ਦੇ ਹੜ੍ਹ ਦੇ ਮੂਹਰੇ ਤੀਲੇ ਉੱਡ ਜਾਂਦੇ ਆ, ਔਰ ਅਸੀਂ ਉਡਾ ਕੇ ਦਿਖਾ ਦਿੰਦੇ ਹਾਂ। ਪਰ ਬਦਕਿਸਮਤੀ ਨਾਲ ਕੀ ਹੈ ਕਿ ਉਹਨਾਂ ਦਾ ਰਾਜ ਹੈ, ਮਰਜ਼ੀ ਨਾਲ ਕਿਤਾਬਾਂ ਲਿਖਾਈ ਜਾਂਦੇ ਆ, ਮਰਜ਼ੀ ਨਾਲ ਪ੍ਰਚਾਰ ਕਰੀ ਜਾਂਦੇ ਆ। ਔਰ ਦੁੱਖ ਇਸ ਗੱਲ ਦਾ ਵੀ ਸਾਡੀਆਂ ਜਿਹੜੀਆਂ ਮੇਨ ਸੰਸਥਾਵਾਂ, ਗੁਰਦੁਆਰਾ ਸ਼੍ਰੋਮਣੀ ਕਮੇਟੀ ਅੰਮ੍ਰਿਤਸਰ, ਗੁਰਦੁਆਰਾ ਦਿੱਲੀ ਕਮੇਟੀ ਵਾਲੇ ਜਾਂ ਹੋਰ ਜਿੰਨੀਆਂ ਸੰਸਥਾਵਾਂ, ਮੈਂ ਅਕਾਲ ਚੈਨਲ ਦੇ ਮਾਧਿਅਮ ਰਾਹੀਂ ਇਹ ਬੇਨਤੀ ਕਰੂੰਗਾ ਕਿ ਜੇ ਸਿੱਖ ਧਰਮ ਦੀ ਸੁਤੰਤਰ ਹੋਂਦ ਜਾਂ ਸਿੱਖ ਕੌਮ ਦੀ ਸੁਤੰਤਰ ਹੋਂਦ ਹਸਤੀ ਅਸੀਂ ਨਾ ਰੱਖ ਸਕੇ ਅਤੇ ਕਈ ਪੀੜ੍ਹੀਆਂ ਤੱਕ ਗੁਲਾਮ ਹੋ ਜਾਵਾਂਗੇ। ਇਹ ਪੱਲੇ ਬੰਨ੍ਹ ਲਓ ਗੱਲ। 4 ਦਿਨ ਦੀ ਮਿਨਿਸਟਰੀ, 4 ਦਿਨ ਦੀ ਚੌਧਰ, ਇਹ ਤਾਂ ਖਤਮ ਹੋ ਜਾਣੀ ਹੈ। ਪਰ ਕਿਤੇ ਠੰਡੇ ਦਿਮਾਗ ਦੇ ਨਾਲ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਹਾਜ਼ਰ ਹੋ ਕੇ
ਕੱਲੇ ਅਰਦਾਸ ਕਰੋ ਗੁਰੂ ਦੇ ਮੋਹਰੇ ਔਰ ਆਤਮਾ ਚੀਨੋ। ਸਾਨੂੰ ਗੁਰੂ ਨੇ ਆਪਣੀ ਆਤਮਾ ਚੀਨਣ ਬਾਰੇ ਉਪਦੇਸ਼ ਦਿੱਤਾ। ਜਿੰਨਾ ਚਿਰ ਨਾਮ ਜਪਣ ਦੀ ਗੱਲ ਗੁਰੂ ਨਾਨਕ ਸਾਹਿਬ ਨੇ ਕਿਉਂ ਕਹੀ ਹੈ ਕਿ ਨਾਮ ਜਪਣ ਤੋਂ ਬਿਨਾਂ ਰੂਹਾਨੀ ਵਿਕਾਸ ਨਹੀਂ ਹੋ ਸਕਦਾ, ਅਤੇ ਰੂਹਾਨੀ ਵਿਕਾਸ ਤੋਂ ਬਿਨਾਂ ਤੁਸੀਂ ਕੁਛ ਵੀ ਨਹੀਂ ਕਰ ਸਕਦੇ। ਤੁਸੀਂ ਨਾ ਆਪਣੇ ਆਪ ਲਈ ਕੁਛ ਕਰ ਸਕਦੇ, ਨਾ ਦੁਨੀਆ ਲਈ ਕੁਛ ਕਰ ਸਕਦੇ ਆ, ਕਿਉਂਕਿ ਰੂਹਾਨੀ ਵਿਕਾਸ ਤੋਂ ਸੱਖਣਾ ਬੰਦਾ ਜਿਹੜਾ ਉਹ ਤਾਂ ਆਹ ਹੀ ਕਰੂਗਾ, ਅਤਿਆਚਾਰ ਕਰੂਗਾ, ਘੱਟ ਗਿਣਤੀਆਂ ਨੂੰ ਦਬਾਊਗਾ, ਜ਼ੁਲਮ ਕਰੂਗਾ। ਜਿਹਦੇ ਅੰਦਰ ਰੂਹਾਨੀ ਵਿਕਾਸ ਹੋਊਗਾ ਉਹ ਐਸਾ ਕੰਮ ਨਹੀਂ ਕਰੂਗਾ। ਸੋ ਸਮਾਂ ਬੜਾ ਹੋ ਗਿਆ। ਇੱਕ ਗੱਲ ਜਿਹੜੀ ਮੈਂ ਕਹਾਂ ਕਿ ਇਹ ਸਰਦਾਰ ਕਪੂਰ ਸਿੰਘ ਉਹਨਾਂ ਨੇ ਆਖਰੀ ਮੈਂ ਬੇਨਤੀ ਕਿਉਂ ਕਰਨ ਲੱਗਾ, ਇਹਨਾਂ ਦੀ ਜਿਹੜੀ ਕਿਤਾਬ ਆ ਜੀ ਬਿਖਮੇ ਅੰਮ੍ਰਿਤ, ਉਹ 'ਚ ਉਹਨਾਂ ਨੇ ਇੱਕ ਗੱਲ ਕਹੀ ਹੈ। ਉਹ ਕਹਿੰਦੇ ਸੰਨ 1925 ਦੇ ਲਗਭਗ ਪੰਜਾਬੀ ਮੁਸਲਮਾਨ ਨੀਤੀਵਾਨ ਸਰ ਫਜ਼ਲ ਹੁਸੈਨ ਨੇ ਇੱਕ ਗੁਪਤ ਕਿਤਾਬਚਾ ਕੇਵਲ ਚੋਣਵੇਂ ਮੁਸਲਮਾਨਾਂ ਦੇ ਪੜ੍ਹਨ ਲਈ ਭੇਜਿਆ, ਜਿਹਦੇ ਆਹ ਸ਼ਬਦ ਆ ਜਿਹੜੇ ਮੈਂ ਪੜ੍ਹਨ ਲੱਗਾ। ਉਹ ਕਹਿੰਦੇ ਹਿੰਦੂ ਬੜਾ ਦੂਰਦਰਸ਼ਕ ਹੈ, ਆਉਣ ਵਾਲੀ ਸਥਿਤੀ ਨੂੰ ਬਹੁਤ ਸਮਾਂ ਪਹਿਲਾਂ ਹੀ ਭਾਂਪ ਲੈਂਦਾ ਹੈ, ਉਸ ਅਨੁਸਾਰ ਉਪਾਏ ਸੋਚ ਲੈਂਦਾ ਹੈ। ਮੁਸਲਮਾਨ ਜਦੋਂ ਕੋਈ ਸਥਿਤੀ ਸਿਰ ਉੱਤੇ ਆ ਜਾਵੇ ਤਾਂ ਉਹ ਚਕੰਨਾ ਹੋ ਜਾਂਦਾ, ਉਹਦੇ ਨਾਲ ਸਿੱਝਣ ਦਾ ਰਾਹ ਲੱਭਦਾ। ਪਰ ਸਿੱਖ ਜਿੰਨਾ ਚਿਰ ਵੇਲਾ ਲੰਘ ਨਾ ਜਾਵੇ, ਨਾ ਕੁਝ ਸੋਚਦਾ, ਨਾ ਕਿਸੇ ਸੋਚਵਾਨ ਦੀ ਗੱਲ ਸੁਣਦਾ, ਫੜਾ ਮਾਰੀ ਜਾਂਦਾ ਅਤੇ ਦਮਗਜੇ ਫੂਕ ਕੇ ਦਮਗਜੇ ਮਾਰਨ ਵਾਲੇ ਹੀ ਸਿੱਖਾਂ ਵਿੱਚ ਪ੍ਰਧਾਨ ਹਨ। ਇਹ ਵੀ ਉਹਨਾਂ ਬਿਖ ਅੰਮ੍ਰਿਤ 'ਚ ਗੱਲ ਲਿਖੀ। ਐਂਡ 'ਤੇ ਦਾਸ ਦੇ ਬੋਲਣ ਨਾਲ ਕਿਸੇ ਦੇ ਮਨ ਨੂੰ ਕੋਈ ਠੇਸ ਲੱਗੀ ਹੋਵੇ ਤੇ ਭਾਈ ਖਿਮਾ ਰੱਖਣਾ। ਸਾਡੇ ਗੁਰੂ ਦਾ ਹੁਕਮ ਕਿਸੇ ਦਾ ਦਿਲ ਦਿਖਾਉਣਾ ਨਹੀਂ ਹੈ, ਪਰ ਉਹਦੇ ਨਾਲ ਆਪਣੇ ਸਿਧਾਂਤ 'ਤੇ ਪਹਿਰਾ ਦੇਣਾ ਇਹ ਵੀ ਸਾਡੇ ਗੁਰੂ ਦਾ ਹੁਕਮ ਆ। ਸੋ ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਜਥੇਦਾਰ ਮਹਿੰਦਰ ਸਿੰਘ ਜੀ ਖਹਿਰਾ ਦਾ ਦਿਲੋਂ ਧੰਨਵਾਦੀ ਹਾਂ, ਜਿਨ੍ਹਾਂ ਨੇ ਬਹੁਤ ਹੀ ਸੁਚੱਜੇ ਢੰਗ ਨਾਲ ਸਾਰੇ ਪੱਖਾਂ 'ਤੇ ਰੌਸ਼ਨੀ ਪਾਈ ਹੈ। ਜਥੇਦਾਰ ਖਹਿਰਾ ਸਾਹਿਬ ਸਿੱਖ ਕੌਮ ਦੀ ਵਡਮੁੱਲੀ ਸੇਵਾ ਕਰ ਰਹੇ ਹਨ। ਜਿਹੜੇ ਵੀਰ ਭੈਣ ਸਿੱਖੀ ਦੀ ਦਾਸਤਾਨ ਅਕਾਲ ਚੈਨਲ 'ਤੇ ਦੇਖਦੇ ਹਨ, ਉਹ ਜਾਣਦੇ ਹਨ ਕਿ ਕਿੰਨੀ ਮਿਹਨਤ, ਕਿੰਨੀ ਲਗਨ ਨਾਲ ਇਹ ਸਿੱਖ ਕੌਮ ਦੀ ਸੇਵਾ ਕਰਦੇ ਹਨ। ਵਾਹਿਗੁਰੂ ਇਹਨਾਂ ਨੂੰ ਹੋਰ ਸਮਰੱਥਾ ਬਖਸ਼ੇ, ਲੰਮੀ ਆਯੂ ਬਖਸ਼ੇ, ਇਹ ਮੇਰੀ ਅਰਦਾਸ ਹੈ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ। ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।